ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਆਪ ਸਾਰੀਆਂ ਭੈਣਾਂ ਦਾ ਔਰ ਸਾਰੇ ਵੀਰਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਅੱਜ ਅਸੀਂ ਜੋ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ, ਇਹ ਪਾਵਨ ਬਾਣੀ ਦਾ ਨਾਮ ਹੈ ਰਾਮਕਲੀ ਸੱਦ। ਇਹ ਸੱਦ ਬਾਣੀ ਦਾ ਸਿਰਲੇਖ ਹੈ। ਇਸ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਣ ਦੇ ਸਮੇਂ ਦਾ ਵਰਣਨ ਕੀਤਾ ਗਿਆ, ਜੋ ਬਾਬਾ ਸੁੰਦਰ ਜੀ ਕਰ ਰਹੇ ਹਨ। ਔਰ ਬਾਬਾ ਸੁੰਦਰ ਜੀ ਉਸ ਵੇਲੇ ਆਪ ਮੌਕੇ ਤੇ ਹਾਜ਼ਰ ਨੇ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਸੰਗਤਾਂ ਤਾਈਂ ਜਿਹੜਾ ਅੰਤਲਾ ਉਪਦੇਸ਼ ਸੀ, ਬਾਬਾ ਸੁੰਦਰ ਜੀ ਦੀ ਜ਼ਬਾਨੀ ਹੈ। ਬਾਬਾ ਸੁੰਦਰ ਜੀ ਧੰਨ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਸਨ, ਮੋਰੀ ਜੀ ਦੇ ਪੋਤਰੇ ਔਰ ਆਨੰਦ ਜੀ ਦੇ ਸਪੁੱਤਰ ਸਨ। ਗੁਰੂ ਅਮਰਦਾਸ ਜੀ ਦੇ ਅੰਤਮ ਸਮੇਂ, ਸਰੀਰ ਤਿਆਗਣ ਦੇ ਸਮੇਂ, ਜੋ ਉਪਦੇਸ਼ ਗੁਰੂ ਅਮਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਦਿੱਤਾ, ਉਹ ਉਪਦੇਸ਼ ਇਸ ਪਾਵਨ ਬਾਣੀ ਵਿੱਚ ਹੈ। ਔਰ ਇਹ ਪਾਵਨ ਬਾਣੀ ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ ਹੈ। ਉਹਨਾਂ ਦੇ ਮੁਖਾਰ ਬਿੰਦ ਤੋਂ ਗੁਰੂ ਅਮਰਦਾਸ ਜੀ ਨੇ ਜੋ ਉਪਦੇਸ਼ ਦਿੱਤਾ, ਉਹ ਉਪਦੇਸ਼ ਅੰਕਿਤ ਕੀਤਾ ਗਿਆ ਹੈ। ਰਾਮਕਲੀ ਸੱਦ, ਰਾਮਕਲੀ ਰਾਗ ਦਾ ਨਾਮ ਹੈ। ਸੱਦ ਬਾਣੀ ਦਾ ਸਿਰਲੇਖ ਹੈ। ਸੱਦ ਦਾ ਅਰਥ ਹੁੰਦਾ ਹੈ ਸੱਦਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਕਿ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲਹਿਤਾ, ਪਾਲਣਾ, ਸੰਚਾਲਨ ਹੁੰਦਾ ਹੈ, ਜੋ ਸਰਬ ਵਿਆਪਕ ਹੈ। ਸਤ ਦਾ ਮਤਲਬ ਉਹ ਸदैवी ਹੈ, ਸदैवी ਹੋਣ ਵਾਲਾ ਹੈ ਰੱਬ। ਗੁਰ ਪ੍ਰਸਾਦ ਤੋਂ ਭਾਵ ਗੁਰੂ ਦੀ ਰਹਿਮਤ ਸਦਕਾ, ਗੁਰੂ ਦੇ ਗਿਆਨ ਨੂੰ ਅਪਣਾਉਣ ਦੇ ਨਾਲ ਉਸ ਮਾਲਕ ਦੇ ਵਿੱਚ ਅਭੇਦਤਾ ਪ੍ਰਾਪਤ ਹੁੰਦੀ ਹੈ। ਰਾਮਕਲੀ ਸੱਦ ਜੋ ਬਾਣੀ ਹੈ, ਆਮ ਕਰਕੇ ਜਦੋਂ ਕਿਸੇ ਮ੍ਰਿਤਕ ਦਾ ਭੋਗ ਪੈਂਦਾ ਹੈ, ਤਾਂ ਭੋਗ ਤੋਂ ਬਾਅਦ ਕਰੀਬ ਕਰੀਬ ਰਾਮਕਲੀ ਸੱਦ ਜੋ ਹੈ ਪੜ੍ਹਿਆ ਜਾਂਦਾ ਹੈ। ਵੈਸੇ ਰਹਿਤ ਮਰਿਆਦਾ ਦੇ ਵਿੱਚ ਪੜ੍ਹਨ ਦਾ ਉਲੇਖ ਨਹੀਂ ਹੈ, ਲੇਕਿਨ ਇਹ ਪੜ੍ਹਿਆ ਜਾਂਦਾ ਹੈ। ਰਾਮਕਲੀ ਸੱਦ ਮ੍ਰਿਤਕ ਦੇ ਭੋਗ ਤੋਂ ਬਾਅਦ ਆਮ ਥਾਵਾਂ ਤੇ ਕੀ ਹਰ ਥਾਂ ਤੇ ਹੀ ਇਹ ਪਾਵਨ ਬਾਣੀ ਪੜ੍ਹੀ ਜਾਂਦੀ ਹੈ। ਔਰ ਸਾਨੂੰ ਇਸ ਪਾਵਨ ਬਾਣੀ ਨੂੰ ਸੁਣ ਕੇ ਇਹਦੇ ਤੇ ਕੁਝ ਵਿਚਾਰਾਂ ਕਰਕੇ ਅਮਲ ਕਰਨ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਸਾਰੇ ਕਰਮ ਕਾਂਡ ਮ੍ਰਿਤਕ ਦੇ ਭੋਗ ਦੇ ਸਮੇਂ ਆ ਜਾਂਦੇ ਹਨ, ਜਿਨ੍ਹਾਂ ਦਾ ਸਾਡੇ ਧਾਰਮਿਕ ਜਗਤ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤਾਂ ਉਹ ਉਪਦੇਸ਼ ਵੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਹੈ। ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਜਗ ਦਾਤਾ ਸੋਏ, ਭਗਤ ਵਛਲ ਤਿਹ ਲੋਈ। ਜਗ ਦਾਤਾ ਦਾ ਮਤਲਬ ਜਗਤ ਦੇ ਅੰਦਰ, ਜਗਤ ਦੇ ਵਿੱਚ। ਜਗ ਦੇ ਗੱਗੇ ਨਾਲ ਸਿਹਾਰੀ ਹੈ, ਇਸ ਦਾ ਮਤਲਬ ਜਗਤ ਵਿੱਚ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਗ ਦਾਤਾ ਸੋਏ, ਦਾਤਾ ਇੱਕੋ ਹੀ ਹੈ। ਭਗਤ ਵਛਲ, ਇੱਥੇ ਭਗਤ ਦੇ ਤੱਤੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਭਗਤੀ। ਵਛਲ ਦਾ ਮਤਲਬ ਪਿਆਰ ਕਰਨ ਵਾਲਾ। ਤਿਹ ਲੋਏ ਦਾ ਮਤਲਬ ਤਿੰਨਾਂ ਲੋਕਾਂ ਦੇ ਅੰਦਰ ਸਮਾਇਆ ਹੋਇਆ। ਜਗਤ ਵਿੱਚ ਦਾਤਾ ਇੱਕੋ ਹੀ ਹੈ, ਜੋ ਤਿੰਨਾਂ ਲੋਕਾਂ ਦੇ ਅੰਦਰ ਸਮਾਇਆ ਹੋਇਆ ਹੈ, ਭਾਵ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ, ਤੇ ਉਹ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਯਾਨੀ ਜੇ ਅਸੀਂ ਰੱਬ ਦਾ ਪਿਆਰ ਪਾਣਾ ਚਾਹੁੰਦੇ ਹਾਂ, ਤਾਂ ਉਹਦੇ ਪਿਆਰ ਦਾ ਸਾਧਨ ਹੈ ਭਗਤੀ। ਤੇ ਭਗਤੀ ਨੂੰ ਸਮਝ ਲੈਣਾ, ਭਗਤੀ ਕੋਈ ਮਾਲਾ ਕਰਨ ਫੇਰਨ ਦਾ ਨਾਮ ਨਹੀਂ ਹੈ। ਭਗਤੀ ਕੀ ਹੈ? ਰੱਬੀ ਰਜਾ ਵਿੱਚ ਤੁਰਨਾ, ਰੱਬ ਦੇ ਗੁਣਾਂ ਦੇ ਧਾਰਨੀ ਹੋਣ ਦਾ ਨਾਮ ਭਗਤੀ ਹੈ। ਜਿਵੇਂ ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਕਰ ਆਏ ਹਾਂ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਯਾਨੀ ਰੱਬ ਦੇ ਗੁਣਾਂ ਦੇ ਧਾਰਨੀ ਹੋਣਾ ਹੀ ਰੱਬ ਦੀ ਭਗਤੀ ਹੈ। ਰੱਬ ਦੀ ਰਜਾ ਦੇ ਵਿੱਚ ਤੁਰਨਾ ਹੀ ਰੱਬ ਦੀ ਭਗਤੀ ਹੈ, ਰੱਬ ਦਾ ਸਿਮਰਨ ਹੈ। ਤਾਂ ਉਹ ਜਗਤ ਦੇ ਵਿੱਚ ਹੈ, ਗੁਣਾਂ ਨੂੰ ਪਿਆਰ ਕਰਨ ਵਾਲਾ ਹੈ। ਜੋ ਰਜਾ ਦੇ ਅੰਦਰ ਤੁਰਦੇ ਨੇ, ਉਹ ਉਹਦੇ ਪਿਆਰ ਦਾ ਪਾਤਰ ਬਣ ਜਾਂਦੇ ਨੇ। ਗੁਰ ਸ਼ਬਦ ਸਮਾਵੇ, ਅਵਰ ਨਾ ਜਾਣੈ ਕੋਈ ਜੀਓ। ਤਾਂ ਬਾਬਾ ਸੁੰਦਰ ਜੀ ਕਹਿ ਰਹੇ ਨੇ
ਕਿ ਗੁਰੂ ਦੇ ਸ਼ਬਦ ਰਾਹੀਂ ਉਸ ਵਿੱਚ ਸਮਾਇਆ ਜਾਂਦਾ ਹੈ। ਤੇ ਨਾਲ ਸਾਨੂੰ ਸਮਝਾ ਰਹੇ ਨੇ ਕਿ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਦੇ ਸ਼ਬਦ ਰਾਹੀਂ ਉਸ ਰੱਬ ਦੇ ਅੰਦਰ ਸਮਾਏ ਹੋਏ ਨੇ। ਅਵਰ ਨਾ ਜਾਣੈ ਕੋਈ ਜੀਉ, ਤੇ ਉਹ ਇੱਕ ਰੱਬ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦੇ। ਭਾਵ ਕਿ ਸਾਰਿਆਂ ਦੇ ਅੰਦਰ ਉਹ ਇੱਕ ਵਿਆਪਕ ਰੱਬ ਨੂੰ ਵੇਖਦੇ ਨੇ, ਉਹ ਰੱਬ ਦਾ ਰੂਪ ਨੇ, ਰੱਬ ਦੇ ਅੰਦਰ ਸਮਾਏ ਹੋਏ ਨੇ। ਔਰ ਜਦੋਂ ਅਸੀਂ ਧੰਨ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਅਸੀਂ ਆਨੰਦ ਸਾਹਿਬ ਵਿੱਚ ਵਿਚਾਰ ਵੀ ਕੀਤਾ ਹੈ। ਗੁਰੂ ਅਮਰਦਾਸ ਜੀ ਕਿੰਨੇ ਪਿਆਰ ਨਾਲ ਸਾਨੂੰ ਸਮਝਾਉਂਦੇ ਹਨ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿ ਇਹ ਮੇਰੇ ਨੇਤਰੋ, ਤੁਸੀਂ ਜੋ ਵਿਸ਼ਵ, ਜੋ ਤੁਸੀਂ ਸੰਸਾਰ ਵੇਖ ਰਹੇ ਹੋ, ਇਹ ਰੱਬ ਦਾ ਹੀ ਰੂਪ ਹੈ, ਰੱਬ ਦਾ ਰੂਪ ਹੀ ਨਦਰੀ ਪੈ ਰਿਹਾ ਹੈ। ਤਾਂ ਗੁਰੂ ਅਮਰਦਾਸ ਜੀ ਗੁਰੂ ਸ਼ਬਦ ਰਾਹੀਂ, ਗੁਰੂ ਗਿਆਨ ਰਾਹੀਂ ਉਸ ਪ੍ਰਭੂ ਦੇ ਅੰਦਰ ਸਮਾਏ ਹੋਏ ਹਨ। ਉਹਦੇ ਤੋਂ ਬਿਨਾਂ ਇਸ ਜਗਤ ਵਿੱਚ ਕਿਸੇ ਹੋਰ ਨੂੰ ਨਹੀਂ ਵੇਖਦੇ, ਉਹ ਇੱਕ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੂੰ ਹੀ ਵੇਖਦੇ ਹਨ। ਤਾਂ ਦੇਖੋ, ਸਾਨੂੰ ਵੀ ਇੱਥੋਂ ਇੱਕ ਉਪਦੇਸ਼ ਮਿਲ ਰਿਹਾ ਹੈ। ਹੁਣ ਰੱਬ ਦੇ ਦਰਸ਼ਨ ਕੀ ਨੇ? ਇਹ ਸੰਸਾਰ ਜਿਹੜਾ ਦਿਸ ਰਿਹਾ ਹੈ, ਰੱਬ ਦੇ ਦਰਸ਼ਨ ਨੇ ਪ੍ਰਤੱਖ ਤੌਰ ਤੇ। ਇਹ ਸਾਡੇ ਮੰਨਣ ਤੇ ਹੁਣ ਇਹ ਨਾ ਕਿ ਜਦੋਂ ਅਸੀਂ ਪੂਰੇ ਯੂਨੀਵਰਸ ਨੂੰ ਇਕੱਠ ਦੇ ਅੰਦਰ, ਸਮੁੱਚਤਾ ਦੇ ਅੰਦਰ ਵੇਖਾਂਗੇ ਤਾਂ ਇਹ ਰੱਬ ਦਿਸੇਗਾ। ਪਰ ਜੇ ਅਸੀਂ ਅਲੱਗ-ਅਲੱਗ ਵੇਖਾਂਗੇ ਤਾਂ ਉਹ ਰੱਬ ਦੇ ਅੰਗ ਨੇ। ਕੋਈ ਧਰਤੀ ਹੈ, ਸੂਰਜ ਹੈ, ਚੰਦਰਮਾ ਹੈ, ਅਲੱਗ-ਅਲੱਗ ਜੀਵ ਨੇ। ਜਿਵੇਂ ਤੁਸੀਂ ਇਹ ਸਰੀਰ ਨੂੰ ਵੇਖੋਗੇ ਮੇਰੇ ਨੂੰ, ਤਾਂ ਸਮੁੱਚਤਾ ਨੂੰ ਵੇਖੋਗੇ ਤੇ ਮੋਹਰ ਸਿੰਘ ਨਜ਼ਰੀ ਪਵੇਗਾ। ਪਰ ਅਲੱਗ-ਅਲੱਗ ਦੇਖਾਂਗੇ ਤੇ ਕੋਈ ਸਾਡੇ ਸਰੀਰ ਦੀਆਂ ਉਂਗਲਾਂ ਨੇ, ਕੋਈ ਹੱਥ ਹੈ, ਤਲੀ ਹੈ, ਸਿਰ ਹੈ, ਪੈਰ ਹੈ, ਸਾਰੇ ਅੰਗ ਮਿਲ ਕੇ ਸਰੀਰ ਬਣ ਜਾਂਦੇ ਨੇ। ਔਰ ਅਲੱਗ-ਅਲੱਗ ਵੇਖੀਏ ਤੇ ਉਹ ਅੰਗ ਨਜ਼ਰੀ ਪੈਂਦੇ ਨੇ। ਇਸੇ ਤਰ੍ਹਾਂ ਇਹਨੂੰ ਸਮੁੱਚਤਾ ਨੂੰ ਵੇਖੋਗੇ ਤਾਂ ਰੱਬ ਨਜ਼ਰੀ ਪਵੇਗਾ। ਅਲੱਗ-ਅਲੱਗ ਦੇਖੋਗੇ, ਕੋਈ ਧਰਤੀ ਦਿਸੇਗੀ, ਕੋਈ ਚੰਦਰਮਾ ਦਿਸੇਗਾ, ਸੂਰਜ ਦਿਸਣਗੇ, ਅਲੱਗ-ਅਲੱਗ ਅੰਗ ਨਜ਼ਰੀ ਪੈਣਗੇ। ਤਾਂ ਇਹ ਸਮੁੱਚਤਾ ਹੀ ਰੱਬ ਹੈ। ਅਗਲਾ ਬਚਨ ਕਰਦੇ ਨੇ, ਅਵਰੋ ਨਾ ਜਾਣ ਹੈ ਸ਼ਬਦ ਗੁਰ ਕੈ, ਏਕ ਨਾਮ ਧਿਆਵ ਹੈ। ਹੁਣ ਇੱਥੇ ਧਿਆਵ ਹੈ ਲਿਖਿਆ ਹੈ ਨਾ, ਤਾਂ ਇਹ ਸਤਕਾਰ ਵਜੋਂ ਹੈ। ਬਹੁਵਚਨੀ ਸ਼ਬਦ, ਜਿਵੇਂ ਅਸੀਂ ਕਹਿਣਾ ਹੁੰਦਾ ਨਾ ਵੀ ਵੀਰ ਤੂੰ ਪਾਣੀ ਲਿਆ, ਹੁਣ ਇੱਕ ਵਚਨੀ ਸ਼ਬਦ ਹੈ ਤੂੰ। ਤੇ ਜਦੋਂ ਅਸੀਂ ਕਹਿੰਦੇ ਨਾ ਤੁਸੀਂ ਪਾਣੀ ਲਿਆਓ, ਤਾਂ ਸ਼ਬਦ ਉਹ ਵੀ ਇੱਕ ਨੂੰ ਹੀ ਕਿਹਾ ਹੁੰਦਾ ਹੈ, ਲੇਕਿਨ ਸਤਕਾਰ ਵਜੋਂ ਕਹਿ ਰਹੇ ਹੁੰਦੇ ਆ। ਇੱਥੇ ਸਿਹਾਰੀ ਨੂੰ ਹੀ ਲਾਂ ਦੇ ਰੂਪ ਦੇ ਅੰਦਰ ਵਰਤਿਆ ਹੈ। ਧਿਆਵੇਂ ਦਾ ਮਤਲਬ ਧਿਆਉਂਦੇ ਹਨ। ਤਾਂ ਗੁਰੂ ਅਮਰਦਾਸ ਜੀ ਸਤਿਗੁਰ ਦੇ ਸ਼ਬਦ ਦੀ ਬਰਕਤ ਦੇ ਨਾਲ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦੇ, ਉਸ ਵਰਗਾ ਹੋਰ ਕਿਸੇ ਨੂੰ ਨਹੀਂ ਸਮਝਦੇ, ਕੇਵਲ ਇੱਕ ਨਾਮ ਨੂੰ ਧਿਆਉਂਦੇ ਹਨ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬੀ ਗੁਣ। ਰੱਬ ਦੇ ਹੁਕਮ ਨੂੰ ਹੀ ਚਾਰ ਚੁਫੇਰੇ ਵਰਤਦਾ ਹੋਇਆ ਦੇਖਦੇ ਹਨ, ਇੱਕ ਸੱਚ ਨੂੰ ਹੀ ਸਿਮਰਦੇ ਹਨ, ਇੱਕ ਰੱਬ ਨੂੰ ਹੀ ਚਾਰ ਚੁਫੇਰੇ ਵੇਖਦੇ ਹਨ, ਇੱਕ ਤੋਂ ਬਿਨਾਂ ਹੋਰ ਕੁਛ ਨਹੀਂ ਵੇਖਦੇ। ਕਿ ਇੱਕ ਹੀ ਚਾਰ ਚੁਫੇਰੇ ਪਸਰਿਆ ਹੋਇਆ, ਉਸ ਇੱਕ ਦੇ ਗੁਣਾਂ ਦੇ ਨਾਲ ਸਾਂਝ ਪਾਉਂਦੇ ਨੇ, ਉਸ ਇੱਕ ਦੇ ਹੁਕਮ ਨੂੰ ਹੀ ਉਹ ਧਿਆਉਂਦੇ ਨੇ, ਧਿਆਨ ਵਿੱਚ ਧਰਦੇ ਹਨ। ਕਿਉਂਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਅਗਲਾ ਬਚਨ ਪਾਤਸ਼ਾਹ ਜੀ ਕਰਦੇ ਹੈ, ਬਾਬਾ ਸੁੰਦਰ ਜੀ ਕਰਦੇ ਹਨ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ। ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੇ ਨਾਲ ਉਹ ਸੱਚੇ ਦਰਜੇ ਨੂੰ ਪ੍ਰਾਪਤ ਕਰ ਚੁੱਕੇ ਹਨ। ਪਰਮ ਪਦਵੀ, ਉੱਚਾ ਦਰਜਾ। ਕਿਹੜਾ ਉੱਚਾ ਦਰਜਾ? ਜਿੱਥੇ ਜਾ ਕੇ ਇਨਸਾਨ ਰੱਬ ਵਿੱਚ ਮਿਲ ਕੇ ਰੱਬ ਦਾ ਰੂਪ ਹੋ ਜਾਂਦਾ ਹੈ। ਜਿਵੇਂ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਨਾ, ਅਬ ਤੋਂ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿਨ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਤਾਂ ਬਾਬਾ ਸੁੰਦਰ ਜੀ ਕਹਿੰਦੇ ਹਨ, ਗੁਰੂ ਨਾਨਕ ਔਰ ਗੁਰੂ ਅੰਗਦ ਦੇਵ ਜੀ ਦੀ ਰਹਿਮਤ ਸਦਕਾ, ਉਹਨਾਂ ਦੇ ਗਿਆਨ ਉਪਦੇਸ਼ ਸਦਕਾ ਗੁਰੂ ਅਮਰਦਾਸ ਜੀ ਉਸ ਪਰਮ ਪਦਵੀ ਨੂੰ ਪ੍ਰਾਪਤ ਹਨ, ਯਾਨੀ ਰੱਬ ਦਾ ਰੂਪ ਹਨ, ਰੱਬ ਦੇ ਅੰਦਰ ਸਮਾਏ ਹੋਏ ਹਨ। ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ। ਹਕਾਰਾ ਦਾ ਮਤਲਬ ਹੈ ਸੱਦਾ, ਹਕਾਰਾ ਦਾ ਮਤਲਬ ਹਾਕ, ਹੁਕਮ। ਚੱਲਣ ਵਾਰਾ ਦਾ ਮਤਲਬ ਚੱਲਣ ਦਾ। ਹੁਣ ਚੱਲਣ ਦਾ ਮਤਲਬ ਹੈ ਸਰੀਰ ਤਿਆਗਣ ਦਾ, ਸਰੀਰ ਦੇ ਅੰਤ ਦਾ। ਤਾਂ ਗੁਰੂ ਅਮਰਦਾਸ ਜੀ ਅਕਾਲ ਪੁਰਖ ਦੇ ਨਾਮ ਵਿੱਚ ਲੀਨ ਸੀ,
ਧੁਰੋਂ ਉਸ ਤੇ ਚੱਲਣ ਦਾ ਸੱਦਾ ਆਇਆ, ਯਾਨੀ ਜਦੋਂ ਸਰੀਰ ਤਿਆਗਣ ਦਾ ਸਮਾਂ ਆਇਆ, ਉਦੋਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਉਸ ਨਾਮ ਅੰਦਰ, ਸੱਚ ਦੇ ਅੰਦਰ ਲੀਨ ਨੇ। ਭਾਵ ਕਿ ਗੁਰੂ ਅਮਰਦਾਸ ਜੀ ਮਹਾਰਾਜ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਵਿੱਚ ਸਮਾਏ ਹੋਏ ਹਨ, ਉਸ ਦਾ ਰੂਪ ਹਨ। ਲੇਕਿਨ ਸਰੀਰ ਤਿਆਗਣ ਦਾ ਸੱਦਾ ਆਇਆ ਦਾ ਮਤਲਬ ਸਰੀਰ ਤਿਆਗਣ ਦਾ ਸਮਾਂ ਆ ਗਿਆ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਗੁਰੂ ਅਮਰਦਾਸ ਜੀ ਨੇ ਜਗਤ ਵਿੱਚ ਰਹਿੰਦਿਆਂ, ਜਗ ਦੇ ਗੱਗੇ ਨਾਲ ਸਿਹਾਰੀ ਹੈ, ਜਗਤ ਵਿੱਚ ਰਹਿੰਦਿਆਂ ਅਮਰ ਅਟਲ ਅਤੋਲ ਠਾਕੁਰ ਨੂੰ ਭਗਤੀ ਰਾਹੀਂ ਪਾ ਲਿਆ। ਯਾਨੀ ਭਗਤੀ ਦਾ ਮਤਲਬ ਰੱਬ ਦੀ ਰਜ਼ਾ ਵਿੱਚ ਤੁਰਿਆ, ਰੱਬ ਦੀ ਸਿਫਤ ਸਲਾਹ ਕਰਕੇ ਉਸ ਪ੍ਰਭੂ ਨੂੰ ਪਾ ਲਿਆ, ਯਾਨੀ ਉਹਦੇ ਵਿੱਚ ਲੀਨ ਹੋ ਗਏ। ਕਦੋਂ? ਜਗਤ ਦੇ ਵਿੱਚ ਰਹਿੰਦਿਆਂ, ਜ਼ਿੰਦਗੀ ਜੀਂਦਿਆਂ, ਸਰੀਰਕ ਜੀਵਨ ਦੇ ਸਮੇਂ ਹੀ। ਤਾਂ ਸਾਨੂੰ ਵੀ ਇਥੋਂ ਉਪਦੇਸ਼ ਮਿਲਦਾ ਹੈ ਕਿ ਅਸੀਂ ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀ ਕੇ, ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਕੇ, ਆਪਣੀ ਹੋਂਦ ਨੂੰ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਵਿੱਚ ਲੀਨ ਹੋ ਕੇ ਰੱਬ ਦੇ ਰੂਪ ਹੋ ਸਕਦੇ ਹਾਂ। ਹਰ ਇਨਸਾਨ ਉਸ ਪ੍ਰਭੂ ਨੂੰ ਪਾ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਵਿੱਚ ਹੈ। ਤਾਂ ਸੰਸਾਰ ਵਿੱਚ ਰਹਿੰਦਿਆਂ, ਪ੍ਰਭੂ ਦੇ ਗੁਣ ਗਾਉਂਦਿਆਂ, ਰੱਬੀ ਰਜ਼ਾ ਵਿੱਚ ਤੁਰਦਿਆਂ ਅਮਰ ਅਟਲ ਔਰ ਅਤੋਲ ਠਾਕੁਰ ਨੂੰ ਗੁਰੂ ਅਮਰਦਾਸ ਜੀ ਨੇ ਪਾ ਲਿਆ, ਭਾਵ ਉਹਦੇ ਵਿੱਚ ਲੀਨ ਹੋ ਗਏ। ਹਰ ਭਾਣਾ ਗੁਰ ਭਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਹਰ ਭਾਣਾ ਦਾ ਮਤਲਬ ਰੱਬ ਦੀ ਰਜ਼ਾ, ਹੁਕਮ। ਗੁਰ ਭਾਇਆ ਦਾ ਮਤਲਬ ਗੁਰੂ ਨੂੰ ਪਿਆਰਾ ਲੱਗਾ, ਕਿਉਂਕਿ ਗੁਰੂ ਅਮਰਦਾਸ ਜੀ ਰੱਬੀ ਰਜ਼ਾ ਵਿੱਚ ਵਿਚਰਨ ਵਾਲੇ ਨੇ। ਗੁਰੂ ਘਰ ਦਾ ਸਿਧਾਂਤ ਹੀ ਇਹ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਇਹ ਨਿਯਮ ਵੀ ਚੱਲਿਆ ਆ ਰਿਹਾ ਹੈ ਕਿ ਇਹ ਸਾਰਾ ਸੰਸਾਰ ਹੁਕਮ ਦੇ ਅੰਦਰ ਚੱਲੇਗਾ, ਹੁਕਮ ਦੇ ਅੰਦਰ ਚੱਲ ਰਿਹਾ ਹੈ, ਹੁਕਮ ਵਿੱਚ ਚੱਲਦਾ ਰਹੇਗਾ। ਯਾਨੀ ਇੱਥੇ ਇੱਕ ਅਟਲ ਬੱਝਵੇਂ ਨਿਯਮ ਵਰਤ ਰਹੇ ਨੇ, ਉਹਨਾਂ ਨਿਯਮਾਂ ਦੇ ਅੰਦਰ ਹੀ ਸਾਰਾ ਸੰਸਾਰ ਚੱਲਦਾ ਹੈ। ਜਿਹੜਾ ਇਸ ਹੁਕਮ, ਰਜ਼ਾ, ਭਾਣੇ, ਸਿਸਟਮ ਵਿੱਚ ਚੱਲੇਗਾ, ਉਹਦਾ ਜੀਵਨ ਸਫਲਾ ਹੋਏਗਾ, ਉਹ ਰੱਬ ਦਾ ਰੂਪ ਹੋ ਜਾਏਗਾ, ਉਹਦੀ ਜ਼ਿੰਦਗੀ ਜਿਹੜੀ ਹੈ ਸਫਲ ਔਰ ਸੁਚੱਜੀ ਹੋ ਜਾਏਗੀ। ਇਹ ਅਸੀਂ ਪਾਵਨ ਬਾਣੀ ਰਾਹੀਂ ਸਿੱਖ ਰਹੇ ਹਾਂ ਔਰ ਗੁਰੂ ਜੀ ਸਾਨੂੰ ਇਹ ਉਪਦੇਸ਼ ਦੇ ਰਹੇ ਨੇ। ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਗੁਰੂ ਪ੍ਰਭੂ ਦੇ ਪਾਸ ਜਾ ਰਹੇ ਹਨ, ਯਾਨੀ ਆਪਣੇ ਸਰੀਰ ਨੂੰ ਤਿਆਗ ਰਹੇ ਹਨ। ਹੁਣ ਰੱਬ ਜਿਹੜਾ ਹੈ ਉਹ ਇਸ ਸੰਸਾਰ ਦੇ ਵਿੱਚ ਹੀ ਹੈ। ਮਨ ਕਰਕੇ ਗੁਰੂ ਜੀ ਉਸ ਪ੍ਰਭੂ ਦਾ ਹੀ ਰੂਪ ਨੇ, ਉਹਦੇ ਵਿੱਚ ਲੀਨ ਨੇ। ਤੇ ਹੁਣ ਸਰੀਰ ਵੀ ਇਸ ਸੰਸਾਰ ਦੇ ਅੰਦਰ ਹੀ ਲੀਨ ਹੋ ਜਾਏਗਾ, ਭਾਵ ਕਿ ਉਹ ਸਰੀਰ ਦਾ ਤਿਆਗ ਕਰ ਰਹੇ ਹਨ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਹਰ ਭਾਣਾ ਗੁਰ ਭਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਗੁਰੂ ਹਰੀ ਦੇ ਪਾਸ ਜਾ ਰਿਹਾ ਹੈ, ਭਾਵ ਕਿ ਗੁਰੂ ਜੀ ਸਰੀਰ ਤਿਆਗ ਰਹੇ ਨੇ। ਸਤਿਗੁਰ ਕਰੇ ਹਰ ਪਹਿ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਬਾਬਾ ਸੁੰਦਰ ਜੀ ਕਹਿੰਦੇ ਨੇ ਕਿ ਗੁਰੂ ਅਮਰਦਾਸ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਮੇਰੀ ਪੈਜ ਰੱਖੋ, ਮੇਰੀ ਲਾਜ ਰੱਖੋ, ਮੈਨੂੰ ਆਪਣੇ ਚਰਨਾਂ ਦੀ ਸ਼ਰਨ ਬਖਸ਼ੋ। ਪੈਜ ਰਾਖੋ ਹਰ ਜਨਹਿ ਕੇਰੀ, ਹਰ ਦੇਹੋ ਨਾਮ ਨਿਰੰਜਨੋ। ਨਿਰੰਜਨੋ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ, ਮਾਇਆ ਦੀ ਮੈਲ ਤੋਂ ਸੁਤੰਤਰ। ਕਿ ਹੇ ਪ੍ਰਭੂ, ਆਪਣੇ ਸੇਵਕਾਂ ਦੀ ਲਾਜ ਰੱਖ ਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖਸ਼, ਆਪਣਾ ਹੁਕਮ ਬਖਸ਼। ਰੱਬ ਦਾ ਜੋ ਹੁਕਮ ਹੈ, ਰੱਬੀ ਜੋ ਗੁਣ ਨੇ, ਉਹੀ ਸਾਨੂੰ ਮਾਇਆ ਦੇ ਵਿੱਚ ਲੈ ਪਾਏਮਾਨ ਹੋਣ ਤੋਂ ਬਚਾ ਸਕਦੇ ਹਨ। ਫਾਰ ਐਗਜ਼ਾਮਪਲ, ਅਸੀਂ ਝੂਠ ਬੋਲ ਰਹੇ ਹਾਂ, ਅਸੀਂ ਲਾਲਚ ਵਿੱਚ ਲਿਪਾਏਮਾਨ ਹਾਂ, ਤਾਂ ਜੋ ਰੱਬੀ ਗੁਣ ਹੈ ਸੱਚ, ਉਹੀ ਸਾਨੂੰ ਝੂਠ ਤੋਂ ਬਚਾ ਸਕਦਾ ਹੈ। ਰੱਬੀ ਗੁਣ ਹੈ ਸੰਤੋਖ, ਦਇਆ, ਧਰਮ, ਇਹੀ ਸਾਨੂੰ ਵਿਕਾਰਾਂ ਤੋਂ ਬਚਾ ਸਕਦੇ ਹਨ। ਤਾਂ ਰੱਬੀ ਜੋ ਗੁਣ ਨੇ ਉਹ ਇਹਨਾਂ ਵਿਕਾਰਾਂ ਤੋਂ ਬਚਾਉਣ ਵਾਲੇ ਹਨ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਹੇ ਪ੍ਰਭੂ, ਆਪਣੇ ਪਿਆਰਿਆਂ ਦੀ ਲਾਜ ਰੱਖੋ ਔਰ ਆਪਣੇ ਪਿਆਰਿਆਂ ਨੂੰ ਮਾਇਆ ਦੀ ਮੈਲ ਤੋਂ ਰਹਿਤ ਕਰਨ ਵਾਲੇ ਗੁਣਾਂ ਦੀ, ਨਾਮ ਦੀ, ਹੁਕਮ ਦੀ ਦਾਤ ਬਖਸ਼ੋ। ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ।
ਅੰਤ ਦਾ ਮਤਲਬ ਅੰਤ ਨੂੰ, ਅੰਤ ਵਿੱਚ, ਅੰਤ ਸਮੇਂ, ਚਲਦਿਆਂ ਹੋਏ ਬੇਲੀ। ਚਲਦਿਆਂ ਦਾ ਮਤਲਬ ਜਦੋਂ ਬੰਦੇ ਦੀ ਮੌਤ ਹੁੰਦੀ ਹੈ। ਜਮਦੂਤ ਜਿਹੜੇ ਵਿਕਾਰ ਨੇ, ਕਾਲ ਦਾ ਮਤਲਬ ਆਤਮਿਕ ਮੌਤ, ਨਿਖੰਜਨ ਦਾ ਮਤਲਬ ਹੈ ਖਤਮ ਕਰਨ ਵਾਲੇ, ਨਾਸ ਕਰਨ ਵਾਲਾ। ਕਿ हे ਮਾਲਕ, ਜੋ ਤੇਰਾ ਨਾਮ ਅੰਤ ਚਲਦਿਆਂ ਨਾਲ ਚੱਲਦਾ ਹੈ। ਹੁਣ ਅੰਤ ਸਮਾਂ ਕੀ ਹੈ? ਦੇਖੋ, ਸਰੀਰ ਕਰਕੇ ਤਾਂ ਜਗਤ ਵਿੱਚ ਕਿਸੇ ਨੇ ਵੀ ਇੱਥੇ ਕਾਇਮ ਨਹੀਂ ਰਹਿਣਾ। ਸਰੀਰ ਕਰਕੇ ਗੁਰੂ ਸਾਹਿਬਾਨ ਵੀ ਸੰਸਾਰ ਵਿੱਚ ਨਹੀਂ ਹਨ। ਸਰੀਰ ਕਰਕੇ ਇਸ ਦੁਨੀਆ ਵਿੱਚ ਕੋਈ ਵੀ ਸਦਾ ਨਹੀਂ ਰਹਿੰਦਾ। ਬੇਸ਼ੱਕ ਹਜ਼ਾਰਾਂ ਸਾਲ ਦੀ ਜ਼ਿੰਦਗੀ ਮਿਲ ਜਾਏ, ਸਰੀਰ ਤਾਂ ਵੀ ਮਰਨਾ ਪੈਂਦਾ ਹੈ, ਸਰੀਰ ਤਿਆਗਣਾ ਪੈਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਜੇ 100 ਵਰਿਆਂ ਜੀਵਣਾ ਵੀ ਤਨ ਹੋ ਸਿੱਖੇ, ਤਾਂ ਵੀ ਸਰੀਰ ਨੇ ਖੇ ਹੋ ਜਾਣਾ ਹੈ। ਹਜ਼ਾਰਾਂ ਸਾਲ ਜ਼ਿੰਦਗੀ ਮਿਲ ਜਾਏ, ਸੈਂਕੜੇ ਸਾਲ ਵੀ ਮਿਲ ਜਾਏ, ਤਾਂ ਅਸਲੀ ਅੰਤ ਕੀ ਹੈ, ਅਸਲੀ ਮੌਤ ਕੀ ਹੈ, ਇਹ ਅਸੀਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ। ਅਸਲੀ ਮੌਤ ਹੈ ਸੱਚ ਦੇ ਨਾਲੋਂ ਟੁੱਟ ਜਾਣਾ। ਅਸਲੀ ਮੌਤ ਹੈ ਜ਼ਮੀਰ ਦਾ ਮਰ ਜਾਣਾ। ਅਸਲੀ ਮੌਤ ਹੈ ਆਤਮਕ ਮੌਤ ਦਾ ਹੋ ਜਾਣਾ। ਜਿਵੇਂ ਗੁਰੂ ਜੀ ਕਹਿੰਦੇ ਨੇ, ਆਖਾਂ ਜੀਵਾਂ ਵਿਸਰੇ ਮਰ ਜਾऊं, ਜਦੋਂ ਪ੍ਰਭੂ ਮੈਂ ਤੇਰੇ ਨਾਮ ਦਾ ਚਿੰਤਨ ਕਰਦਾ ਹਾਂ, ਤੇਰੀ ਸਿੱਖ ਸਲਾਹ ਕਰਦਾ ਹਾਂ, ਮੈਂ ਤੇਰੀ ਰਜ਼ਾ ਵਿੱਚ ਤੁਰਦਾ ਹਾਂ, ਉਦੋਂ ਤੱਕ ਮੈਂ ਜਿਉਂਦਾ ਹਾਂ। ਜਦੋਂ ਮੈਂ ਤੇਰੇ ਗੁਣਾਂ ਨਾਲੋਂ ਟੁੱਟਦਾ, ਉਦੋਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਅਸਲ ਦੇ ਅੰਦਰ ਜਿਉਂਦਾ ਇਨਸਾਨ ਉਹ ਹੈ ਜਿਸ ਦੇ ਮਨ ਦੇ ਅੰਦਰ ਰੱਬ ਦੇ ਗੁਣ ਵਸ ਗਏ ਨੇ, ਸੱਚ ਵਸ ਗਿਆ ਹੈ। ਬਾਕੀ ਤਾਂ ਜਿਉਂਦੀ ਹੋਈ ਲਾਸ਼ ਹੀ ਰਹਿ ਜਾਂਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਆਤਮਕ ਮੌਤ ਸਮੇਂ ਸਾਥ ਦਿੰਦਾ ਹੈ, ਬੇਲੀ ਹੁੰਦਾ ਹੈ, ਭਾਵ ਜੋ ਆਤਮਕ ਮੌਤ ਤੋਂ ਬਚਾਉਂਦਾ ਹੈ। ਜਮਦੂਤ ਦਾ ਮਤਲਬ ਜੋ ਵਿਕਾਰ ਨੇ, ਇਹਨਾਂ ਨੂੰ ਖਤਮ ਕਰਨ ਵਾਲਾ ਹੈ। ਉਸ ਨਾਮ ਦੀ ਦਾਤ ਆਪਣੇ ਪਿਆਰਿਆਂ ਨੂੰ ਬਖਸ਼ੋ। ਤੇਰਾ ਨਾਮ ਹੀ ਬੰਦੇ ਨੂੰ, ਤੇਰਾ ਜੋ ਗੁਣ ਹੈ, ਤੇਰੇ ਸਿਫਤ ਸਲਾਹ ਹੈ, ਤੇਰੀ ਰਜ਼ਾ ਪਾਣਾ ਹੈ। हे ਮਾਲਕ ਜੀ, ਇਹੀ ਬੰਦੇ ਨੂੰ ਆਤਮਕ ਮੌਤ ਤੋਂ ਬਚਾਉਣ ਵਾਲਾ ਹੈ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਪਾਈ ਦਾ ਮਤਲਬ ਪਾਈ ਹੋਈ, ਕੀਤੀ ਹੋਈ। ਤਾਂ ਬਾਬਾ ਸੁੰਦਰ ਜੀ ਕਹਿੰਦੇ ਨੇ, ਸਤਿਗੁਰ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸ ਅਕਾਲ ਪੁਰਖ ਨੇ ਸੁਣ ਲਈ। ਜੋ ਪ੍ਰਭੂ ਦਾ ਪਿਆਰਾ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਦਾ ਹੈ, ਉਹ ਸੁਣੀ ਜਾਂਦੀ ਹੈ, ਕਿਉਂਕਿ ਉਹ ਪ੍ਰਭੂ ਹਰ ਇੱਕ ਦੇ ਅੰਦਰ ਬੈਠਾ ਹੈ। ਤੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੋ ਅਸੀਂ ਅਰਦਾਸ ਕਰਦੇ ਹਾਂ, ਅਸਲ ਦੇ ਅੰਦਰ ਅਸੀਂ ਆਪਣੇ ਨਾਲ ਵੀ ਇੱਕ ਕਮਿਟਮੈਂਟ ਕਰਦੇ ਹਾਂ, ਪ੍ਰਤਿਗਿਆ ਕਰਦੇ ਹਾਂ, ਰੱਬ ਦੇ ਨਾਲ ਪ੍ਰਤਿਗਿਆ ਕਰਦੇ ਹਾਂ, ਆਪਣੇ ਆਪ ਨਾਲ ਪ੍ਰਤਿਗਿਆ ਕਰਦੇ ਹਾਂ, ਇੱਕ ਐਲਾਨ ਕਰਦੇ ਹਾਂ ਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ ਔਰ ਇਸ ਕੰਮ ਦੀ ਸੰਪੂਰਨਤਾ ਤੱਕ ਇਮਾਨਦਾਰੀ ਦੇ ਨਾਲ ਅਸੀਂ ਇਹਦੇ ਵਿੱਚ ਯਤਨਸ਼ੀਲ ਰਹਾਂਗੇ। ਤਾਂ ਗੁਰੂ ਦੀ ਕੀਤੀ ਅਰਦਾਸ ਪ੍ਰਭੂ ਨੇ ਸੁਣ ਲਈ, ਯਾਨੀ ਗੁਰੂ ਅਮਰਦਾਸ ਜੀ ਉਸ ਮਾਲਕ ਦੇ ਵਿੱਚ ਹਮੇਸ਼ਾ ਲੀਨ ਰਹੇ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧੰਨ ਧੰਨ ਕਹੇ ਸ਼ਾਬਾਸ਼ ਜੀਓ। ਗੁਰੂ ਅਮਰਦਾਸ ਜੀ ਤੇ ਪ੍ਰਭੂ ਨੇ ਮਿਹਰ ਕੀਤੀ। ਗੁਰੂ ਅਮਰਦਾਸ ਜੀ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ, ਮਿਲਾ ਲਿਆ ਔਰ ਗੁਰੂ ਅਮਰਦਾਸ ਜੀ ਨੂੰ ਧੰਨ ਧੰਨ ਆਖਿਆ, ਸ਼ਾਬਾਸ਼ ਆਖਿਆ। ਭਾਵ ਕਿ ਗੁਰੂ ਅਮਰਦਾਸ ਜੀ ਨੂੰ ਇਸ ਸੰਸਾਰ ਦੇ ਅੰਦਰ ਮਾਣ, ਆਦਰ ਔਰ ਸਤਿਕਾਰ ਮਿਲਿਆ। ਉਹਨਾਂ ਦਾ ਜੋ ਜੀਵਨ ਹੈ ਉਹ ਸਫਲ ਹੋਇਆ। ਉਹਨਾਂ ਨੇ ਸੰਸਾਰ ਨੂੰ ਮਹਾਨ ਵੱਡੀ ਦੇਣ ਜਿਹੜੀ ਹੈ ਦਿੱਤੀ। ਤਾਂ ਇਸ ਸੰਸਾਰ ਦੇ ਅੰਦਰ ਜਨਮ ਲੈ ਕੇ ਜੋ ਮਨੁੱਖ ਪ੍ਰਭੂ ਦੇ ਅੰਦਰ ਮਿਲ ਜਾਂਦਾ ਹੈ, ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਂਦਾ ਹੈ, ਉਸ ਮਨੁੱਖ ਦਾ ਆਉਣਾ ਸਫਲਾ ਹੋ ਜਾਂਦਾ ਹੈ। ਤਾਂ ਗੁਰੂ ਅਮਰਦਾਸ ਜੀ ਪਰਥਾਏ ਬਾਬਾ ਸੁੰਦਰ ਜੀ ਕਹਿ ਰਹੇ ਨੇ, ਪ੍ਰਭੂ ਨੇ ਰਹਿਮਤ ਕਰਕੇ ਗੁਰੂ ਅਮਰਦਾਸ ਜੀ ਨੂੰ ਆਪਣੇ ਨਾਲ ਮਿਲਾਇਆ ਔਰ ਉਹਨਾਂ ਨੂੰ ਮਾਣ ਬਖਸ਼ਿਸ਼ ਹੋਇਆ। ਹੁਣ ਅਗਲਾ ਬਚਨ ਕਰਦੇ ਨੇ, ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਮੇਰੇ ਹਰ ਭਾਣਾ ਦਾ ਮਤਲਬ ਮੇਰੇ ਅਕਾਲ ਪੁਰਖ ਨੂੰ ਚੰਗਾ ਲੱਗਾ ਹੈ। ਭਾਣਾ ਦਾ ਮਤਲਬ ਹੁੰਦਾ ਹੈ ਭਾਨਾ। ਮੇਰੇ ਦਾ ਮਤਲਬ ਮੇਰੇ ਰੱਬ ਨੂੰ, ਮੇਰੇ ਹਰੀ ਨੂੰ। ਆਓ ਮੈਂ ਪਾਸ ਜੀਓ, ਕਿ ਮੈਂ ਰੱਬ ਦੇ ਕੋਲ ਜਾਵਾਂ, ਭਾਵ ਸਰੀਰ ਨੂੰ ਤਿਆਗਾਂ। ਤਾਂ ਬਾਬਾ ਸੁੰਦਰ ਜੀ ਕਹਿੰਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਮੇਰੇ ਸਿੱਖੋ, ਮੇਰੇ ਪੁੱਤਰੋ, ਮੇਰੇ ਭਰਾਵੋ ਸੁਣੋ, ਅਕਾਲ ਪੁਰਖ ਨੂੰ ਇਹ ਚੰਗਾ ਲੱਗਾ ਹੈ
ਅਤੇ ਮੈਨੂੰ ਹੁਕਮ ਹੋਇਆ ਹੈ ਕਿ ਮੇਰੇ ਕੋਲ ਆਓ, ਭਾਵ ਕਿ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ। ਇਹ ਪ੍ਰਭੂ ਦਾ ਭਾਣਾ ਹੈ, ਇਹ ਰੱਬ ਦੀ ਰਜ਼ਾ ਹੈ। ਤਾਂ ਸਰੀਰ ਤਿਆਗਣ ਸਮੇਂ ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰਾਂ, ਭਰਾਵਾਂ, ਸਿੱਖਾਂ ਨੂੰ ਇਹ ਬਚਨ ਕਹੇ ਕਿ ਰੱਬ ਦਾ ਭਾਣਾ, ਰੱਬ ਦੀ ਰਜ਼ਾ, ਰੱਬ ਦਾ ਹੁਕਮ ਹੀ ਐਸਾ ਹੈ ਕਿ ਹਰ ਇਨਸਾਨ ਨੂੰ ਸਰੀਰ ਤਿਆਗਣਾ ਪੈਂਦਾ ਹੈ। ਹੁਣ ਮੇਰਾ ਸਰੀਰ ਤਿਆਗਣ ਦਾ ਸਮਾਂ ਹੈ, ਇਸ ਲਈ ਤੁਸੀਂ ਸਾਰੇ ਮੇਰੇ ਕੋਲ ਆਓ। ਹਰ ਭਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ੀ। ਹਰ ਭਾਣਾ ਦਾ ਮਤਲਬ ਹਰੀ ਦਾ ਭਾਣਾ, ਰਜ਼ਾ, ਹੁਕਮ। ਗੁਰ ਪਾਇਆ ਦਾ ਮਤਲਬ ਗੁਰੂ ਨੂੰ ਮਿੱਠਾ ਲੱਗਾ ਹੈ। ਕਰੇ ਸ਼ਾਬਾਸ਼ ਦਾ ਮਤਲਬ ਸ਼ਾਬਾਸ਼ ਮਿਲ ਰਹੀ ਹੈ। ਤਾਂ ਬਾਬਾ ਸੁੰਦਰ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ ਮਿੱਠੀ ਲੱਗੀ ਹੈ ਔਰ ਮੈਨੂੰ ਸ਼ਾਬਾਸ਼ੀ ਮਿਲ ਰਹੀ ਹੈ। ਯਾਨੀ ਜੋ ਵੀ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਉਹਦਾ ਜੋ ਜੀਵਨ ਹੈ ਧੰਤਾ ਯੋਗ ਹੋ ਜਾਂਦਾ ਹੈ ਔਰ ਪ੍ਰਭੂ ਦੀ ਖੁਸ਼ੀ ਦਾ ਉਹ ਬੰਦਾ ਪਾਤਰ ਬਣ ਜਾਂਦਾ ਹੈ। ਤਾਂ ਬਾਬਾ ਸੁੰਦਰ ਜੀ ਕਹਿੰਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ, ਸੰਗਤਾਂ ਨੂੰ ਇਹ ਬਚਨ ਕੀਤਾ ਕਿ ਪ੍ਰਭੂ ਦੀ ਰਜ਼ਾ ਦੇ ਵਿੱਚ ਮੈਂ ਰਾਜੀ ਹਾਂ ਔਰ ਮੈਨੂੰ ਪ੍ਰਭੂ ਦੀ ਬਖਸ਼ਿਸ਼ ਹਾਸਲ ਹੋਈ ਹੈ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਪਾਵੈ। ਗੁਰੂ ਦਾ ਪਿਆਰਾ, ਸਤਿਗੁਰੂ ਦਾ ਪਿਆਰਾ ਭਗਤ, ਰੱਬ ਦਾ ਪਿਆਰਾ ਉਹੋ ਹੀ ਹੈ ਜਿਸ ਹਰ ਪ੍ਰਭ ਭਾਣਾ ਪਾਵੈ। ਜਿਹਨੂੰ ਰੱਬ ਦਾ ਭਾਣਾ ਪਾਉਂਦਾ ਹੈ, ਜਿਹਨੂੰ ਰੱਬ ਦਾ ਭਾਣਾ ਚੰਗਾ ਲੱਗਦਾ ਹੈ, ਉਹ ਮਨੁੱਖ ਪੂਰਾ ਗੁਰੂ ਹੈ। ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ, ਰੱਬ ਦਾ ਪਿਆਰਾ ਹੈ, ਜਿਸ ਨੂੰ ਰੱਬ ਦਾ ਭਾਣਾ ਚੰਗਾ ਲੱਗਦਾ ਹੈ। ਤਾਂ ਬਾਬਾ ਸੁੰਦਰ ਜੀ ਕਹਿ ਰਹੇ ਹਨ ਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮਹਾਨ ਨੇ, ਜਿਨ੍ਹਾਂ ਨੂੰ ਪ੍ਰਭੂ ਦਾ ਭਾਣਾ ਪਿਆਰਾ ਲੱਗ ਰਿਹਾ ਹੈ, ਜੋ ਪ੍ਰਭੂ ਦੇ ਭਾਣੇ ਨਾਲ ਪ੍ਰੀਤ ਕਰਦੇ ਹਨ, ਰੱਬੀ ਰਜ਼ਾ ਦੇ ਅੰਦਰ ਤੁਰਦੇ ਹਨ। ਉਹ ਮਹਾਨ ਹਨ ਔਰ ਉਹ ਇਨਸਾਨ ਹੀ ਗੁਰੂ ਦਾ ਸਿੱਖ ਔਰ ਪਿਆਰਾ ਹੁੰਦਾ ਹੈ, ਜਿਸ ਨੂੰ ਪ੍ਰਭੂ ਦਾ ਭਾਣਾ ਚੰਗਾ ਲੱਗੇ। ਭਾਣਾ ਦਾ ਮਤਲਬ ਹੈ ਹੁਕਮ। ਹੁਣ ਸਾਡੀ ਪ੍ਰੋਬਲਮ ਇਹ ਹੈ ਆਮ ਬੰਦੇ ਦੀ ਕਿ ਉਹਨਾਂ ਨੇ ਭਾਣੇ ਨੂੰ ਸਿਰਫ ਦੁੱਖਾਂ ਦੇ ਨਾਲ ਜੋੜ ਲਿਆ ਹੈ, ਮੌਤ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਪਰ ਭਾਣੇ ਦਾ ਮਤਲਬ ਹੈ ਰਜ਼ਾ। ਜਨਮ ਵੀ ਭਾਣੇ ਵਿੱਚ ਹੀ ਹੈ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਇਹ ਅਸੀਂ ਪਿੱਛੇ ਪੜ੍ਹ ਰਹੇ ਹਾਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਅਸੀਂ ਵਿਚਾਰ ਕਰ ਰਹੇ ਹਾਂ ਕਿ ਜਦੋਂ ਪ੍ਰਭੂ ਦਾ ਭਾਣਾ ਹੁੰਦਾ ਹੈ, ਉਹਨੂੰ ਚੰਗਾ ਲੱਗਦਾ ਹੈ, ਯਾਨੀ ਸਮਾਂ ਹੁੰਦਾ ਹੈ, ਰਜ਼ਾ ਹੁੰਦੀ ਹੈ, ਉਦੋਂ ਹੀ ਜਨਮ ਹੈ। ਜਨਮ ਵੀ ਰਜ਼ਾ ਵਿੱਚ ਹੈ, ਮੌਤ ਵੀ ਰਜ਼ਾ ਵਿੱਚ ਹੈ। ਇਸ ਲਈ ਅਸੀਂ ਭਾਣੇ ਨੂੰ ਕੇਵਲ ਦੁੱਖ ਦੇ ਨਾਲ ਨਹੀਂ ਜੋੜ ਸਕਦੇ। ਭਾਣਾ ਦਾ ਮਤਲਬ ਹੈ ਹੁਕਮ, ਕੁਦਰਤ ਦਾ ਵੱਜਵਾਂ ਨਿਯਮ। ਇਸ ਨਿਯਮ ਦੇ ਅੰਦਰ ਬੰਦਾ ਜਨਮ ਲੈਂਦਾ ਹੈ, ਨਿਯਮ ਦੇ ਅੰਦਰ ਜੀਵਨ ਜੀਂਦਾ ਹੈ ਔਰ ਨਿਯਮ ਦੇ ਅੰਦਰ ਹੀ ਜੀਵਨ ਦੀ ਸਮਾਪਤੀ ਹੋ ਜਾਂਦੀ ਹੈ, ਅੰਤ ਹੋ ਜਾਂਦਾ ਹੈ। ਆਨੰਦ ਅਨਹਦ ਵੱਜੇ ਵਾਜੇ, ਹਰ ਆਪ ਗੱਲ ਮੇਲਾਵੇ। ਜਿਹਨੂੰ ਭਾਣਾ ਚੰਗਾ ਲੱਗਦਾ ਹੈ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਗੁਜ਼ਾਰਦਾ ਹੈ ਜੀਵਨ, ਉਹਨੂੰ ਪ੍ਰਭੂ ਆਪ ਆਪਣੇ ਗੱਲ ਦੇ ਨਾਲ ਮਿਲਾ ਲੈਂਦਾ ਹੈ। ਯਾਨੀ ਅਸੀਂ ਉਹਨੂੰ ਰੱਬ ਦੇ ਨਾਲ ਮਿਲਿਆ ਹੋਇਆ ਸਮਝ ਸਕਦੇ ਹਾਂ, ਜੋ ਰੱਬੀ ਰਜ਼ਾ ਦੇ ਅੰਦਰ ਚੱਲਦਾ ਹੈ। ਤੇ ਉਹਨੂੰ ਮਿਲਦਾ ਕੀ ਹੈ? ਆਨੰਦ ਅਨਹਦ ਵੱਜੇ ਵਾਜੇ। ਆਨੰਦ ਵਾਜੇ ਦਾ ਮਤਲਬ ਆਨੰਦ ਦੇ ਵਾਜੇ, ਅਨਹਦ ਦਾ ਮਤਲਬ ਲਗਾਤਾਰ। ਉਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਆਨੰਦ ਦੇ ਵਾਜੇ ਲਗਾਤਾਰ ਵੱਜਦੇ ਨੇ। ਇਹ ਨਹੀਂ ਕਿ ਉਹਦੇ ਦਸਮ ਦੁਆਰ ਵਿੱਚ ਵਾਜੇ ਵੱਜਦੇ ਨੇ, ਉਹਦੇ ਜੀਵਨ ਵਿੱਚ ਆਨੰਦ ਦੇ ਵਾਜੇ ਵੱਜਦੇ ਨੇ। ਉਹ ਮਨ ਬਚਨ ਕਰਮ ਕਰਕੇ ਆਨੰਦ ਵਿੱਚ ਹਰ ਵਕਤ ਰਹਿੰਦਾ ਹੈ। ਹਰ ਪਲ ਉਹ ਖੁਸ਼ੀ ਵਿੱਚ ਹੈ, ਚੜ੍ਹਦੀ ਕਲਾ ਵਿੱਚ ਹੈ, ਆਨੰਦ ਵਿੱਚ ਹੈ। ਹਰ ਵੇਲੇ ਉਹ ਰੱਬ ਦੇ ਅੰਦਰ ਸਮਾਇਆ ਹੋਇਆ ਹੈ, ਕਿਉਂਕਿ ਉਹ ਰੱਬੀ ਗੱਲ ਦੇ ਨਾਲ ਮਿਲਿਆ ਹੋਇਆ ਨਾ, ਰੱਬੀ ਗੁਣਾਂ ਦੇ ਵਿੱਚ ਇੱਕ ਹੋਇਆ ਹੈ। ਤਾਂ ਉਸ ਮਨੁੱਖ ਦੇ ਜੀਵਨ ਵਿੱਚ ਆਨੰਦ ਦੇ ਵਾਜੇ ਹਮੇਸ਼ਾ ਵੱਜਦੇ ਨੇ, ਭਾਵ ਉਹ ਹਮੇਸ਼ਾ ਆਨੰਦ ਦੇ ਅੰਦਰ ਰਹਿੰਦਾ ਹੈ। ਇਹ ਵਿਚਾਰ ਅਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਵੀ ਕਰ ਚੁੱਕੇ ਹਾਂ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਦਾਸ ਜੀਓ। ਨਿਰਦਾਸ ਦਾ ਮਤਲਬ ਹੈ ਨਿਰਣਾ, ਕਿ ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ, ਮੇਰਾ ਪਰਿਵਾਰ ਹੋ। ਮਨ ਵਿੱਚ ਕਿਆਸ ਕਰਕੇ ਵੇਖੋ, ਨਿਰਦਾਸ ਕਰਕੇ ਵੇਖੋ। ਤੁਸੀਂ ਆਪ ਨਿਰਣਾ ਕਰਕੇ ਵੇਖ ਲਓ। ਗੁਰੂ ਅਮਰਦਾਸ ਜੀ ਕਹਿ ਰਹੇ ਨੇ ਨਿਰਣਾ ਕਰਕੇ ਵੇਖੋ, ਕਿਆਸ ਕਰਕੇ ਵੇਖੋ, ਸੋਚ ਕੇ ਵੇਖ ਲਓ ਕਿ ਕੀ ਕੋਈ ਜਗਤ ਵਿੱਚ ਸਦਾ ਰਹਿ ਸਕਦਾ ਸਰੀਰ ਕਰਕੇ।
ਕਿ ਰੱਬੀ ਰਜ਼ਾ ਤੋਂ ਉਲਟ ਕੁਝ ਹੋ ਸਕਦਾ ਹੈ, ਕਿ ਕੁਦਰਤ ਦੇ ਨਿਯਮਾਂ ਤੋਂ ਬਾਹਰ ਅਸੀਂ ਕੁਝ ਕਰ ਸਕਦੇ ਹਾਂ। ਤੁਸੀਂ ਮੇਰੇ ਪੁੱਤਰੋ, ਭਰਾਵੋ, ਸਿੱਖੋ, ਵਿਚਾਰ ਕੇ ਵੇਖੋ, ਨਿਰਣਾ ਕਰਕੇ ਵੇਖੋ, ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਵੇਖੋ ਕਿ ਕੋਈ ਐਸਾ ਕਰ ਸਕਦਾ ਹੈ? ਨਹੀਂ ਕਰ ਸਕਦਾ। ਸੰਸਾਰ ਤੋਂ ਇੱਕ ਦਿਨ ਹਰ ਇਨਸਾਨ ਨੂੰ ਸਰੀਰ ਕਰਕੇ ਜਾਣਾ ਪੈਂਦਾ ਹੈ, ਭਾਵ ਕਿ ਸਰੀਰ ਤਿਆਗਣਾ ਪੈਂਦਾ ਹੈ, ਭਾਵ ਸਰੀਰ ਦਾ ਅੰਤ ਹੁੰਦਾ ਹੈ। ਤੁਰ ਲਿਖਿਆ ਪਰਵਾਨਾ ਫਿਰੈ ਨਾਹੀ। ਪਰਵਾਨਾ ਦਾ ਮਤਲਬ ਪਰਵਾਨਾ, ਲਿਖਤ, ਹੁਕਮ। ਧੁਰ ਦਾ ਮਤਲਬ ਧੁਰ ਤੋਂ, ਸ਼ੁਰੂ ਤੋਂ, ਜਦੋਂ ਤੋਂ ਜਗਤ ਹੋਂਦ ਵਿੱਚ ਆਇਆ ਹੈ। ਜਦੋਂ ਤੋਂ ਜਗਤ ਹੋਂਦ ਵਿੱਚ ਆਇਆ ਹੈ ਉਦੋਂ ਦਾ ਹੀ ਇਹ ਪਰਵਾਨਾ ਲਿਖਿਆ ਹੋਇਆ ਹੈ, ਹੁਕਮ ਹੈ। ਪਰਵਾਨਾ ਦਾ ਲਿਖਿਆ ਦਾ ਮਤਲਬ ਹੁਕਮ। ਜਿਵੇਂ ਅਸੀਂ ਜਪਜੀ ਸਾਹਿਬ ਵਿੱਚ ਪੜ੍ਹ ਆਏ ਹਾਂ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਨਾਲ ਹੀ ਜਦੋਂ ਸੰਸਾਰ ਹੋਂਦ ਵਿੱਚ ਆਇਆ ਉਦੋਂ ਤੋਂ ਨਾਲ ਹੀ ਇਹ ਨੇਮ ਵੀ ਤੁਰਿਆ ਆ ਰਿਹਾ ਹੈ ਕਿ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ। ਕੁਦਰਤ ਦੇ ਨਿਯਮਾਂ ਤੋਂ ਬਾਹਰ ਕੋਈ ਕੁਝ ਕਰ ਨਹੀਂ ਸਕਦਾ। ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ, ਬੜੀਆਂ ਸਫਲਤਾਵਾਂ, ਸੁੱਖ ਸ਼ਾਂਤੀ ਹਾਸਲ ਕੀਤੀ ਜਾ ਸਕਦੀ ਹੈ, ਔਰ ਇਨਸਾਨ ਨੇ ਹਾਸਲ ਕੀਤੀ ਵੀ ਹੈ। ਕਿੰਨਾ ਕੁਝ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਕਿੰਨੀਆਂ ਤਰੱਕੀਆਂ ਕੀਤੀਆਂ ਨੇ, ਕੀਤਾ ਜਾ ਸਕਦਾ ਹੈ, ਪਰ ਰੱਬੀ ਹੁਕਮ ਤੋਂ ਨਹੀਂ। ਇਹਨੂੰ ਕੋਈ ਮੋੜ ਨਹੀਂ ਸਕਦਾ। ਗੁਰ ਜਾਏ ਹਰ ਪ੍ਰਪਾਸ ਜਿਉ, ਇਸ ਲਈ ਗੁਰੂ ਰੱਬ ਦੇ ਕੋਲ ਜਾ ਰਿਹਾ ਹੈ, ਭਾਵ ਕਿ ਸਰੀਰ ਤਿਆਗ ਰਿਹਾ ਹੈ। ਅਗਲਾ ਬਚਨ ਕਰਦੇ ਹਨ, ਸਤਿਗੁਰ ਭਾਣੈ ਆਪਣੇ, ਬਹਿ ਪਰਿਵਾਰ ਸਦਾਇਆ। ਭਾਣੇ ਵਿੱਚ ਆਪਣੀ ਮਰਜ਼ੀ ਦੇ ਨਾਲ ਬੈਠ ਕੇ, ਸਤਿਗੁਰ ਨੇ ਆਪਣੀ ਮਰਜ਼ੀ ਨਾਲ ਆਪਣੀ ਮੌਜ ਵਿੱਚ ਬਹਿ ਕੇ ਸਾਰੇ ਪਰਿਵਾਰ ਨੂੰ ਸੱਦਾ ਘੱਲਿਆ। ਤੇ ਸਾਰੇ ਪਰਿਵਾਰ ਵਿੱਚ ਕੌਣ ਨੇ? ਪੁੱਤਰ ਨੇ, ਭਰਾ ਨੇ, ਔਰ ਸਿੱਖ ਜਗਤ ਹੈ, ਜਿੰਨੀਆਂ ਵੀ ਉੱਥੇ ਸੰਗਤਾਂ ਨੇ, ਸਾਰਿਆਂ ਨੂੰ ਬੁਲਾ ਭੇਜਿਆ, ਸਾਰੇ ਪਰਿਵਾਰ ਨੂੰ ਬੁਲਾ ਭੇਜਿਆ ਹੈ। ਸਾਰੇ ਪਰਿਵਾਰ ਨੂੰ ਆਪਣੀ ਮੌਜ ਵਿੱਚ ਬੈਠ ਕੇ ਆਪਣੀ ਮਰਜ਼ੀ ਦੇ ਨਾਲ ਬੁਲਾ ਰਹੇ ਨੇ, ਔਰ ਪਹਿਲਾ ਹੁਕਮ ਕਰਦੇ ਨੇ, ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਮਤ ਦਾ ਮਤਲਬ ਮਤਾਂ, ਮੈਂ ਪਿੱਛੇ ਦਾ ਮਤਲਬ ਮੇਰੇ ਤੋਂ ਪਿੱਛੋਂ, ਸਰੀਰ ਤਿਆਗਣ ਤੋਂ ਬਾਅਦ ਮਤਾਂ ਮੇਰੇ ਤੋਂ ਪਿੱਛੋਂ ਕੋਈ ਰੋਵੇ, ਸੋ ਮੈਂ ਮੂਲ ਨਾ ਪਾਇਆ। ਜਿਹੜਾ ਰੋਏਗਾ ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ। ਮੇਰੇ ਤੋਂ ਬਾਅਦ, ਸਰੀਰ ਤਿਆਗਣ ਤੋਂ ਬਾਅਦ ਰੋਣਾ ਨਹੀਂ ਹੈ। ਇੱਥੇ ਗੱਲ ਸਮਝਣ ਵਾਲੀ ਹੈ। ਸਿੱਖਾਂ ਨੇ ਪੁੱਛਿਆ ਹੋਵੇਗਾ ਨਾ ਕਿ ਪਾਤਸ਼ਾਹ ਰੋਣਾ ਤੇ ਆ ਜਾਂਦਾ ਹੈ, ਜਿਹਦੇ ਨਾਲ ਸਾਰੀ ਜ਼ਿੰਦਗੀ ਗੁਜ਼ਾਰੀ ਹੋਵੇ, ਉਹ ਸਰੀਰਕ ਤੌਰ ਤੇ ਸदैਵੀ ਵਿਛੋੜਾ ਦੇ ਜਾਏ, ਹੰਝੂ ਤੇ ਆ ਜਾਂਦੇ ਨੇ, ਰੋਣਾ ਤੇ ਆ ਜਾਂਦਾ ਹੈ। ਇੱਕ ਵੱਲ ਦੇ ਨਾਲੋਂ ਪੱਤਾ ਵੀ ਤੋੜੀਏ, ਉੱਥੋਂ ਵੀ ਪਾਣੀ ਦੀ ਬੂੰਦ ਤੇ ਨਿਕਲ ਆਉਂਦੀ ਹੈ। ਤੇ ਪ੍ਰਭੂ ਦਾ ਰੂਪ ਸਤਿਗੁਰੂ ਜੀ, ਤੁਸੀਂ ਤੇ ਸਾਨੂੰ ਆਤਮਿਕ ਜੀਵਨ ਬਖਸ਼ਿਆ ਹੈ, ਨੀਵਿਆਂ ਨੂੰ ਤੁਸੀਂ ਉੱਚਾ ਉਠਾਇਆ ਹੈ, ਸਾਨੂੰ ਇੱਕ ਜੀਵਨ ਦੀ ਜਾਂਚ ਬਖਸ਼ੀ ਹੈ, ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਿਆ ਹੈ। ਤੁਸੀਂ ਨਿਤਾਣਿਆਂ ਨੂੰ ਤਾਣ ਬਖਸ਼ਣ ਵਾਲੇ, ਸਤ ਵਸਤੂ ਦੇ ਬਖਤਾ, ਤਤ ਵਸਤੂ ਦੇ ਦਾਤਾ, ਨਚੀਜਿਆਂ ਨੂੰ ਨਚੀਜ ਕਰਨ ਵਾਲੇ, ਤੁਸੀਂ ਨੀਵਿਆਂ ਨੂੰ ਉੱਚੇ ਕਰਨ ਵਾਲੇ। ਸਰੀਰ ਕਰਕੇ ਸਦਾ ਤੁਸੀਂ ਸਾਡੇ ਤੋਂ ਦੂਰ ਚਲੇ ਜਾਓ, ਵਿਛੋੜਾ ਸदैवी ਹੋ ਜਾਏ ਸਰੀਰਕ ਤੌਰ ਤੇ ਸਾਨੂੰ ਰੋਣ ਨਾ ਆਵੇ, ਇਹ ਕਿਵੇਂ ਹੋ ਸਕਦਾ? ਅਸੀਂ ਰੋਈਏ ਨਾ, ਅਫਸੋਸ ਨਾ ਕਰੀਏ, ਦੁੱਖ ਨਾ ਕਰੀਏ, ਇਹਦਾ ਕਾਰਨ ਕੀ ਹੈ? ਮੰਨਾਂਗੇ ਸਹੀ ਅਸੀਂ ਤੁਹਾਡਾ ਬਚਨ, ਪਰ ਇਹਦਾ ਕਾਰਨ ਕੀ ਹੈ? ਗੁਰੂ ਜੀ ਕਹਿੰਦੇ ਨੇ ਇਹਦਾ ਕਾਰਨ ਹੈ, ਮਿਤ ਪੈਜ ਹੈ, ਮਿਤ ਬਿਗਸ ਹੈ, ਜਿਸ ਮਿਤ ਕੀ ਪੈਜ ਭਾਵ ਹੈ। ਮਿਤ ਪੈਜ ਹੈ, ਪੈਜੇ ਦਾ ਮਤਲਬ ਜੇਕਰ ਮਾਣ ਪਾਉਂਦਾ ਹੈ। ਜਿਹੜੇ ਮਿੱਤਰ ਨੇ, ਮੰਨ ਲਓ ਹੁਣ ਅਸੀਂ ਕਲਾਸ ਵਿੱਚ ਬੈਠੇ ਭੈਣ ਭਰਾ ਹਾਂ, ਅਸੀਂ ਇੱਕ ਦੂਜੇ ਦੇ ਮਿੱਤਰ ਹਾਂ, ਭੈਣ ਭਰਾ ਹਾਂ, ਰਿਸ਼ਤੇਦਾਰ ਹਾਂ। ਜਿਹੜੇ ਵੀ ਸਾਡੇ ਰਿਸ਼ਤੇਦਾਰ ਨੇ, ਸੱਜਣ ਮਿੱਤਰ ਨੇ, ਯਾਰ ਦੋਸਤ ਨੇ, ਜੇ ਕਿਸੇ ਇੱਕ ਮਿੱਤਰ ਨੂੰ ਮਾਣ ਮਿਲੇ, ਸਤਿਕਾਰ ਮਿਲੇ, ਤਾਂ ਕਿ ਦੂਜਿਆਂ ਨੂੰ ਰੋਣਾ ਚਾਹੀਦਾ ਹੈ? ਮੰਨ ਲਓ ਅਸੀਂ ਕਲਾਸ ਵਿੱਚ ਬੈਠੇ ਹਾਂ, ਜੇ ਕੋਈ ਸਾਡੇ ਵਿੱਚੋਂ ਕੋਈ ਮੈਚ ਜਿੱਤਦਾ ਹੈ ਜਾਂ ਕੋਈ ਫਸਟ ਪ੍ਰਾਈਜ਼ ਪ੍ਰਾਪਤ ਕਰਦਾ ਹੈ, ਉਹਦਾ ਨਾਂ ਗਿਨੀਜ਼ ਬੁੱਕ ਦੇ ਵਿੱਚ ਆਉਂਦਾ, ਤੇ ਕੀ ਸਾਨੂੰ ਸਾਰੀ ਕਲਾਸ ਨੂੰ ਰੋਣਾ ਚਾਹੀਦਾ ਜਾਂ ਸਾਨੂੰ ਅਫਸੋਸ ਕਰਨਾ ਚਾਹੀਦਾ? ਨਹੀਂ ਨਾ, ਸਾਨੂੰ ਖੁਸ਼ ਹੋਣਾ ਚਾਹੀਦਾ, ਸਾਨੂੰ ਪ੍ਰਸੰਨ ਹੋਣਾ ਚਾਹੀਦਾ ਹੈ। ਜਦੋਂ ਕਿਸੇ ਮਿੱਤਰ ਨੂੰ ਮਾਣ ਮਿਲੇ ਤਾਂ ਦੂਜੇ ਮਿੱਤਰ ਨੂੰ ਖੁਸ਼ੀ ਹੋਣੀ ਚਾਹੀਦੀ ਹੈ। ਮਿੱਤ ਪੈਜ ਹੈ,
ਮਿੱਤ ਬਿਗਸ ਹੈ। ਬਿਗਸੇ ਦਾ ਮਤਲਬ ਖੁਸ਼ ਹੁੰਦਾ ਹੈ, ਖਿੜਦਾ ਹੈ। ਜਦੋਂ ਇੱਕ ਮਿੱਤਰ ਨੂੰ ਮਾਣ ਮਿਲੇ ਨਾ, ਦੂਜਾ ਮਿੱਤਰ ਖੁਸ਼ ਹੁੰਦਾ ਹੈ। ਪਰ ਇਸ ਦੁਨੀਆ ਵਿੱਚ ਸਾਰੇ ਮਿੱਤਰ ਖੁਸ਼ ਨਹੀਂ ਹੁੰਦੇ ਮਾਣ ਮਿਲਿਆ, ਕਈ ਅੰਦਰੇ ਅੰਦਰ ਸੜਦੇ ਨੇ। ਖੁਸ਼ ਕੌਣ ਹੁੰਦਾ ਹੈ? ਜਿਸ ਮਿੱਤ ਕੀ ਪੈਜ ਭਾਵੇ, ਜਿਹਨੂੰ ਆਪਣੇ ਮਿੱਤਰ ਨੂੰ ਮਿਲਿਆ ਹੋਇਆ ਆਦਰ ਚੰਗਾ ਲੱਗਦਾ ਹੈ, ਜਿਹਨੂੰ ਆਪਣੇ ਮਿੱਤਰ ਦੀ ਵਡਿਆਈ ਚੰਗੀ ਲੱਗਦੀ ਹੈ, ਮਾਣ ਚੰਗਾ ਲੱਗਦਾ ਹੈ, ਉਹ ਮਿੱਤਰ ਜਿਹੜਾ ਹੈ ਅਸਲੀ ਮਿੱਤਰ ਹੁੰਦਾ ਹੈ, ਉਹ ਮਿੱਤਰ ਖੁਸ਼ ਹੁੰਦਾ ਹੈ। ਨਹੀਂ ਤੇ ਬਹੁਤੇ ਮਿੱਤਰ ਤੇ ਤੁਸੀਂ ਕਾਰ ਖਰੀਦ ਲਓ ਤੇ ਅੰਦਰੋਂ ਅੰਦਰ ਸੜ ਮਿਰਦੇ ਨੇ, ਬਾਹਰੋਂ ਵਧਾਈ ਦੇਣਗੇ। ਕੋਠੀ ਪਾ ਲਓ ਚੰਗੀ ਤਾਂ ਬਹੁਤੇ ਲੋਕ ਅੰਦਰੋਂ ਅੰਦਰ ਹੀ ਸੜ ਜਾਂਦੇ ਨੇ, ਬਾਹਰੋਂ ਬਾਹਰੋਂ ਵਧਾਈਆਂ ਦਿੰਦੇ ਨੇ। ਕੁਛ ਲੋਕ ਨੇ ਜੋ ਦੂਜੇ ਦੀ ਪ੍ਰਸੰਨਤਾ ਨੂੰ, ਇੱਜ਼ਤ ਨੂੰ, ਮਾਣ ਨੂੰ ਵੇਖ ਕੇ ਦਿਲੀ ਖੁਸ਼ੀ ਮਹਿਸੂਸ ਕਰਦੇ ਨੇ, ਤੇ ਉਹ ਹੁੰਦੇ ਨੇ ਸੱਚੇ ਮਿੱਤਰ। ਉਹਨਾਂ ਨੂੰ ਸੱਚੇ ਵੀਰ, ਭੈਣ, ਭਰਾ, ਰਿਸ਼ਤੇਦਾਰ, ਸੱਜਣ ਮਿੱਤਰ ਕਿਹਾ ਜਾ ਸਕਦਾ ਹੈ। ਤੇ ਪਿਆਰਿਓ, ਮੈਨੂੰ ਪ੍ਰਭੂ ਦੇ ਦਰ ਤੋਂ ਮਾਣ ਮਿਲਿਆ ਹੈ, ਮੈਂ ਰੱਬ ਦੇ ਅੰਦਰ ਲੀਨ ਹੋਇਆ ਹਾਂ, ਮੈਂ ਇਸ ਸੰਸਾਰਿਕ ਬੰਧਨਾਂ ਤੋਂ ਗੁਰੂ ਦੇ ਨਾਲ ਮਿਲ ਕੇ ਆਜ਼ਾਦ ਹੋਇਆ ਹਾਂ, ਔਰ ਮੈਂ ਪ੍ਰਭੂ ਦੇ ਰਜਾ ਭਾਣੇ ਦੇ ਅੰਦਰ ਜ਼ਿੰਦਗੀ ਗੁਜ਼ਾਰੀ ਹੈ। ਇਸ ਲਈ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। ਰੋਣਾ ਕਾਹਦਾ? ਰੋਣਾ ਨਹੀਂ ਚਾਹੀਦਾ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ, ਪਹਿਨਾਵੇ ਦਾ ਮਤਲਬ ਸਰੂਪਾ ਦੇ ਰਿਹਾ ਹੈ, ਯਾਨੀ ਆਦਰ ਦੇ ਰਿਹਾ ਹੈ। ਇਹ ਮੇਰੇ ਪੁੱਤਰੋ, ਭਰਾਵੋ, ਵਿਚਾਰ ਕੇ ਵੇਖ ਲਓ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ। ਇਸ ਲਈ ਤੁਹਾਨੂੰ ਵੀ ਖੁਸ਼ ਹੋਣਾ ਚਾਹੀਦਾ ਹੈ, ਰੋਣਾ ਨਹੀਂ ਚਾਹੀਦਾ। ਤਾਂ ਅਸੀਂ ਹੁਣ ਇੱਥੇ ਮੈਂ ਥੋੜੀ ਜਿਹੀ ਵਿਚਾਰ ਆਪ ਦੇ ਨਾਲ ਸਾਂਝੀ ਕਰਨੀ ਚਾਹਾਂਗਾ। ਜਿਵੇਂ ਕੱਲ ਆਪਾਂ ਕਲਾਸ ਵਿੱਚ ਵਿਚਾਰ ਕਰ ਵੀ ਰਹੇ ਸੀ, ਅਸੀਂ ਆਮ ਕਰਕੇ ਜਦੋਂ ਕੋਈ ਚਲਾਣਾ ਕਰ ਜਾਂਦਾ ਹੈ ਪਰਿਵਾਰਕ ਮੈਂਬਰ, ਤੇ ਅਸੀਂ ਉੱਥੇ ਰੋਂਦੇ ਹਾਂ। ਔਰ ਕਿਸ ਕਦਰ ਅਸੀਂ, ਬਹੁਤੇ ਲੋਕ ਵੈਣ ਪਾਉਂਦੇ ਨੇ। ਖੈਰ ਅੱਜ ਕੱਲ ਥੋੜਾ ਐਸਾ ਕੁਝ ਘਟ ਰਿਹਾ ਇਹਨਾਂ ਦੇਸ਼ਾਂ ਵਿੱਚ, ਲੇਕਿਨ ਫਿਰ ਵੀ ਅਸੀਂ ਵੇਖਦੇ ਹਾਂ ਕਿ ਰੋਣਾ, ਕੁਰਲਾਣਾ ਜਾਂ ਵੈਣ ਪਾਣੇ ਬਹੁਤ ਕੁਝ ਐਸਾ ਹੁੰਦਾ ਹੈ। ਔਰ ਕਈ ਵਾਰੀ ਤਾਂ ਵੈਣ ਐਸੇ ਪਾਏ ਜਾ ਰਹੇ ਹੁੰਦੇ ਹਨ ਕਿ ਉਹ ਵੈਣਾਂ ਨੂੰ ਸੁਣ ਕੇ ਸੁਣਨ ਵਾਲੇ ਕਈ ਵਾਰੀ ਹਾਸਾ ਆ ਰਿਹਾ ਹੁੰਦਾ। ਤਾਂ ਇਹੋ ਜਿਹਾ ਰੋਣਾ ਜਿਹੜਾ ਹੈ ਉਹ ਗਲਤ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਜਿਹੜਾ ਵੀ ਆਇਆ ਹੈ ਉਹਨੇ ਇੱਕ ਦਿਨ ਚਲੇ ਜਾਣਾ ਹੈ, ਹਰ ਇੱਕ ਦੀ ਵਾਰੀ ਆਉਣੀ ਹੈ। ਤਾਂ ਸਾਡੀ ਐਨਰਜੀ ਹੈ, ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਗਏ ਹੋਏ ਦਾ ਅਫਸੋਸ ਨਹੀਂ। ਜਿਵੇਂ ਕੱਲ ਆਪ ਵਿਚਾਰ ਕਰ ਰਹੇ ਸੀ ਕਿ ਫਿਰ ਲੋਕ ਕਹਿਣਗੇ ਲੈ ਉਹਦਾ ਘਰ ਵਾਲਾ ਮਰਿਆ ਤੇ ਉਹਨੂੰ ਤੇ ਅਫਸੋਸ ਹੀ ਨਹੀਂ, ਉਹਦਾ ਭਰਾ ਮਰਿਆ ਉਹਨੂੰ ਅਫਸੋਸ ਹੀ ਨਹੀਂ, ਪਤਨੀ ਮਰ ਗਈ ਉਹਦਾ ਤੇ ਹੰਝੂ ਹੀ ਨਹੀਂ ਵਗਿਆ। ਗੱਲ ਇਹ ਨਹੀਂ ਹੈ, ਗੱਲ ਐਨਰਜੀ ਦੀ ਹੈ। ਹੁਣ ਐਨਰਜੀ ਅਸੀਂ ਦੋ ਤਰ੍ਹਾਂ ਆਪਣੀ ਯੂਜ਼ ਕਰ ਸਕਦੇ ਹਾਂ। ਇੱਕ ਤੇ ਜੋ ਵੀਰ ਜਾਂ ਜੋ ਸਾਡਾ ਭਰਾ ਜਾਂ ਮਾਤਾ ਪਿਤਾ, ਕੋਈ ਵੀ ਸੰਬੰਧੀ ਸਾਡਾ ਚਲਾਣਾ ਕਰ ਗਿਆ, ਸਰੀਰ ਤਿਆਗ ਗਿਆ, ਕਿ ਅਸੀਂ ਰੋ ਰੋ ਕੇ, ਕਲਪ ਕਲਪ ਕੇ, ਪਿੱਟ ਪਿੱਟ ਕੇ ਆਪਣੀ ਐਨਰਜੀ ਲਗਾ ਰਹੇ ਹਾਂ, ਜ਼ੋਰ ਲਗਾ ਰਹੇ ਹਾਂ। ਇੱਕ ਤਾਂ ਹੈ ਐਨਰਜੀ ਅਸੀਂ ਐਵੇਂ ਬਤੀਤ ਕਰੀਏ, ਔਰ ਉਸ ਪਰਿਵਾਰ ਦੇ ਮੈਂਬਰਾਂ ਦੇ ਅੰਦਰ, ਬੱਚਿਆਂ ਦੇ ਵਿੱਚ, ਪਤਨੀ ਦੇ ਵਿੱਚ ਵੀ ਨੈਗੇਟਿਵਿਟੀ ਪੈਦਾ ਕਰੀਏ ਕਿ ਹੁਣ ਬੱਚਿਆਂ ਦਾ ਕੀ ਬਣੇਗਾ, ਪਰਿਵਾਰ ਦਾ ਕੀ ਹੋਏਗਾ, ਉਹਨਾਂ ਦਾ ਭਵਿੱਖ ਅਸੀਂ ਧੁੰਦਲਾ ਵਿਖਾਈਏ। ਇੱਕ ਤਾਂ ਹੈ ਇਸ ਢੰਗ ਦੇ ਨਾਲ ਅਸੀਂ ਐਨਰਜੀ ਨੂੰ ਖਤਮ ਕਰੀਏ। ਦੂਜਾ ਇਹ ਹੈ ਕਿ ਜਿਹੜਾ ਇਨਸਾਨ ਚਲਾ ਗਿਆ ਹੈ, ਉਹਦੇ ਜਿਹੜੇ ਪਰਿਵਾਰਕ ਜਨ ਨੇ ਉਹਨਾਂ ਨੂੰ ਹੌਸਲਾ ਦੇਈਏ, ਨਾਲ ਅਸੀਂ ਉਹਨਾਂ ਨੂੰ ਕਹੀਏ ਕਿ ਪਿਆਰਿਓ, ਅਸੀਂ ਤੁਹਾਡੇ ਨਾਲ ਖੜੇ ਹਾਂ, ਜਿਹੜੀ ਕਮੀ ਤੁਹਾਨੂੰ ਸਾਹਮਣੇ ਆਏਗੀ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ, ਅਸੀਂ ਉਹਦੀ ਕਮੀ ਪੇਸ਼ੀ ਨੂੰ ਪੂਰਾ ਕਰਾਂਗੇ। ਨੰਬਰ 2, ਜੋ ਪਰਿਵਾਰਕ ਮੈਂਬਰ ਨੇ ਉਹ ਆਪਣੀ ਐਨਰਜੀ ਨੂੰ ਇਸ ਤਰ੍ਹਾਂ ਵੀ ਲਗਾ ਸਕਦੇ ਹਨ ਕਿ ਸਾਡੇ ਜਾਣ ਵਾਲੇ ਸੱਜਣ ਮਿੱਤਰ ਦੇ ਕੁਝ ਇਰਾਦੇ ਸਨ, ਕੁਝ ਉਹਦੀਆਂ ਚਾਹਤਾਂ ਸਨ, ਕੁਝ ਉਹ ਕਰਨਾ ਚਾਹੁੰਦਾ ਸੀ ਜੋ ਕੁਝ ਉਹ ਨਹੀਂ ਕਰ ਸਕਿਆ, ਚੰਗਾ ਕੰਮ, ਕੋਈ ਉਹਦਾ ਗੋਲ, ਕੋਈ ਉਹਦਾ ਏਮ। ਤਾਂ ਕੋਈ ਗੱਲ ਨਹੀਂ, ਉਹ ਸਰੀਰ ਕਰਕੇ ਚਲਾ ਗਿਆ, ਰੱਬੀ ਰਜਾ ਹੈ, ਭਾਣਾ ਹੈ। ਅਸੀਂ ਉਹਦੇ ਰਹਿੰਦੇ ਹੋਏ ਕਾਰਜ ਕਰਾਂਗੇ, ਜਿਹੜੇ ਕਾਰਜ ਕਰਕੇ ਉਹਨੂੰ ਖੁਸ਼ੀ ਹੁੰਦੀ ਸੀ, ਅਸੀਂ ਉਹਨਾਂ ਕਾਰਜਾਂ ਨੂੰ ਸੰਪੂਰਨ ਕਰਾਂਗੇ। ਉਹਦੇ ਜਿਹੜੇ ਰੁਕੇ ਹੋਏ ਪ੍ਰੋਜੈਕਟ ਨੇ ਉਹਨਾਂ ਨੂੰ ਅਸੀਂ ਪੂਰੀਆਂ ਕਰਾਂਗੇ, ਉਹਦਾ ਜਿਹੜਾ ਚੰਗਾ ਗੋਲ ਸੀ ਉਹਨੂੰ ਪੂਰੀਆਂ ਕਰਾਂਗੇ। ਜੇ ਅਸੀਂ ਆਪਣੀ ਐਨਰਜੀ ਨੂੰ ਇਸ ਢੰਗ ਦੇ ਨਾਲ ਵਰਤੀਏ ਤਾਂ ਅਫਸੋਸ, ਜਿਹੜਾ ਸਾਡਾ ਜੀਵਨ ਦੀ ਐਨਰਜੀ ਹੈ ਉਹ ਪੋਜ਼ਿਟਿਵ ਖਰਚ ਹੋਏਗੀ। ਸਾਡੇ ਅੰਦਰ ਰੋਗ ਪੈਦਾ ਨਹੀਂ ਹੋਣਗੇ,
ਅਸੀਂ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋਵਾਂਗੇ, ਅਸੀਂ ਆਪਣੀ ਜ਼ਿੰਦਗੀ ਨੂੰ ਜੀ ਸਕਾਂਗੇ ਔਰ ਉਸ ਬੰਦੇ ਦੇ ਨਾਲ ਅਸੀਂ ਪਿਆਰ ਵੀ ਵਿਖਾ ਸਕਾਂਗੇ, ਸੱਚੀ ਸ਼ਰਧਾਂਜਲੀ ਵੀ ਦੇ ਸਕਾਂਗੇ ਕਿ ਜੋ ਰਹਿੰਦੇ ਹੋਏ ਉਹਦੇ ਕਾਰਜ ਨੇ ਉਹਨਾਂ ਨੂੰ ਅਸੀਂ ਪੂਰਾ ਕਰਾਂਗੇ। ਉਹਦੀ ਯਾਦ ਦੇ ਅੰਦਰ ਤਾਂ ਯਾਦ ਤਾਂ ਉਹਦੀ ਫਿਰ ਵੀ ਸਾਡੇ ਅੰਦਰ ਰਹੇਗੀ। ਇਸ ਲਈ ਰੋਣਾ ਨਹੀਂ ਚਾਹੀਦਾ, ਸਾਨੂੰ ਜੋ ਆਪਣੀ એનર્ਜੀ ਹੈ ਨੈਗੇਟਿਵ ਨਹੀਂ ਵਹਾਣੀ ਚਾਹੀਦੀ, ਸਗੋਂ ਸਾਨੂੰ ਆਪਣੀ એનર્ਜੀ ਤੋਂ ਪੋਜ਼ਿਟਿਵ ਕੰਮ ਲੈਣਾ ਚਾਹੀਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਤੁਸੀਂ ਵਿਚਾਰ ਦੇਖੋ ਖੁਦ ਭਾਈ ਹਰ ਸਤਿਗੁਰੂ ਪਹਿਨਾਵੇ, ਕਿ ਸਤਿਗੁਰੂ ਵੱਲੋਂ ਮੈਨੂੰ ਮਾਣ ਮਿਲਿਆ, ਤੁਸੀਂ ਵਿਚਾਰ ਕੇ ਵੇਖੋ ਤਾਂ ਤੁਸੀਂ ਚੰਗੇ ਮਿੱਤਰ ਬਣਨਾ। ਮੇਰੇ ਤੋਂ ਬਾਅਦ ਰੋਣਾ ਨਹੀਂ, ਅਫਸੋਸ ਨਹੀਂ ਕਰਨਾ, ਸਗੋਂ ਗੁਰੂ ਦੀ ਰਜ਼ਾ ਭਾਣੇ ਦੇ ਅੰਦਰ ਚੱਲਣਾ ਹੈ, ਆਪਣੀ ਚੰਗੀ ਜ਼ਿੰਦਗੀ ਜੀਣੀ ਹੈ ਔਰ ਜਿਹੜੇ ਗੁਰੂ ਦੇ ਦਿੱਤੇ ਹੋਏ ਸਿਧਾਂਤ ਨੇ ਉਹਨਾਂ ਨੂੰ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ। ਤੁਸੀਂ ਇਹ ਚੀਜ਼ ਨੂੰ ਵਿਚਾਰ ਕੇ ਵੇਖੋ। ਸਤਿਗੁਰੂ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ। ਗੁਰੂ ਅਮਰਦਾਸ ਜੀ ਨੇ ਆਪਣੀ ਜ਼ਿੰਦਗੀ ਵਿੱਚ ਹੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਿਆਈ ਗੱਦੀ ਸੌਂਪ ਦਿੱਤੀ। ਸਰੀਰਕ ਜਾਮੇ ਵਿੱਚ ਹੁੰਦਿਆਂ ਆਪ ਗੁਰਿਆਈ ਗੱਦੀ ਵੀ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤੀ, ਜ਼ਿੰਮੇਵਾਰੀ ਸੌਂਪ ਦਿੱਤੀ ਔਰ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸਾਰੇ ਸਿੱਖਾਂ ਨੂੰ, ਅੰਗਾਂ ਸਾਕਾਂ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ ਗੁਰੂ ਰਾਮਦਾਸ ਜੀ ਦੀ ਚਰਨੀ ਲਗਾ ਦਿੱਤਾ। ਉਹ ਜ਼ਿੰਮੇਵਾਰੀ ਜਿਹੜੀ ਹੈ ਗੁਰੂ ਰਾਮਦਾਸ ਜੀ ਨੂੰ ਸੌਂਪੀ ਔਰ ਸਾਰੇ ਸਿੱਖ ਪੁੱਤਰ ਭਰਾ, ਸਾਰੇ ਸਿੱਖ ਜਗਤ ਨੂੰ ਗੁਰੂ ਰਾਮਦਾਸ ਜੀ ਦੇ ਚਰਨੀ ਲਗਾ ਦਿੱਤਾ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਦੀ। ਕਿ ਗੁਰੂ ਪਾਤਸ਼ਾਹ ਜੀ ਅਖੀਰ ਵਿੱਚ ਬੋਲੇ ਕਿ ਮੇਰੇ ਤੋਂ ਬਾਅਦ ਨਿਰਵਾਣ ਕੀਰਤਨ ਕਰਨਾ। ਨਿਰਵਾਣ ਦਾ ਮਤਲਬ ਸ਼ੁੱਧ, ਵਾਸ਼ਨਾ ਤੋਂ ਰਹਿਤ ਪ੍ਰਭੂ ਦੀ ਸਿਫਤ ਸਲਾਹ ਕਰਨੀ। ਮੇਰੇ ਤੋਂ ਬਾਅਦ ਪ੍ਰਭੂ ਦੀ ਸਿਫਤ ਸਲਾਹ ਕਰਨੀ, ਰੱਬ ਦੇ ਗੁਣ ਗਾਣੇ, ਗੁਰੂ ਦੀ ਪਾਵਨ ਬਾਣੀ ਪੜ੍ਹਨੀ। ਤੇ ਨਿਰਵਾਣ ਦਾ ਮਤਲਬ ਹੈ ਵਾਸ਼ਨਾ ਤੋਂ ਰਹਿਤ, ਸ਼ੁੱਧ ਸਰੂਪ, ਵਾਸ਼ਨਾ ਤੋਂ ਰਹਿਤ ਪ੍ਰਭੂ ਪਰਮਾਤਮਾ ਦੀ ਨਿਰੋਲ ਬਾਣੀ ਦਾ ਕੀਰਤਨ, ਭਾਵ ਕਿ ਪ੍ਰਭੂ ਦੀ ਸਿਫਤ ਸਲਾਹ ਕਰਨੀ, ਰੱਬ ਦੇ ਗੁਣ ਗਾਣੇ, ਆਪਣੀ એનર્ਜੀ ਨੂੰ ਪੋਜ਼ਿਟਿਵ ਵਰਤਣਾ, ਰੱਬ ਦੇ ਗੁਣਾਂ ਦੀ ਗੱਲ ਕਰਨੀ, ਰੱਬ ਦੀ ਰਜ਼ਾ ਦੀ ਗੱਲ ਕਰਨੀ। ਇਸ ਸੰਸਾਰ ਨੂੰ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਬਚਨ ਕਰਨੇ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਇਹ ਬਚਨ ਕਰਨੇ। ਇਹ ਸ਼ਰੀਰਾ ਮੇਰਿਆ ਇਸ ਜਗ में आए कि क्या तुझ कर्म कमाया, ਇਹ ਬਚਨ ਕਰਨੇ। ਯਾਨੀ ਰੱਬੀ ਰਜ਼ਾ ਦੀ ਗੱਲ ਕਰਨੀ, ਰੱਬੀ ਗੁਣਾਂ ਦੀ ਗੱਲ ਕਰਨੀ ਔਰ ਰੱਬੀ ਰਜ਼ਾ ਦੇ ਅੰਦਰ ਤੁਰਨ ਦੀ ਗੱਲ ਕਰਨੀ। ਮੇਰੇ ਤੋਂ ਬਾਅਦ ਰੋਣਾ ਨਹੀਂ, ਅਫਸੋਸ ਨਹੀਂ ਕਰਨਾ। ਨਾਲ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਕੇਸ਼ੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਕੁਰਾਨ ਜੀਓ। ਇਸ ਪੰਕਤੀ ਦੀ ਵਿਚਾਰ ਕਰਨ ਲੱਗਿਆਂ ਕੁਝ ਵਿਦਵਾਨ ਵੀਰਾਂ ਨੇ ਭੁਲੇਖਾ ਖਾਦਾ ਹੈ ਔਰ ਕਈਆਂ ਨੇ ਇੱਥੇ ਵਿਚਾਰ ਦਿੱਤੀ ਹੈ ਕਿ ਕੇਸ਼ੋ ਅਤੇ ਗੋਪਾਲ ਦੋ ਪੰਡਿਤ ਸਨ। ਗੁਰੂ ਜੀ ਨੇ ਕਿਹਾ ਕਿ ਉਹਨਾਂ ਨੂੰ ਸੱਦ ਕੇ ਤੇ ਪੁਰਾਣ ਦੀ ਕਥਾ ਕਰਾਇਓ। ਕਈਆਂ ਨੇ ਇਹ ਅਰਥ ਕੀਤੇ ਨੇ। ਕਿਸੇ ਨੇ ਕੇਸ਼ੋ ਗੋਪਾਲ ਇੱਕ ਪੰਡਿਤ ਮੰਨਿਆ ਹੈ ਕਿ ਕੇਸ਼ੋ ਗੋਪਾਲ ਦਾ ਨਾਮ ਦਾ ਬ੍ਰਾਹਮਣ ਨੂੰ ਸੱਦ ਕੇ ਕਥਾ ਕਰਾਣੀ, ਲੇਕਿਨ ਇਹ ਦੋਵੇਂ ਹੀ ਅਰਥ ਗਲਤ ਨੇ। ਜਦੋਂ ਅਸੀਂ ਗੁਰਬਾਣੀ ਦੀ ਵਿਆਕਰਨ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ। ਜੇ ਕੇਸ਼ੋ ਗੋਪਾਲ ਇੱਕ ਪੰਡਿਤ ਹੁੰਦਾ ਤਾਂ ਗੋਪਾਲ ਦੇ ਲੱਲੇ ਥੱਲੇ ਔਂਕੜ ਲੱਗਾ ਹੋਣਾ ਸੀ, ਪੰਡਿਤ ਦੇ ਤੱਤੇ ਥੱਲੇ ਵੀ ਔਂਕੜ ਹੋਣਾ ਸੀ, ਕਿਉਂਕਿ ਫਿਰ ਕੇਸ਼ੋ ਗੋਪਾਲ ਇੱਕ ਪੰਡਿਤ ਹੋਣਾ ਸੀ। ਪਰ ਇੱਥੇ ਪੰਡਿਤ ਦਾ ਤੱਤਾ ਵੀ ਮੁਕਤਾ ਹੈ, ਗੋਪਾਲ ਦਾ ਤੱਤਾ ਵੀ ਮੁਕਤਾ ਹੈ। ਕੇਸ਼ੋ ਤੇ ਗੋਪਾਲ ਦੋ ਪੰਡਿਤ ਹੋ ਨਹੀਂ ਸਕਦੇ, ਕਿਉਂਕਿ ਹਿੰਦੂ ਵੀਰਾਂ ਦੇ ਅੰਦਰ ਜਦੋਂ ਵੀ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਤੇ ਉੱਥੇ 2 3 4 ਪਾਂਡੇ ਨਹੀਂ ਸੱਦੇ ਜਾਂਦੇ, ਇੱਕ ਬ੍ਰਾਹਮਣ ਹੀ ਬੁਲਾਇਆ ਜਾਂਦਾ ਤੇ ਉਹੀ ਜੋ ਹੈ ਕਿਰਿਆਕਰਮ ਕਰਦਾ ਹੈ। ਇਸ ਲਈ ਇੱਥੇ ਕੇਸ਼ੋ ਗੋਪਾਲ ਪੰਡਿਤ ਦਾ ਮੀਨਿੰਗ ਕੀ ਹੈ? ਇੱਥੇ ਕੇਸ਼ੋ ਗੋਪਾਲ ਔਰ ਪੰਡਿਤ ਦੇ ਦਰਮਿਆਨ ਦਾ ਸ਼ਬਦ ਜਿਹੜਾ ਹੈ ਉਹ ਸੰਬੰਧ ਕੀ ਹੈ ਔਰ ਲੁਪਤ ਹੈ। ਇੱਥੇ ਅਰਥ ਬਣੇਗਾ ਕੇਸ਼ੋ ਗੋਪਾਲ ਦੇ ਪੰਡਿਤ। ਪੰਡਿਤ ਦਾ ਮਤਲਬ ਕਿਸੇ ਜਾਤ ਦਾ ਨਾਮ ਨਹੀਂ ਹੈ, ਪੰਡਿਤ ਦਾ ਮਤਲਬ ਹੈ ਵਿਦਵਾਨ, ਜੋ
ਕੇਸ਼ੋ ਗੋਪਾਲ ਦਾ ਮਤਲਬ ਅਕਾਲ ਪੁਰਖ ਦੇ ਵਿਦਵਾਨ, ਜਿਹੜੇ ਵਿਦਵਾਨ ਅਕਾਲ ਪੁਰਖ ਨੂੰ ਮੰਨਣ ਵਾਲੇ ਨੇ, ਗੁਰਸਿੱਖ। ਸੱਦਿਓ ਦਾ ਮਤਲਬ ਉਹਨਾਂ ਨੂੰ ਬੁਲਾਇਓ, ਮੇਰੇ ਤੋਂ ਬਾਅਦ ਗੁਰਸਿੱਖਾਂ ਨੂੰ ਬੁਲਾਇਓ, ਜਿਹੜੇ ਵਿਦਵਾਨ ਨੇ ਉਹਨਾਂ ਨੂੰ ਬੁਲਾਇਓ। ਹਰ ਹਰ ਕਥਾ ਪੜ੍ਹੇ, ਉਹ ਕੀ ਕਰਨਗੇ? ਹਰੀ ਦੀ ਕਥਾ ਪੜ੍ਹਨਗੇ, ਯਾਨੀ ਰੱਬ ਦੀ ਸਿਫਤ ਸਲਾਹ ਕਰਨਗੇ। ਪੁਰਾਣ ਜੀਓ, ਮੇਰੇ ਵਾਸਤੇ ਇਹੀ ਪੁਰਾਣ ਹੋਵੇਗਾ। ਜੇ ਹੁਣ ਇੱਥੇ ਹੁੰਦਾ ਨਾ ਪੁਰਾਣ ਦੀ ਕਥਾ, ਤਾਂ ਇੱਥੇ ਪੁਰਾਣ ਦੇ ਨਾਣੇ ਥੱਲੇ ਔਂਕੜ ਨਾ ਹੁੰਦਾ ਤਾਂ ਫਿਰ ਵੀ ਖਿੱਚ ਧੂ ਕੇ ਅਰਥ ਹੋ ਸਕਦੇ ਸੀ ਕਿ ਪੁਰਾਣ ਦੀ ਕਥਾ। ਲੇਕਿਨ ਇੱਥੇ ਤਾਂ ਪੁਰਾਣ ਦੇ ਨਾਣੇ ਥੱਲੇ ਔਂਕੜ ਹੈ, ਜਿਹੜਾ ਕਿ ਇਹ ਸਿੰਗੂਲਰ ਸ਼ਬਦ ਹੈ। ਇਸ ਲਈ ਹਰ ਹਰ ਕਥਾ ਪੜ੍ਹੇ, ਜੇ ਇੱਕ ਦੀ ਗੱਲ ਹੁੰਦੀ ਤਾਂ ਸ਼ਬਦ ਹੋਣਾ ਸੀ ਪੜ੍ਹੈ, ਲੇਕਿਨ ਇੱਥੇ ਸ਼ਬਦ ਹੈ ਪੜ੍ਹੇ। ਜਦੋਂ ਵੀ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਹੁੰਦੀ ਹੈ ਤਾਂ ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ। ਹਰ ਹਰ ਕਥਾ ਪੜ੍ਹੇ ਦਾ ਮਤਲਬ ਪੜ੍ਹਨਗੇ, ਪੜ੍ਹਨਗੇ ਦਾ ਮਤਲਬ ਕਰਨਗੇ, ਰੱਬ ਦੀ ਸਿਫਤ ਸਲਾਹ ਕਰਨਗੇ। ਪੁਰਾਣ ਜੀਓ, ਇਹੀ ਪੁਰਾਣ ਹੋਏਗਾ, ਮੇਰੇ ਵਾਸਤੇ ਇਹ ਕੁਰਾਨ ਹੈ। ਕਿਹੜਾ ਪੁਰਾਣ? ਪ੍ਰਭੂ ਦੀ ਸਿਫਤ ਸਲਾਹ ਕਰਨੀ, ਯਾਨੀ ਮੇਰੇ ਤੋਂ ਬਾਅਦ ਕਿਸੇ ਪੁਰਾਣ ਆਦਿਕ ਦਾ ਪਾਠ ਨਹੀਂ ਕਰਨਾ, ਕਿਸੇ ਕਿਰਿਆ ਕਰਮ ਕਰਨ ਵਾਲੇ ਬੰਦੇ ਬ੍ਰਾਹਮਣ ਆਦਿਕ ਨੂੰ ਨਹੀਂ ਬੁਲਾਣਾ, ਸਗੋਂ ਜੋ ਅਕਾਲ ਪੁਰਖ ਪ੍ਰਭੂ ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਗੁਰਸਿੱਖ ਵਿਦਵਾਨ ਨੇ ਉਹਨਾਂ ਨੂੰ ਬੁਲਾਣਾ। ਇਕੱਠੇ ਹੋਇਓ, ਔਰ ਉਹ ਕੀ ਕਰਨਗੇ? ਹਰ ਹਰ ਕਥਾ ਪੜ੍ਹੇ, ਹਰੀ ਦੀ ਕਥਾ ਕਰਨਗੇ, ਭਾਵ ਕਿ ਰੱਬ ਦੀ ਸਿਫਤ ਸਲਾਹ ਦੇ ਗੀਤ ਗਾਣਗੇ। ਇਹੀ ਪੁਰਾਣ ਹੋਏਗਾ, ਮੇਰੇ ਤੋਂ ਬਾਅਦ ਰੱਬ ਦੀ ਸਿਫਤ ਸਲਾਹ ਕਰਨੀ, ਇਹੀ ਪੁਰਾਣ ਹੈ, ਰੱਬ ਦੀ ਕਥਾ ਵਾਰਤਾ ਕਰਨੀ। ਅਗਲਾ ਬਚਨ ਕਰਦੇ ਨੇ, ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ। ਇਸ ਗੱਲ ਨੂੰ ਹੋਰ ਸਪਸ਼ਟ ਕਰ ਦਿੱਤਾ ਹੈ ਕਿ ਸਾਨੂੰ ਐਸੇ ਸਮੇਂ ਤੇ ਹਰੀ ਦੀ ਕਥਾ ਹੀ ਪੜ੍ਹਨੀ ਚਾਹੀਦੀ ਹੈ। ਹਰ ਨਾਮ ਸੁਣੀਏ, ਹਰੀ ਦਾ ਨਾਮ ਹੀ ਸੁਣਨਾ ਚਾਹੀਦਾ ਹੈ। ਕਥਾ ਔਰ ਨਾਮ ਦਾ ਮਤਲਬ ਰੱਬ ਦੀ ਸਿਫਤ ਸਲਾਹ, ਰੱਬ ਦੀ ਸਿਫਤ ਸਲਾਹ ਹੀ ਕਰਨੀ ਚਾਹੀਦੀ ਹੈ, ਔਰ ਰੱਬ ਦੀ ਸਿਫਤ ਸਲਾਹ ਹੀ ਸੁਣਨੀ ਚਾਹੀਦੀ ਹੈ। ਉੱਥੇ ਹੋਰ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਕੋਈ ਐਸੀ ਘਟਨਾ ਵਾਪਰਦੀ ਹੈ ਤਾਂ ਉੱਥੇ ਰੱਬ ਦੀ ਰਜ਼ਾ ਦੀ ਗੱਲ ਕਰੋ, ਰੱਬ ਦੀ ਰਜ਼ਾ ਦੀ ਗੱਲ ਸੁਣੋ, ਪ੍ਰਭੂ ਦੀ ਸਿਫਤ ਸਲਾਹ ਕਰੋ, ਰੱਬ ਦੇ ਹੁਕਮ ਦੀ ਗੱਲ ਕਰੋ, ਰੱਬ ਦੇ ਹੁਕਮ ਦੀ ਗੱਲ ਨੂੰ ਸੁਣੋ। ਇਹ ਐਨਰਜੀ ਤੁਹਾਡੀ ਪੋਜ਼ਿਟਿਵ ਖਰਚ ਹੋਏਗੀ, ਇਹਦੇ ਵਿੱਚੋਂ ਕੁਝ ਮਿਲੇਗਾ ਜੀਵਨ ਜੀਣ ਵਾਸਤੇ। ਸਮਝ ਆਏਗੀ ਕਿ ਜਾਣ ਵਾਲਾ ਇਕੱਲਾ ਹੀ ਨਹੀਂ ਚਲਾ ਗਿਆ, ਮੈਂ ਵੀ ਚਲੇ ਜਾਣਾ ਹੈ। ਸਾਨੂੰ ਰੱਬੀ ਸਿਸਟਮ ਦੀ ਗੱਲ ਦੀ ਸਮਝ ਆਏਗੀ। ਇਸ ਲਈ ਕਿਸੇ ਦੇ ਵੀ ਅੰਤਮ ਚਲਾਣੇ ਤੋਂ ਬਾਅਦ ਸਾਨੂੰ ਪ੍ਰਭੂ ਦੀ ਸਿਫਤ ਸਲਾਹ ਹੀ ਕਰਨੀ ਚਾਹੀਦੀ ਹੈ, ਔਰ ਪ੍ਰਭੂ ਦੀ ਸਿਫਤ ਸਲਾਹ ਹੀ ਸੁਣਨੀ ਚਾਹੀਦੀ ਹੈ। ਅਗਲਾ ਬਚਨ ਕਰਦੇ ਨੇ, ਬੇਬਾਨ ਹਰ ਰੰਗ ਗੁਰ ਭਾਵੈ। ਇਹਦਾ ਕਈਆਂ ਨੇ ਅਰਥ ਕਰ ਦਿੱਤਾ ਹੈ ਕਿ ਹਰੇ ਰੰਗ ਦਾ ਬੇਬਾਨ, ਉਹ ਗਲਤ ਹੈ। ਬੇਬਾਨ ਦਾ ਮਤਲਬ ਹੁੰਦਾ ਹੈ ਵਿਮਾਨ ਸਜਾਣਾ, ਜਿਹੜੀ ਅਰਥੀ ਹੈ ਨਾ, ਉਹਨੂੰ ਲੋਕ ਸਜਾਉਂਦੇ ਨੇ ਮੁਰਦਾ ਚੁੱਕਣ ਵਾਸਤੇ। ਜੋ ਤਖਤਾ ਹੈ ਉਹਨੂੰ ਖੂਬ ਸਜਾਇਆ ਜਾਂਦਾ ਹੈ ਜਦੋਂ ਕੋਈ ਖਾਸ ਕਰਕੇ ਬਜ਼ੁਰਗ ਗੁਜ਼ਰਦਾ ਹੈ। ਬਹੁਤਿਆਂ ਲੋਕਾਂ ਨੇ ਪਕਾਨੇ ਬੰਨੇ ਹੁੰਦੇ ਨੇ ਉੱਤੇ, ਮਤਲਬ ਰੰਗ ਬਰੰਗੇ ਕੱਪੜੇ ਪਾਏ ਹੁੰਦੇ ਨੇ। ਕਈ ਸਾਰੇ ਉੱਥੇ ਫਿਰ ਮੂੰਗਫਲੀ ਔਰ ਪਤਾਸੇ ਉੱਥੋਂ ਦੀ ਸੁੱਟਦੇ ਨੇ। ਕਈ ਲੋਕ ਅੱਜ ਕੱਲ੍ਹ ਪੈਸੇ ਵਗੈਰਾ ਦੇ ਵੀ ਸੁੱਟਣ ਲੱਗ ਗਏ ਨੇ। ਕਈ ਲੋਕ ਬੈਂਡ ਵਾਜੇ ਤੱਕ ਵਜਾਉਣ ਲੱਗ ਜਾਂਦੇ ਨੇ। ਯਾਨੀ ਉਹ ਤਖਤੇ ਨੂੰ ਬਹੁਤ ਚੰਗੀ ਤਰ੍ਹਾਂ ਸਜਾਉਂਦੇ ਨੇ। ਉਹਨੂੰ ਕਹਿੰਦੇ ਨੇ ਵੱਡਾ ਕਰਨਾ। ਤੇ ਜਦੋਂ ਪਿੰਡਾਂ ਦੇ ਅੰਦਰ ਜਾਂ ਸ਼ਹਿਰਾਂ ਵਿੱਚ ਵੀ ਕੋਈ ਗੁਜ਼ਰਦਾ ਨਾ ਬਜ਼ੁਰਗ, ਤੇ ਉਦੋਂ ਪਹਿਲੇ ਦਿਨ ਹੀ ਖੀਰ ਔਰ ਕੜਾਹ ਵਗੈਰਾ ਬਣਾਉਂਦੇ ਨੇ। ਤੇ ਉਹ ਇੱਕ ਸੰਕੇਤ ਹੁੰਦਾ ਹੈ ਵੱਡੇ ਕਰਨ ਦਾ, ਕਿ ਉਹਨਾਂ ਨੇ ਜੀ ਵੱਡਾ ਕੀਤਾ ਹੈ, ਕਿਉਂਕਿ ਪਹਿਲੇ ਦਿਨ ਖੀਰ ਕੜਾਹ ਬਣਾਇਆ ਸੀ। ਇਹਦਾ ਮਤਲਬ ਕਿ ਭੋਗ ਤੇ ਵੀ ਉਹ ਚੰਗੇ ਰਸਗੁੱਲੇ ਗੁਲਾਬ ਜਾਮੁਨ ਬਣਾਉਣਗੇ, ਵੱਡਾ ਕਰਨਗੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਕੁਛ ਨਾ ਕਰਨਾ, ਇਹ ਸਾਰੇ ਕਰਮ ਕਾਂਡ ਨੇ। ਬੇਬਾਨ ਹਰ ਰੰਗ ਗੁਰ ਭਾਵੈ, ਅਕਾਲ ਪੁਰਖ ਦਾ ਨਾਮ ਦਾ ਪਿਆਰ। ਬੇਬਾਨ ਜਿਹੜਾ ਹੈ, ਰੰਗ ਦਾ ਮਤਲਬ ਪਿਆਰ, ਅਕਾਲ ਪੁਰਖ ਦਾ ਪਿਆਰ ਜੋ ਹੈ ਉਹ ਹੀ ਬੇਬਾਨ ਹੈ। ਯਾਨੀ ਮੇਰੇ ਬਾਅਦ ਇਹੋ ਜਿਹੇ ਤਖਤੇ ਤੁਖਤੇ ਸਜਾਉਣ ਵਾਲੇ, ਇਹੋ ਜਿਹੇ ਜੋ ਕਰਮ ਕਾਂਡ ਨੇ ਉਹ ਨਾ ਕਰਨਾ। ਰੱਬ ਦਾ ਨਾਮ ਦਾ ਪਿਆਰ, ਸੱਚ ਦਾ ਪਿਆਰ, ਭਾਣੇ ਦੀ ਗੱਲ ਕਰਨੀ, ਰੱਬੀ ਗੁਣਾਂ ਦੀ ਗੱਲ ਕਰਨੀ ਹੀ ਬੇਬਾਨ ਹੈ। ਇਸ ਲਈ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ।
ਕਾਫੀ ਕੁਛ ਘਟਿਆ ਹੈ, ਲੇਕਿਨ ਹਾਲੇ ਵੀ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਪਿੰਡਾਂ ਦੇ ਅੰਦਰ ਆਪ ਗੁਰਦੁਆਰੇ ਸਾਹਿਬ ਗ੍ਰੰਥੀ ਦੀ ਡਿਊਟੀ ਕੀਤੀ ਹੈ। ਜਦੋਂ ਕੋਈ ਬਜ਼ੁਰਗ ਗੁਜ਼ਰਦਾ ਸੀ ਖਾਸ ਕਰਕੇ, ਤਾਂ ਬਹੁਤ ਸਾਰੇ ਲੋਕ ਕਹਿਣ ਦੇ ਬਾਵਜੂਦ ਵੀ ਮੂੰਗਫਲੀ, ਬਦਾਮ, ਰਿਓੜੀਆਂ ਜਾਂ ਮਖਾਣੇ ਵਗੈਰਾ ਲੈ ਕੇ ਜਾਣੇ ਤੇ ਉੱਥੇ ਵੰਡਣੇ, ਲਿਫਾਫਿਆਂ ਵਿੱਚ ਪਾ ਕੇ ਦੇਣੇ ਔਰ ਤਖਤੇ ਨੂੰ ਸਜਾਣਾ। ਫਿਰ ਰਾਸਤੇ ਦੇ ਵਿੱਚ ਉਹ ਤਖਤਾ ਰੱਖਿਆ ਜਾਂਦਾ ਹੈ। ਕਈ ਵਾਰ ਅਸੀਂ ਵੇਖਦੇ ਹਾਂ ਪਿੰਡਾਂ ਦੇ ਵਿੱਚ ਕਾਨਾ ਨਾਲ ਰੱਖ ਦਿੰਦੇ ਨੇ, ਧਾਗਾ ਨਾਪਦੇ ਨੇ, ਕਈ ਕੁਛ ਐਸੇ ਕਰਮ ਕੀਤੇ ਜਾਂਦੇ ਨੇ। ਇਹ ਸਾਰੇ ਵਿਅਰਥ ਦੇ ਕਰਮ ਨੇ। ਸਿੱਖ ਰਹਿਤ ਮਰਿਆਦਾ ਵਿੱਚ ਵੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਸਪਸ਼ਟ ਰੂਪ ਦੇ ਵਿੱਚ ਲਿਖਿਆ ਹੈ ਕਿ ਜਦੋਂ ਕੋਈ ਪ੍ਰਾਣੀ ਗੁਜ਼ਰਦਾ ਹੈ ਤਾਂ ਉਹਨੂੰ ਮੰਜੇ ਤੋਂ ਥੱਲੇ ਨਹੀਂ ਲਾਣਾ, ਕਿਉਂਕਿ ਕਈ ਰਿਵਾਜ ਨੇ ਕਿ ਜਦੋਂ ਬੰਦਾ ਮਰਨ ਲੱਗਦਾ ਨਾ, ਉਹਨੂੰ ਥੱਲੇ ਡੱਬ ਵਗੈਰਾ ਵਿਛਾ ਕੇ ਉਹਦੇ ਤੇ ਲਾ ਲਿਆ ਜਾਂਦਾ ਹੈ। ਫਿਰ ਉਹਦੇ ਹੱਥੋਂ ਕਈ ਲੋਕ ਗਾਂ ਦਾਨ ਕਰਾਉਂਦੇ ਨੇ, ਤੇ ਉਹਦਾ ਮਤਲਬ ਇਹ ਹੁੰਦਾ ਹੈ ਕਿ ਇਹਦੇ ਹੱਥੋਂ ਗਾਂ ਦਾਨ ਕਰਾਵਾਂਗੇ ਤੇ ਅੱਗੇ ਇਹ ਗਾਂ ਜਿਹੜੀ ਹੈ ਇਹਦਾ ਸਾਥ ਦੇਵੇਗੀ, ਕਿਉਂਕਿ ਰਾਸਤੇ ਵਿੱਚ ਇੱਕ ਬੈਤਰਣੀ ਨਦੀ ਹੈ, ਉਹਦੇ ਵਿੱਚੋਂ ਖੂਨ ਔਰ ਪਾਕ ਦੀ ਭਰੀ ਪਈ ਹੈ। ਉਹਦੇ ਵਿੱਚੋਂ ਪਾਰ ਹੋਣ ਵਾਸਤੇ ਗਾਂ ਦੀ ਪੂੰਛ ਫੜ ਕੇ ਪਾਰ ਹੋਇਆ ਜਾਂਦਾ ਹੈ, ਤੇ ਉਹ ਜਿਹੜੀ ਗਾਂ ਅਸੀਂ ਦਾਨ ਕਰਾਂਗੇ ਉਹ ਇਹਨੂੰ ਉਹ ਤੋਂ ਪਾਰ ਕਰਾਏਗੀ। ਬੰਦਾ ਪੁੱਛੇ ਬਾਪੂ ਨੇ ਤੇ ਸੜ ਜਾਣਾ ਤੇ ਗਾਂ ਤੇ ਇੱਥੇ ਉਹ ਪਾਰ ਕਿਵੇਂ ਕਰਾਏਗੀ? ਮੈਂ ਤੇ ਪਾਪ ਕੀਤੇ ਹੋਣਗੇ ਤੇ ਉਸ ਗਾਂ ਨੇ ਕੀ ਪਾਪ ਕੀਤੇ ਨੇ ਜਿਹੜੀ ਵੈਤਰਨੀ ਦੇ ਵਿੱਚ ਲੰਘੇਗੀ? ਤਾਂ ਐਸੇ ਜਿਹੜੇ ਨੇ ਉਹ ਵਹਿਮ ਨੇ। ਕਈ ਲੋਕ ਦਾਣੇ ਦਾਨ ਕਰਾਉਂਦੇ ਨੇ ਔਰ ਮਰਨ ਵਾਲਾ ਜਿਹੜਾ ਬੰਦਾ ਹੈ ਉਹਦੇ ਹੱਥ ਦੇ ਉੱਤੇ ਤਲੀ ਤੇ ਦੀਵੇ ਜਗਾਉਂਦੇ ਹਨ। ਐਸੇ ਕਰਮ ਕਈ ਸਾਰੇ ਕੀਤੇ ਜਾਂਦੇ ਨੇ। ਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਕਰਮ ਕਰਨੇ ਸਾਰੇ ਨਿਰਰਥਕ ਨੇ। ਫਿਰ ਅਸੀਂ ਦੇਖਦੇ ਹਾਂ ਪਿੰਡਾਂ ਵਿੱਚ ਕਈ ਵਾਰ ਮ੍ਰਿਤਕ ਪ੍ਰਾਣੀ ਨੂੰ ਚੁੱਕ ਕੇ ਲੈ ਜਾਈਦਾ ਹੈ ਤੇ ਉਹਦਾ ਸਿਰ ਜਿਹੜਾ ਹੈ ਮੜੀਆਂ ਵੱਲ ਹੁੰਦਾ ਹੈ ਤੇ ਪੈਰ ਪਿੰਡ ਵੱਲ ਨੂੰ ਹੁੰਦੇ ਨੇ। ਫਿਰ ਰਾਸਤੇ ਵਿੱਚ ਜਾ ਕੇ ਰੱਖਦੇ ਨੇ ਮੁਰਦੇ ਨੂੰ, ਉਹਨੂੰ ਕਹਿੰਦੇ ਨੇ ਅਰਧਮਾਰ। ਤੇ ਇਹਦੇ ਪਿੱਛੇ ਹੁੰਦਾ ਵੀ ਯਾਤਰਾ ਕਰਕੇ ਥੱਕ ਗਿਆ ਹੋਏਗਾ, ਸਾਹ ਦਵਾ ਲਓ ਮੁਰਦੇ ਨੂੰ। ਬੰਦਾ ਪੁੱਛੇ ਵੀ ਜੇ ਸਾਹ ਲੈਣ ਜੋਗਾ ਹੁੰਦਾ ਤੇ ਮਰਦਾ ਹੀ ਕਿਉਂ? ਸਾਹ ਤੇ ਹੈ ਨਹੀਂ ਉਹਦੇ ਚ। ਹਾਂ, ਇਹ ਤੇ ਹੋ ਸਕਦਾ ਵੀ ਚੁੱਕਣ ਵਾਲੇ ਥੱਕ ਗਏ ਨੇ ਤੇ ਚੁੱਕਣ ਵਾਲੇ ਬਦਲਦੇ ਜਾਂਦੇ ਨੇ। ਉਹ ਥੱਕਣ ਦਾ ਕੋਈ ਸਵਾਲ ਨਹੀਂ, ਕਿਉਂਕਿ 2-2 ਮਿੰਟ ਬਾਅਦ ਸਾਰੇ ਬਦਲਦੇ ਜਾਂਦੇ ਨੇ। ਫਿਰ ਉੱਥੇ ਇੱਕ ਚਾਰ ਚੁਫੇਰੇ ਇੱਕ ਪਾਣੀ ਦਾ ਘੜਾ ਭਰਿਆ ਜਾਂਦਾ ਹੈ, ਭੰਨਿਆ ਜਾਂਦਾ। ਚਾਰ ਚੁਫੇਰੇ ਪਾਣੀ ਡੋਲ ਕੇ ਨਾ ਘੜਾ ਭੰਨਦੇ ਨੇ। ਤੇ ਫਿਰ ਘੜਾ ਭੰਨਣ ਵਾਲੇ ਨੂੰ ਸਪੈਸ਼ਲ ਕਿਹਾ ਜਾਂਦਾ ਹੈ ਕਿ ਇੱਕ ਢਾਹ ਮਾਰਨੀ ਹੈ ਉੱਚੀ ਸਾਰੀ, ਹੈ ਬਾਪੂ ਕੀ ਕਰ ਗਏ ਜਾਂ ਕਿੱਧਰ ਚਲਾ ਗਿਆ, ਢਾਹ ਮਾਰਦੇ। ਹੁਣ ਇਹਦੇ ਪਿੱਛੇ ਇਹਦੇ ਵਿਚਾਰਧਾਰਾ ਕੰਮ ਕਰਦੀ ਹੈ ਪੁਜਾਰੀ ਵਾਲੀ। ਉਹ ਵਿਚਾਰਧਾਰਾ ਇਹ ਕੰਮ ਕਰਦੀ, ਜਦੋਂ ਆਪ ਗਰੁੜ ਪੁਰਾਣ ਨੂੰ ਜਾਂ ਹੋਰ ਐਸੀਆਂ ਚੀਜ਼ਾਂ ਪੜ੍ਹਦੇ ਹੋ ਤਾਂ ਉਹਨਾਂ ਵਿੱਚ ਆਪ ਨੂੰ ਲਿਖਿਆ ਮਿਲਦਾ ਹੈ ਕਿ ਆਤਮਾ ਦਾ ਸਰੀਰ ਦੇ ਨਾਲ ਪਿਆਰ ਹੁੰਦਾ ਹੈ ਤੇ ਉਹ ਸਰੀਰ ਦੇ ਵਿੱਚੋਂ ਨਿਕਲ ਤੇ ਜਾਂਦੀ ਹੈ, ਪਰ ਉਹ ਸਰੀਰ ਦੇ ਚੁਫੇਰੇ ਘੁੰਮਦੀ ਰਹਿੰਦੀ ਹੈ। ਤੇ ਜਦੋਂ ਉਹਦੇ ਚਾਰ ਚੁਫੇਰੇ ਪਾਣੀ ਡੋਲ ਕੇ ਫਿਰ ਘੜਾ ਭੰਨਿਆ ਜਾਂਦਾ ਨਾ, ਜ਼ੋਰ ਦੀ ਢਾਹ ਮਾਰਦਾ ਘਰ ਵਾਲਾ ਬੰਦਾ, ਤੇ ਉਹ ਘੜੇ ਦੀ ਤੇ ਢਾਹ ਦੀ ਆਵਾਜ਼ ਸੁਣ ਕੇ ਆਤਮਾ ਡਰ ਕੇ ਤੇ ਉਹਨੂੰ ਛੱਡ ਕੇ ਸਰੀਰ ਨੂੰ ਫਿਰ ਆਪਣੇ ਰਾਹ ਪੈ ਜਾਂਦੀ ਹੈ। ਇਹ ਉਹਦੇ ਪਿੱਛੇ ਵਿਚਾਰਧਾਰਾ ਕੰਮ ਕਰਦਾ। ਬੰਦਾ ਪੁੱਛੇ ਕਿ ਉਹ ਜਿਹੜਾ ਘਾਹ ਮਾਰਦਾ ਉਹ ਕਿਹੜਾ ਐਟਮ ਬੰਦ ਹੈ ਕਿ ਜਿਹਦੇ ਤੋਂ ਆਤਮਾ ਚਲੀ ਗਈ? ਤੇ ਦੂਜੀ ਗੱਲ, ਜੇ ਆਤਮਾ ਦਾ ਪਿਆਰ ਸਰੀਰ ਨਾਲ ਸੀ ਤੇ ਨਿਕਲੀ ਵੀ ਕਿਉਂ ਬਾਹਰ? ਦੇ ਚੁਫੇਰੇ ਘੁੰਮਣਾ ਤੇ ਫਿਰ ਅੰਦਰ ਵੜ ਜਾਵੇ ਤੇ ਉਹ ਬੰਦੇ ਨੂੰ ਫਿਰ ਜਿੰਦਾ ਕਰ ਲਵੇ। ਤਾਂ ਇਹ ਵਹਿਮ ਸੀ। ਇਹ ਵਹਿਮ ਅੱਜ ਵੀ ਪਾਏ ਜਾਂਦੇ ਨੇ। ਇਸ ਲਈ ਇਹ ਘੜੇ ਵਗੈਰਾ ਭੰਨਣੇ, ਅਰਧ ਮਾਰਗ ਕਰਨਾ, ਰਹਿਤ ਮਰਿਆਦਾ ਪੜ੍ਹ ਕੇ ਵੇਖੋ, ਉਹਦੇ ਵਿੱਚ ਸਾਫ਼ ਲਿਖਿਆ ਕਿ ਕੋਈ ਅਰਧ ਮਾਰਗ ਨਹੀਂ ਕਰਨਾ, ਘੜੇ ਘੁੜੇ ਨਹੀਂ ਭੰਨਣੇ। ਉਸ ਤੋਂ ਬਾਅਦ ਫਿਰ ਉਹਦਾ ਨਾ ਪਾਸਾ ਚੇਂਜ ਕਰਦੇ ਨੇ ਕਿ ਇਹਦੇ ਪੈਰ ਮੜੀਆਂ ਵੱਲ ਹੁਣ ਕਰ ਲਓ, ਯਾਨੀ ਹੁਣ ਇਹਦੇ ਪੈਰ ਮੜੀਆਂ ਵੱਲ ਹੋਏ ਨੇ। ਬੰਦਾ ਪੁੱਛੇ ਵੀ ਪੈਰ ਤੇ ਉਦੋਂ ਹੀ ਮੜੀਆਂ ਵੱਲ ਹੋ ਗਏ ਸਨ ਜਦੋਂ ਮਰ ਗਿਆ ਵਿਚਾਰਾ, ਤੇ ਉਹਦੇ ਵੱਲੋਂ ਪੈਰ ਕਰੋ ਨਾ ਕਰੋ, ਉਹਨੂੰ ਸਾੜੋ ਨਾ ਸਾੜੋ, ਲਾਸ਼ ਹੈ, ਸਰੀਰ ਹੈ, ਉਹਨੇ ਤੇ ਆਪਣੇ ਆਪ ਵੀ ਖਤਮ ਹੋ ਜਾਣਾ ਹੈ। ਤੁਹਾਡੀ ਪ੍ਰੋਬਲਮ ਹੈ ਕਿ ਇਹਨੂੰ ਮੜੀਆਂ ਤੱਕ ਲੈ ਕੇ ਜਾਣਾ ਹੈ, ਆਪਣੇ ਪੈਰ ਮੜੀਆਂ ਵੱਲ ਕਰੋ ਕਿ ਇਹਨੂੰ ਹੋਰ ਕਿਤੇ ਨਾ ਲੈ ਜਾਏ। ਕਹਿਣ ਤੋਂ ਮੁਰਾਦ ਕਿ ਇਹ ਜਿਹੜੇ ਵਹਿਮ ਨੇ, ਇਹ ਅੰਧ ਵਿਸ਼ਵਾਸ ਨੇ, ਜਿਨ੍ਹਾਂ ਦਾ ਗੁਰਮਤ ਦੇ ਨਾਲ, ਸੱਚਾਈ ਦੇ ਨਾਲ ਬਿਲਕੁਲ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੈ। ਤਾਂ ਗੁਰੂ ਜੀ ਸਾਨੂੰ ਵਰਜ ਰਹੇ ਨੇ ਕਿ ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ, ਬੇਬਾਨ ਹਰ ਰੰਗ ਗੁਰ ਭਾਵੈ। ਕਿ ਮੇਰੇ ਤੋਂ ਬਾਅਦ, ਸਰੀਰ ਤਿਆਗਣ ਤੋਂ ਬਾਅਦ ਰੱਬ ਦੀ ਸਿਫਤ ਸਲਾਹ ਕਰਨੀ, ਰੱਬ ਦੀ ਸਿਫਤ ਸਲਾਹ ਸੁਣਨੀ, ਔਰ ਬੇਬਾਨ ਜਿਹੜਾ ਹੈ, ਗੁਰੂ ਨੂੰ ਹਰੀ ਦਾ ਪਿਆਰ ਹੀ ਚੰਗਾ ਲੱਗਦਾ ਹੈ। ਮੇਰੇ ਤੋਂ ਬਾਅਦ ਐਸਾ ਬੇਬਾਨ ਵਗੈਰਾ ਵਾਲਾ ਕੋਈ ਕਰਮ ਨਹੀਂ ਕਰਨਾ।
ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਉਪਦੇਸ਼ ਸਾਡੇ ਵਾਸਤੇ ਬਖਸ਼ਿਸ਼ ਕੀਤਾ ਹੈ। ਸਾਨੂੰ ਇਸ ਉਪਦੇਸ਼ ਦੇ ਨਾਲ ਜੁੜਨ ਦੀ ਜ਼ਰੂਰਤ ਹੈ। ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਰੱਬੀ ਰਜ਼ਾ ਦੇ ਅੰਦਰ ਹੀ ਜੀਵਨ ਹੈ, ਰੱਬੀ ਰਜ਼ਾ ਦੇ ਵਿੱਚ ਜਨਮ ਹੈ, ਰੱਬੀ ਰਜ਼ਾ ਦੇ ਵਿੱਚ ਮੌਤ ਹੈ। ਨਿਕਾਸ, ਵਿਕਾਸ ਔਰ ਵਿਨਾਸ਼ ਇਹ ਰੱਬ ਦੀ ਰਜ਼ਾ ਦੇ ਅੰਦਰ ਹੈ ਔਰ ਇਸੇ ਤਰ੍ਹਾਂ ਹੀ ਚੱਲਣਾ ਹੈ। ਰੱਬੀ ਰਜ਼ਾ ਤੋਂ ਬਾਹਰ ਕੁਝ ਨਹੀਂ ਕੀਤਾ ਜਾ ਸਕਦਾ। ਇਸ ਲਈ ਰੱਬ ਦੀ ਰਜ਼ਾ ਔਰ ਭਾਣੇ ਵਿੱਚ ਤੁਰਨਾ, ਪ੍ਰਭੂ ਦੀ ਸਿਫਤ ਸਲਾਹ ਕਰਨੀ, ਪ੍ਰਭੂ ਦੇ ਗੀਤ ਗਾਣੇ, ਰੱਬੀ ਰਜ਼ਾ ਦੇ ਵਿੱਚ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਆਨੰਦ ਕਰਨਾ ਔਰ ਆਪਣੇ ਜੀਵਨ ਨੂੰ ਸਫਲ ਕਰਨਾ ਹੀ ਸਾਡੇ ਜੀਵਨ ਦਾ ਜਿਹੜਾ ਹੈ ਟੀਚਾ ਹੋਣਾ ਚਾਹੀਦਾ ਹੈ। ਤਾਂ ਬਾਕੀ ਦੀ ਜੋ ਵਿਚਾਰ ਹੈ ਉਹ ਆਪਾਂ ਕੱਲ ਦੀ ਕਲਾਸ ਵਿੱਚ ਕਰਾਂਗੇ। ਜਿਹੜੇ ਕੁਝ ਹੋਰ ਕਰਮ ਕਾਂਡ ਨੇ ਉਹਨਾਂ ਬਾਰੇ ਅਸੀਂ ਖੁੱਲ੍ਹ ਕੇ ਵਿਚਾਰ ਕਰਨ ਦਾ ਯਤਨ ਕਰਾਂਗੇ। ਅੱਜ ਇੱਥੇ ਸਮਾਪਤੀ ਕਰਦੇ ਹਾਂ। ਅੱਜ ਦੀ ਇਸ ਕਲਾਸ ਵਿੱਚ ਜੋ ਕੁਝ ਅਸੀਂ ਅੱਜ ਵਿਚਾਰਿਆ ਹੈ, ਇੰਨੇ ਕੁ ਸਮੇਂ ਦੇ ਵਿੱਚ ਜੋ ਕੁਝ ਵਿਚਾਰ ਕੀਤੀ ਹੈ, ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ, ਔਰ ਜੇ ਤੁਹਾਡੇ ਕੁਝ ਆਪਣੇ ਵਿਊਜ਼ ਨੇ ਤਾਂ ਆਪਣੇ ਵਿਊਜ਼ ਵੀ ਤੁਸੀਂ ਦੇ ਸਕਦੇ ਹੋ। ਤਾਂ ਮੈਂ ਇੱਥੇ ਸਮਾਪਤੀ ਕਰ ਰਿਹਾ। ਅੱਗੋਂ ਹੁਣ ਵੀਰ ਤਰਲੋਚਨ ਸਿੰਘ ਜੀ ਆਪਣੀ ਸਾਰੀ ਕਾਰਵਾਈ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਆਪ ਜੀ ਦਾ। ਅੱਜ ਸਾਰਿਆਂ ਨੇ ਅਸੀਂ ਰਾਮਕਲੀ ਸਾਹਿਬ ਦੀ ਜਿਹੜੀ ਬਾਣੀ ਹੈ ਉਹਦਾ ਜਿੰਨੀ ਵੀ ਵਿਆਖਿਆ ਸੁਣੀ ਹੈ ਸਾਰਿਆਂ ਨੂੰ ਸਮਝ ਆ ਗਈ ਹੈ। ਤੇ ਮੈਂ ਇੱਦਾਂ ਸੋਚਦਾ ਕਿ ਸਾਡੇ ਖੁਸ਼ ਹੋਣਗੇ ਜਿਨ੍ਹਾਂ ਨੇ ਇਹਨਾਂ ਦੀ ਅਰਥਾਂ ਸਮੇਤ ਵਿਆਖਿਆ ਸੁਣੀ ਹੈ ਜਾਂ ਆਪ ਪੜ੍ਹੀ ਹੋਵੇਗੀ। ਬਾਕੀ ਸਾਰੇ ਅਸੀਂ ਸੁਣੀ ਜ਼ਰੂਰ ਹੋਊਗੀ ਗੁਰਦੁਆਰਿਆਂ ਦੇ ਵਿੱਚ ਜਦੋਂ ਅਸੀਂ ਉੱਤੇ ਜਾਂਦੇ ਹਾਂ, ਪਰ ਸਾਡਾ ਕਦੀ ਧਿਆਨ ਨਹੀਂ ਗਿਆ। ਜਿਹੜੀ ਡਿਟੇਲ ਦੇ ਵਿੱਚ ਇਹਦੇ ਵਿੱਚ ਲਿਖਿਆ ਹੋਇਆ ਉਹ ਅਸੀਂ ਕੁਛ ਸਰਵਣ ਕਰਦੇ, ਬਾਕੀ ਦਾ ਅਸੀਂ ਕੱਲ੍ਹ ਨੂੰ ਕਰਾਂਗੇ। ਤੇ ਉਹਦੇ ਵਿੱਚੋਂ ਜਿਹੜੀ ਇੱਕ ਪੰਕਤੀ ਜਿਹੜੀ ਹੈਗੀ ਹੈ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਇਹ ਸਾਡੇ ਲਈ ਹਦਾਇਤ ਆ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਆ ਕਿ ਇਹ ਔਖਾ ਬੜਾ ਕੰਮ ਹੈ, ਕਿਉਂਕਿ ਜਿਹਨਾਂ ਦਾ ਕਲੋਜ਼ ਵਨ ਲਾਗਲਾ ਬੰਦਾ ਕੋਈ ਵਿਛੜ ਜਾਂਦਾ ਹੈ ਉਹਨਾਂ ਦੇ ਬਹੁਤ ਮੁਸ਼ਕਿਲ ਹੋ ਜਾਂਦਾ। ਕਿਸੇ ਦਾ ਮਾਂ ਪਿਓ ਪੁੱਤ ਜੋ ਵੀ ਹੁੰਦਾ ਬਹੁਤ ਮੁਸ਼ਕਿਲ ਆ, ਪਰ ਉਹਨਾਂ ਦੀ ਡਿਟੇਲ ਦੇ ਵਿੱਚ ਆਪ ਜੀ ਨੇ ਸੁਣ ਲਈ ਆ ਤੇ ਕੀ ਸਾਨੂੰ ਐਕਚੁਅਲੀ ਸਾਨੂੰ ਕੀ ਕਰਨਾ ਚਾਹੀਦਾ। ਜੇ ਇਹ ਰਿਪੀਟਡਲੀ ਸਾਡੇ ਵਿੱਚ ਹੋਵੇ ਤਾਂ ਉਹਦਾ ਕੁਛ ਨਾ ਕੁਛ ਪੋਜ਼ੀਟਿਵ ਦੇ ਤਰੀਕੇ ਦੇ ਨਾਲ ਆਪਾਂ ਸੋਚ ਸਕਦੇ ਹਾਂ, ਕੁਛ ਪੋਜ਼ੀਟਿਵਲੀ ਆਪਾਂ ਕਰ ਸਕਦੇ ਉਹਦੇ ਬਾਰੇ। ਤੇ ਬਾਕੀ ਇੱਦਾਂ ਹੈ ਜੀ ਭਈ ਸਾਡੇ ਹੁੰਦਿਆਂ ਹੋਇਆਂ ਜੋ ਕੁਛ ਸਾਡੇ ਹੱਥ ਪੱਲੇ ਹੈਗਾ ਉਹ ਤਾਂ ਅਸੀਂ ਕਰਾਂਗੇ। ਉਹ ਤੇ ਗਾਹਾਂ ਜਿਹੜੀਆਂ ਜਨਰੇਸ਼ਨਾਂ ਹੋਣੀਆਂ, ਪੀੜ੍ਹੀਆਂ ਹੋਣੀਆਂ, ਉਹਨਾਂ ਨੇ ਜੇ ਅਸੀਂ ਉਹਨਾਂ ਨੂੰ ਕੁਛ ਦੇ ਕੇ ਜਾਵਾਂਗੇ, ਪਹਿਲਾਂ ਆਪ ਸਿੱਖਾਂਗੇ ਫਿਰ ਗਾਹਾਂ ਉਹਨਾਂ ਨੂੰ ਦੇਵਾਂਗੇ, ਤੇ ਗਾਹਾਂ ਤੇ ਗਾਹਾਂ ਹੌਲੀ ਹੌਲੀ ਤਰੱਕੀ ਹੁੰਦੇ ਥੋੜ੍ਹਾ ਜਿਹਾ ਇਹਦੇ ਵਿੱਚ ਅਸੀਂ ਆਪਣਾ ਕੁਛ ਪੋਜ਼ੀਟਿਵ ਦੇ ਕੇ ਜਾਵਾਂਗੇ ਤਾਂ ਉਹਨਾਂ ਦੀ ਜ਼ਿੰਦਗੀ ਵੀ ਬੈਟਰ ਹੋਊਗੀ। ਜਿਹੜੇ ਕਰਮ ਕਾਂਡ ਆ ਸਾਡੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਣਨ ਵਾਲਿਆਂ ਦਾ ਵੀ। ਤੇ ਉਹਦੇ ਵਿੱਚ ਮੈਂ ਹੁਣ ਆਪ ਸਾਰਿਆਂ ਨੂੰ ਬੇਨਤੀ ਕਰਦਾ ਜੀ ਕਿ ਆਪ ਜੀ ਆਪਣੇ ਵਿਚਾਰ ਦਿਓ। ਜੇ ਕੁਛ ਤੁਸੀਂ ਪੁੱਛਣਾ, ਕੁਛ ਦੱਸਣਾ ਤੇ ਕੁਛ ਆਪਣੇ ਵਿਚਾਰ ਸਾਂਝੇ ਕਰ ਰਹੇ, ਤੁਹਾਡੀ ਕੀ ਰਾਏ ਹੈ ਇਸ ਬਾਣੀ ਬਾਰੇ ਵਗੈਰਾ, ਤਾਂ ਤੁਸੀਂ ਉਹ ਅਨਮਿਊਟ ਹੋ ਜਾਓ। ਸਭ ਤੋਂ ਪਹਿਲਾਂ ਸਾਡੇ ਨਾਲ, ਮੈਨੂੰ ਨਾਂ ਨਹੀਂ ਜੀ ਪਤਾ, ਉਹਦੇ 'ਚ ਟਾਈਟਲ ਹੈਗਾ ਜੀ ਰੈਲਮ 1, REALME, ਰੀਅਲ ਮੀ 1, ਇੱਦਾਂ ਕੁਛ ਜੋ ਵੀ ਹੈਗਾ ਜੀ। ਉਹ ਜਿਹੜੇ ਅਨਮਿਊਟ ਹੋਏ ਆ ਪਹਿਲਾਂ ਉਹ ਆ ਜਾਣ, ਉਹਦੇ ਬਾਅਦ ਸਤਨਾਮ ਸਿੰਘ ਨਾਗਰਾ। ਹਾਂਜੀ, ਹੈਲੋ, ਰੈਲਮ 1, ਰੀਅਲ ਮੀ 1। ਨਹੀਂ ਜੀ, ਉਹਨਾਂ ਦਾ ਨਾਮ ਦਰਸ਼ਨ ਸਿੰਘ ਹੈ ਮੇਰੇ ਖਿਆਲ। ਨਹੀਂ ਜੀ, ਉੱਥੇ ਰੀਅਲ ਮੀ ਏਦਾਂ ਕੁਛ ਲਿਖਿਆ ਆ, REALME 1 ਪਹਿਲਾਂ। ਹਾਂਜੀ, ਨੀਨਾ ਭੈਣ ਜੀ ਦੇ ਬ੍ਰਦਰ ਨਾ ਜਿਹੜੇ ਇੰਡੀਆ ਤੋਂ, ਉਹ ਹੈਗੇ। ਨਹੀਂ ਜੀ, ਨਹੀਂ ਉਹਨਾਂ ਦਾ ਨਹੀਂ। ਉਹ ਠੀਕ ਹੈ। ਹਾਂਜੀ ਭਾਜੀ, ਹਾਂਜੀ ਤੁਸੀਂ ਕੁਛ ਕਹਿਣਾ? ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ ਜੀ, ਫਤਿਹ ਜੀ, ਫਤਿਹ ਕਰੋ ਗੱਲ ਜੀ। ਫਤਿਹ ਬੁਲਾਏ ਜੀ। ਹਾਂਜੀ ਠੀਕ ਹੈ ਜੀ। ਸਤਨਾਮ ਸਿੰਘ ਨਾਗਰਾ, ਤੁਸੀਂ ਭਾਈ ਸਾਹਿਬ, ਦਰਸ਼ਨ ਸਿੰਘ ਜੀ, ਤੁਸੀਂ ਕੁਛ ਗੱਲ ਕਰਨੀ ਹੈ ਜੀ? ਹਾਂਜੀ ਕਰੋ ਗੱਲ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ।
ਗਿਆਨੀ ਜੀ, ਹਾਂਜੀ ਵੀਰ ਜੀ। ਗਿਆਨੀ ਜੀ, ਕਿਸੇ ਦਾ ਚਲਾਣਾ ਕਰਨ ਤੇ ਜਾਣ ਤੋਂ ਬਾਅਦ ਜਿਹੜਾ ਅੱਜ ਕੱਲ ਰਿਵਾਜ ਹੋਇਆ ਕਿ ਪੂਰਾ ਭੋਜਨ, ਰੋਟੀ ਜਿਹੜੀ ਸਾਰੀ ਕੀਤੀ ਜਾਂਦੀ ਹੈ, ਉਹ ਰੋਟੀ ਜਿਹੜੀ ਅੱਜ ਕੀਤੀ ਜਾਂਦੀ ਹੈ ਉਹ ਬਿਲਕੁਲ ਜਿਸ ਤਰ੍ਹਾਂ ਵਿਆਹ ਦੇ ਹੁੰਦੀ ਹੈ ਉਸ ਤਰ੍ਹਾਂ ਦੀ ਰੋਟੀ ਹੁੰਦੀ ਹੈ। ਇਹ ਮੁਨਾਸਿਬ ਹੈ? ਥੈਂਕ ਯੂ ਜੀ ਪੁੱਛਣ। ਹਾਂਜੀ, ਜਿਹੜੇ ਮੇਰੇ ਨਿੱਜੀ ਵਿਚਾਰ ਨੇ, ਮੈਂ ਤਾਂ ਇਹ ਕਹਾਂਗਾ ਕਿ ਇਹੋ ਜਿਹੇ ਫਾਲਤੂ ਖਰਚ ਨਾ ਕਰਕੇ ਤੇ ਸਾਨੂੰ ਸਿੰਪਲ ਜਿਹੜਾ ਪ੍ਰਸ਼ਾਦਾ ਪਾਣੀ ਛਕਾਉਣਾ ਚਾਹੀਦਾ ਹੈ, ਵਾਧੂ ਦੇ ਖਰਚ ਨਹੀਂ ਕਰਨੇ ਚਾਹੀਦੇ। ਔਰ ਸਾਨੂੰ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣ ਦੀ ਟਰਾਈ ਕਰਨੀ ਚਾਹੀਦੀ ਹੈ। ਬਾਕੀ ਇਹ ਫੈਸਲੇ ਜਿਹੜੇ ਨੇ ਅਸੀਂ ਇਲਾਕੇ ਵਿੱਚ ਕਰ ਸਕਦੇ ਹਾਂ। ਜਿਵੇਂ ਹੁਣ ਅਸੀਂ ਕਰਨਾਲ ਵਿੱਚ ਰਹੇ ਹਾਂ ਤਾਂ ਉਧਰ ਕਈ ਵਾਰੀ 2-4 ਪਿੰਡਾਂ ਨੂੰ ਇਕੱਠਿਆਂ ਕਰਕੇ ਤੇ ਚੀਜ਼ਾਂ ਬਣਾਈਆਂ ਸੀ ਕਿ ਸਿੰਪਲ ਜਿਹੜਾ ਲੰਗਰ ਪ੍ਰਸ਼ਾਦਾ ਉਹ ਦਿੱਤਾ ਜਾਏ ਤਾਂ ਜ਼ਿਆਦਾ ਯੋਗ ਹੈ। ਜਿਵੇਂ ਕੱਲ ਵੀ ਵਿਚਾਰ ਕਰ ਰਹੇ ਸੀ ਕਿ ਗੁਲਾਬ ਜਾਮਨ ਦੂਜੇ ਤੀਜੇ ਪਤਾ ਨਹੀਂ ਲੱਗਦਾ ਵੀ ਬਾਪੂ ਦਾ ਵਿਆਹ ਹੈ ਕਿ ਭੋਗ ਹੈ, ਤਾਂ ਚਾਹੀਦਾ ਕਿ ਜੇ ਸਿੰਪਲ ਲੰਗਰ ਪ੍ਰਸ਼ਾਦਾ ਹੋਵੇ ਤਾਂ ਜ਼ਿਆਦਾ ਬਿਹਤਰ ਹੈਗਾ, ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਸਹੂਲਤ ਹੋ ਸਕੇ। ਧੰਨਵਾਦ ਤੁਹਾਡਾ। ਥੈਂਕ ਯੂ ਜੀ ਦਰਸ਼ਨ ਸਿੰਘ ਜੀ, ਧੰਨਵਾਦ ਤੁਹਾਡਾ। ਤੇ ਹੁਣ ਸਰਨਾਮ ਸਿੰਘ ਨਾਗਰਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ, ਇਹ ਬਾਣੀ ਗੁਰੂ ਘਰ ਦੇ ਵਿੱਚ ਤਾਂ ਸੁਣੀ ਜ਼ਰੂਰ ਸੀਗੀ, ਪਰ ਜਿਹੜੇ ਅਰਥ ਅੱਜ ਬਹੁਤ ਸਰਲ ਤਰੀਕੇ ਨਾਲ ਸਮਝ ਆਏ ਆ। ਤੇ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ, ਜਿਹੜੇ ਬਾਬਾ ਸੁੰਦਰ ਜੀ, ਇਹ ਬਾਣੀ ਗੁਰੂ ਅਮਰਦਾਸ ਜੀ ਨੇ ਲਿਖੀ ਹੈਗੀ ਆ ਕਿ ਬਾਬਾ ਸੁੰਦਰ ਜੀ ਦੀ ਇਹ ਹੈਗੀ ਆ? ਇਹਦੀ ਲਿਖੀ ਹੋਈ ਬਾਬਾ ਸੁੰਦਰ ਜੀ ਦੀ ਹੈ। ਤੇ ਇਹ ਜਿਹੜੇ 31 ਭਗਤਾਂ ਚ ਆਉਂਦੇ ਆ, ਭਗਤਾਂ ਵਿੱਚ ਗੁਰਸਿੱਖਾਂ ਦੇ ਵਿੱਚ ਆਣਗੇ। ਗੁਰੂ ਅਮਰਦਾਸ ਜੀ ਨੇ ਜੋ ਗੱਲਾਂ ਬਾਤਾਂ ਕੀਤੀਆਂ ਨਾ ਉਸ ਟਾਈਮ, ਉਹਨਾਂ ਨੂੰ ਕਾਵਿ ਦਾ ਰੂਪ ਬਾਬਾ ਸੁੰਦਰ ਜੀ ਨੇ ਦਿੱਤਾ। ਇਹ ਰਚਨਾ ਬਾਬਾ ਸੁੰਦਰ ਜੀ ਦੀ ਹੈ, ਵਿਚਾਰ ਗੁਰੂ ਅਮਰਦਾਸ ਜੀ ਦੇ। ਤੇ ਜਿਵੇਂ ਅਸੀਂ ਬਾਅਦ ਵਿੱਚ ਪੜਾਂਗੇ ਨਾ ਅੱਗੇ ਕੱਲ ਨੂੰ ਚੱਲ ਕੇ ਉਹਨੂੰ ਸਪਸ਼ਟ ਕਰਾਂਗੇ, ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ। ਤਾਂ ਇਹ ਰਚਨਾ ਬਾਬਾ ਸੁੰਦਰ ਜੀ ਦੀ ਹੈ। ਵਿਚਾਰ ਜਿਹੜੇ ਨੇ ਗੁਰੂ ਅਮਰਦਾਸ ਜੀ ਨੇ, ਉਹਨਾਂ ਨੂੰ ਕਾਵਿ ਰੂਪ ਬਾਬਾ ਸੁੰਦਰ ਜੀ ਨੇ ਦਿੱਤਾ। ਠੀਕ ਹੈ ਜੀ। ਇਹ ਗੁਰੂ ਅਮਰਦਾਸ ਜੀ ਦੇ ਜਿਹੜੀ ਫੈਮਿਲੀ ਸੀਗੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ, ਇਹ ਹੀ ਸੀਗੇ? ਹਾਂਜੀ ਹਾਂਜੀ ਹਾਂਜੀ, ਇਹ ਚਾਰੇ ਜਣੇ ਸੀ ਜੀ ਫੈਮਿਲੀ ਚ? ਹਾਂਜੀ ਹਾਂਜੀ ਹਾਂਜੀ। ਠੀਕ ਹੈ, ਥੈਂਕ ਯੂ ਜੀ। ਧੰਨਵਾਦ ਜੀ ਸਰਨਾਮ ਸਿੰਘ ਜੀ। ਤੇ ਹੁਣ ਸਾਡੇ ਨਾਲ ਨਰਿੰਦਰ ਸਿੰਘ ਜੱਸਲ, ਤੇ ਉਹਦੇ ਬਾਅਦ ਚ ਮੈਂ ਗੁਰਚਰਨ ਸਿੰਘ ਢੇਸੀ को ਆਉਂਗਾ। ਹਾਂਜੀ ਜੱਸਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੁਐਸਚਨ ਇਹ ਹੈ, ਜਦੋਂ ਕਿਸੇ ਦੇ ਘਰ ਮਰਗਤ ਹੋ ਜਾਂਦੀ ਹੈ ਜਾਂ ਆਪਾਂ ਕੋਈ ਅਫਸੋਸ ਕਰਦੇ ਹੈਗੇ ਆ, ਆਪਾਂ ਨੂੰ ਮਤਲਬ ਕਿਹੋ ਜਿਹੇ ਸ਼ਬਦ ਬੋਲਣੇ ਚਾਹੀਦੇ ਹੈਗੇ ਗੁਰਬਾਣੀ? ਹੁਣ ਆਪਾਂ ਮਤਲਬ ਸ਼ਬਦਾਵਲੀ ਬੜੀ ਯੂਜ਼ ਕਰਦੇ ਹੈਗੇ ਵੀ ਤੁਹਾਡੀ ਇਹਦੀ ਆਤਮਾ ਨੂੰ ਵਾਹਿਗੁਰੂ ਆਪਣੇ ਨਾਲ ਲਾਵੇ, ਇਹਨੂੰ ਸ਼ਾਂਤੀ ਮਿਲੇ। ਮਤਲਬ ਭਾਵੇਂ ਉਹ ਆਪਣੇ ਵਿਚਾਰਾਂ ਦੇ ਮੁਤਾਬਕ ਉਹ ਨਹੀਂ ਢੁਕਦੇ ਹੈਗੇ, ਕਿਉਂਕਿ ਆਤਮਾ ਦੇ ਵਿੱਚ ਆਪਾਂ ਵਿਸ਼ਵਾਸ ਨਹੀਂ ਕਰਦੇ, ਫਿਰ ਆਪਾਂ ਨੂੰ ਕਿਹੋ ਜਿਹੇ ਸ਼ਬਦ ਬੋਲਣੇ ਚਾਹੀਦੇ? ਹੁਣ ਵੀਰ ਇੱਥੇ ਨਾ ਕੋਈ ਸ਼ਬਦ ਅਸੀਂ ਫਿਕਸ ਤਾਂ ਨਹੀਂ ਕਰ ਸਕਦੇ ਕਿ ਸਾਨੂੰ ਇਹ ਸ਼ਬਦ ਬੋਲਣੇ ਚਾਹੀਦੇ ਨੇ, ਲੇਕਿਨ ਫਿਰ ਵੀ ਜੋ ਗੁਰਮਤਿ ਆਸ਼ੇ ਅਨੁਸਾਰ ਨੇ, ਜੇ ਅਸੀਂ ਉਹਨਾਂ ਦੇ ਨਾਲ ਕਹਿਣਾ ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਰੱਬ ਦੀ ਰਜ਼ਾ ਜਾਂ ਰੱਬ ਦਾ ਪਾਣਾ ਹੀ ਐਵੇਂ ਸੀ, ਤੇ ਸਾਨੂੰ ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ ਜਾਂ ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ। ਉੱਥੇ ਅਸੀਂ ਇਸ ਢੰਗ ਦੇ ਨਾਲ ਕਹਿ ਸਕਦੇ ਹਾਂ ਕਿ ਇਹ ਐਵੇਂ ਹੀ ਹੋਣਾ ਸੀ, ਕਿ ਨਹੀਂ। ਔਰ ਸਾਨੂੰ ਇਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਦੀ ਕਿਹੜੀ ਲੋੜ ਇਹਨਾਂ ਦੇ ਬੱਚਿਆਂ ਨੂੰ ਸੀ ਜਾਂ ਕੀ ਸੀ, ਕਿ ਅਸੀਂ ਰਲ ਮਿਲ ਕੇ ਤੇ ਇਹਦੇ ਰਹਿੰਦੇ ਹੋਏ ਕਾਰਜਾਂ ਨੂੰ ਅਸੀਂ ਪੂਰਾ ਕਰਾਂਗੇ, ਅਸੀਂ ਤੁਹਾਡੇ ਨਾਲ ਹਾਂ। ਇਸ ਟਾਈਪ ਦੇ ਨਾਲ ਜੋ ਘਰ ਦੇ ਲੋਕ ਨੇ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ ਔਰ ਉਹਨਾਂ ਨੂੰ ਸੱਚਾਈ ਦੇ ਨਾਲ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ। ਇਹੋ ਜਿਹੇ ਸ਼ਬਦ ਜਿਨ੍ਹਾਂ ਨਾਲ ਘਰਦਿਆਂ ਨੂੰ ਹੌਸਲਾ ਮਿਲੇ ਔਰ ਜਿਨ੍ਹਾਂ ਦੇ ਨਾਲ ਘਰਦਿਆਂ ਨੂੰ ਸੱਚਾਈ ਦਾ ਸਮਝ ਆਏ, ਉਹ ਸ਼ਬਦਾਵਲੀ ਸਾਨੂੰ ਬੋਲਣ ਦੀ ਟਰਾਈ ਕਰਨੀ ਚਾਹੀਦੀ। ਠੀਕ ਹੈ, ਥੈਂਕ ਯੂ। ਥੈਂਕ ਯੂ ਜੀ ਨਰਿੰਦਰ ਸਿੰਘ ਜੀ, ਥੈਂਕ ਯੂ ਤੁਹਾਡਾ। ਹੁਣ ਗੁਰਚਰਨ ਸਿੰਘ ਜੀ ਢੇਸੀ। ਸਤਿ ਸ਼੍ਰੀ ਅਕਾਲ ਗਿਆਨੀ ਜੀ। ਸਤਿ ਸ਼੍ਰੀ ਅਕਾਲ ਜੀ। ਬਸ ਮੈਂ ਇੰਨਾ ਹੀ ਕਹਿਣਾ ਸੀ ਕਿ ਵੀ ਅੱਜ ਜਿਹੜੇ ਤੁਹਾਡੇ ਵਿਆਖਿਆ ਹੈ ਉਹ ਕਾਫੀ ਸ਼ਲਾਘਾਯੋਗ ਆ, ਕਿ ਵੀ ਕਾਫੀ ਚੀਜ਼ ਸਮਝ ਆਈ ਆ। ਕਿ ਵੀ ਮੇਰੀ ਵੀ 6-7 ਸਾਲ ਦੀ ਉਮਰ ਦੇ ਵਿੱਚ ਮੈਨੂੰ ਵੀ ਇੱਕ ਕਰਮਕਾਂਡ ਦੇ ਵਿੱਚ ਹੀ ਗੁਜ਼ਰਨਾ ਪਿਆ ਸੀਗਾ। ਉਹ ਵੀ ਤੁਸੀਂ ਅੱਜ ਵਿਆਖਿਆ ਕਰਕੇ ਨਾ ਜਿਹੜਾ ਮਟਕਾ ਚਲੋ ਖਿਲਾਰਦੇ ਆ ਤੇ ਮਗਰੋਂ ਉਹਨੂੰ ਤੋੜਦੇ ਆ। ਅੱਜ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਮੈਨੂੰ ਇਸ ਚੀਜ਼ ਦੀ ਸਮਝ ਆਈ ਆ। ਨਾ ਹੀ
ਅੱਜ ਤੱਕ ਕਦੇ ਜ਼ਰੂਰਤ ਪਈ ਸੀ ਕਿਸੇ ਨੂੰ ਪੁੱਛਣ ਦੀ। ਇਹ ਵੀ ਇਹ ਕੰਮ ਕੀਤਾ ਜਾਂਦਾ ਆ। ਤੇ ਬੜੀ ਮਿਹਰਬਾਨੀ ਤੁਹਾਡੀ ਆ ਗੱਲ ਸਮਝਾਉਣ ਦੀ ਕਿ ਵੀ ਮੈਨੂੰ ਵੀ ਇਹ ਕੰਮ ਕਰਨਾ ਪਿਆ ਸੀ 6-7 ਸਾਲ ਦੀ ਉਮਰ ਦੇ ਵਿੱਚ। ਹਾਂਜੀ, ਕਈ ਵਾਰੀ ਕਰਨੇ ਪੈ ਜਾਂਦੇ, ਨਾ ਚਾਹੁੰਦਿਆਂ ਹੋਇਆ ਵੀ ਸਮਾਜ ਵਿੱਚ ਉਹ ਕਰ ਲੈਂਦਾ ਬੰਦਾ। ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਗੁਰਚਰਨ ਸਿੰਘ ਜੀ। ਦੇਖੋ ਜੀ, ਉਸ ਟਾਈਮ ਤੇ ਸਾਨੂੰ ਦੱਸਿਆ ਜਾਂਦਾ ਤੂੰ ਐਂ ਕਰ, 6-7 ਸਾਲ ਦੀ ਉਮਰ ਦੇ ਵਿੱਚ ਤੁਹਾਡਾ ਤਾਂ ਕੋਈ ਰੋਲ ਹੀ ਨਹੀਂ ਹੈਗਾ, ਤੇ ਤੁਹਾਨੂੰ ਦੱਸਿਆ ਜਾਂਦਾ ਉਸ ਟਾਈਮ ਤੇ ਕਿ ਤੁਸੀਂ ਐਂ ਕਰੋ, ਤੁਸੀਂ ਐਂ ਕਰੋ, ਤੇ ਉਹ ਤੁਸੀਂ ਪੂਰੇ ਕਰਦੇ ਕਰਦੇ ਹੁਣ ਤੁਸੀਂ ਇੰਨੀ ਮਤਲਬ ਇਸ ਏਜ ਦੇ ਵਿੱਚ ਤੁਸੀਂ ਥਿੰਕ ਬੈਕ ਕਰਦੇ ਆ ਕਿ ਉਹ ਕਰਮ ਠੀਕ ਸੀਗਾ ਜਾਂ ਨਹੀਂ। ਸਾਡੇ ਨਾ ਆਪਣੇ ਮੇਰੇ ਪਿਤਾ ਜੀ ਦੀ ਜਦੋਂ ਡੈਥ ਹੋਈ ਸੀ ਤੇ ਉਦੋਂ ਸਾਨੂੰ ਪ੍ਰੋਬਲਮ ਆਈ ਸੀ। ਮਤਲਬ ਚਲੋ ਅਸੀਂ ਕਰਮ ਕਾਂਡ ਤੇ ਨਹੀਂ ਕੀਤੇ, ਅਸੀਂ ਨਾ ਅਸਥੀਆਂ ਵਗੈਰਾ ਨਹੀਂ ਚੁਗੀਆਂ। ਅਸੀਂ ਆਪਣੇ ਪਿਤਾ ਜੀ ਨਾਲ ਪਹਿਲਾਂ ਹੀ ਗੱਲ ਕੀਤੀ ਸੀ ਕਿ ਤੁਹਾਡਾ ਜਿਹੜਾ ਸਾਰੀ ਰਾਖ ਵਗੈਰਾ ਉਹ ਪਾਣੀ ਵਿੱਚ ਵਹਾਵਾਂਗੇ, ਜਿਵੇਂ ਰਹਿਤ ਮਰਿਆਦਾ ਵਿੱਚ ਲਿਖਿਆ ਹੈ। ਤਾਂ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਸਾਡੇ ਨਾਲ ਨਾਰਾਜ਼ ਸੀ ਕਿ ਅਸੀਂ ਤੁਹਾਡਾ ਸਮਾਜਿਕ ਬਾਈਕਾਟ ਕਰਾਂਗੇ ਜੇ ਤੁਸੀਂ ਫੁੱਲ ਚੁੱਕ ਕੇ ਹਰਿਦੁਆਰ ਜਾਂ ਕੀਰਤਪੁਰ ਲੈ ਕੇ ਨਾ ਗਏ। ਸਮਾਜਿਕ ਬਾਈਕਾਟ ਕਰਨ ਤੱਕ ਵੈਸੇ ਅਸੀਂ ਆਖਿਆ ਵੀ ਸੱਜਣੋ, ਵੀ ਜੇ ਤਾਂ ਸਾਡੀ ਕੋਈ ਹੋਰ ਗਲਤੀ ਹੈ ਤਾਂ ਅਸੀਂ ਤੁਹਾਡੇ ਤੋਂ ਮਾਫੀ ਵੀ ਮੰਗਣ ਲਈ ਤਿਆਰ ਹਾਂ, ਵੀ ਸਾਡੇ ਤੁਸੀਂ ਪਿਓਾਂ ਵਰਗੇ ਹੋ, ਪਰ ਜੇ ਤੁਸੀਂ ਸਾਨੂੰ ਇਹ ਮਜਬੂਰ ਕਰੋ ਕਿ ਫੁੱਲ ਚੁੱਕ ਕੇ ਕੀਰਤਪੁਰ ਜਾਂ ਮਤਲਬ ਜਾਓ ਤੁਸੀਂ ਹਰਿਦੁਆਰ, ਤਾਂ ਮੈਂ ਵੀ ਸਾਡਾ ਸਮਾਜਿਕ ਬਾਈਕਾਟ ਬੇਸ਼ੱਕ ਕਰ ਦੋ, ਬਸ ਇਹ ਕੰਮ ਨਹੀਂ ਕਰਨਾ। ਅਸੀਂ ਕਿਉਂਕਿ ਇਹ ਚੀਜ਼ ਗੁਰਮਤ ਨਾਲ ਨਹੀਂ ਹੈ, ਤਾਂ ਫਿਰ ਅਸੀਂ ਆਪਣੇ ਪਿਤਾ ਜੀ ਦੀ ਜਿਹੜੀ ਸਾਰੀ ਰਾਖ ਹੈ ਅਸਥੀਆਂ ਸਮੇਤ ਚੁੱਕ ਕੇ ਇਕੱਠੀ ਕਰਕੇ, ਤੇ ਸਾਡੇ ਨਾਲ ਹੀ ਇੱਥੇ ਭਾਖੜਾ ਨਹਿਰ ਹੈਗੀ, ਬੋਟ ਸ਼ਾਮ ਦੇ ਸਾਈਡ ਤੋਂ ਲੰਘਦੀ, ਅਸੀਂ ਉਹਦੇ ਵਿੱਚ ਪਾ ਕੇ ਆਏ ਸੀ। ਤਾਂ ਪ੍ਰੋਬਲਮ ਆਉਂਦੀ ਹੈ ਸਮਾਜ ਵੱਲੋਂ ਆ ਜਾਂਦੀ ਕਈ ਵਾਰੀ, ਪਰ ਉਹਦੇ ਵਾਸਤੇ ਸਾਡੇ ਕੋਲ ਜੇ ਨੌਲੇਜ ਹੈ ਤਾਂ ਦ੍ਰਿੜਤਾ ਦੇ ਨਾਲ ਸਾਨੂੰ ਇੱਧਰ ਥੋੜਾ ਜਿਹਾ ਕੰਮ ਕਰਨਾ ਪਵੇਗਾ। ਤਾਂ ਫਿਰ ਹੋ ਜਾਂਦਾ ਕਿ ਸਮਾਜ ਵਿੱਚ ਕਈ ਵਾਰੀ ਲੋਕ ਝੁਕ ਜਾਂਦੇ ਨੇ, ਕਈ ਵਾਰੀ ਕੋਈ ਨਹੀਂ ਝੁਕਦਾ, ਤੇ ਸਾਡੇ ਤੋਂ ਧੱਕੇ ਨਾਲ ਕਈ ਸਾਰੇ ਐਸੇ ਕੰਮ ਕਰਾਉਣ ਦੀ ਟਰਾਈ ਕੀਤੀ ਜਾਂਦੀ ਹੈ, ਪਰ ਉਹ ਬੰਦਾ ਦ੍ਰਿੜਤਾ ਦੇ ਨਾਲ ਰੋਕ ਸਕਦਾ ਹੈ, ਅੜ ਸਕਦਾ ਹੈ, ਜਿਹਨੂੰ ਪੂਰਨ ਤੌਰ ਤੇ ਵਿਸ਼ਵਾਸ ਹੋ ਹੈਗਾ। ਇਸ ਕਰਕੇ ਸਾਨੂੰ ਇੱਧਰ ਧਿਆਨ ਦੇਣ ਦੀ ਥੋੜੀ ਜ਼ਰੂਰਤ ਹੈ। ਧੰਨਵਾਦ ਤੁਹਾਡਾ। ਹਾਂਜੀ ਤਰੋਜਨ ਜੀ, ਵਾਕਿਆ ਸਹੀ ਆ ਗੱਲ ਕਹਿਣ ਚ। ਹਾਲਾਂਕਿ ਮੈਨੂੰ ਰੋਣਾ ਵੀ ਦੱਸਿਆ ਗਿਆ ਸੀਗਾ ਕਿ ਵੀ ਤੈਂ ਜਾ ਕੇ ਰੋਣਾ ਵੀ ਆ। ਹਾਂਜੀ ਹਾਂਜੀ, ਇਹ ਚੀਜ਼ਾਂ ਨਹੀਂ ਪਤਾ ਹੁੰਦਾ ਕਿ ਮੌਤ ਕੀ ਹੁੰਦੀ ਕੀ ਨਹੀਂ ਆ, ਜਾਣੀ ਕਿ ਨਾ ਜੋ ਲੋਕ ਤੁਹਾਨੂੰ ਦੱਸਦੇ ਤੁਸੀਂ ਉਹਦੇ ਮੁਤਾਬਕ ਕਰੀ ਜਾਂਦੇ ਆ, ਕਰੀ ਜਾਂਦਾ ਬੰਦਾ, ਜਦੋਂ ਪਤਾ ਹੀ ਨਹੀਂ ਤੇ ਫਿਰ ਬੰਦਾ ਕਰੀ ਜਾਂਦਾ। ਹੁਣ ਤਾਂ ਵੈਸੇ ਹਟ ਗਏ, ਥੈਂਕ ਯੂ ਜੀ, ਹੁਣ ਤਾਂ ਵੈਸੇ ਹਟ ਗਏ ਆ ਇਹ ਕੰਮ, ਪਰ ਪੁਰਾਣੇ ਟਾਈਮਾਂ ਦੇ ਵਿੱਚ ਜਿਹੜੀਆਂ ਮਕਾਨਾਂ ਲੈ ਕੇ ਇੱਕ ਪਿੰਡ ਤੋਂ ਦੂਏ ਪਿੰਡ ਦੇ ਵਿੱਚ ਉਹਨਾਂ ਦੇ ਘਰ ਨੂੰ ਜਾਣਾ ਹੁੰਦਾ ਸੀਗਾ, ਉਹ ਵੀ ਇੱਕ ਰਿਵਾਜ ਸੀਗਾ, ਜਿਹਦੇ ਵਿੱਚ ਕੋਈ ਲੇਡੀਜ਼ ਇਕੱਠੀਆਂ ਕਰਕੇ ਤਾਂ ਗਰੁੱਪ ਦੇ ਵਿੱਚ ਸਾਰਾ ਟਾਈਮ ਤਾਂ ਉਹ ਹੱਥ ਤੇ ਖੇਲਦੇ ਜਾਂਦੇ, ਜਿਹੜੇ ਪਿੰਡ ਦੇ ਕੋਲ ਜਾਣਾ, ਜੇ ਘਰ ਦੇ ਕੋਲ ਜਾਣਾ ਤਾਂ ਇੰਨੇ ਕੀਰਨੇ ਪਾਉਣੇ। ਉਹ ਕੀਰਨੇ ਪਾਉਣਾ ਵੀ ਇੱਕ ਤਰ੍ਹਾਂ ਦਾ ਸਮਾਜਿਕ ਇੱਕ ਸੀਗੀ ਚੀਜ਼, ਜਿਹਨੂੰ ਮੂਹਰੇ ਰੱਖ ਕੇ ਤਾਂ ਹਰ ਕੋਈ ਕਰਦਾ ਸੀਗਾ, ਕਿਉਂਕਿ ਅਸੀਂ ਸਮਾਜਿਕ ਪ੍ਰਾਣੀ ਆ ਤੇ ਸਮਾਜ ਦੇ ਵਿੱਚ ਰਹਿੰਦੇ, ਜਿੱਦਾਂ ਸਮਾਜ ਦਾ ਸਿਸਟਮ ਚੱਲਦਾ ਹੈ ਉਹਦੇ ਮੁਤਾਬਕ ਚੱਲਦੇ ਆ। ਪਰ ਜੇ ਚੱਲਦੇ ਹੋਏ ਸਿਸਟਮ ਨੂੰ ਤੋੜਨਾ ਹੋਵੇ, ਜਿੱਦਾਂ ਗਿਆਨੀ ਜੀ ਨੇ ਕਿਹਾ ਕਿ ਅਸੀਂ ਨਹੀਂ ਉਹ ਕੰਮ ਕੀਤਾ ਜਿਹੜਾ ਸਾਨੂੰ ਕਰਨ ਨੂੰ ਕਹਿੰਦੇ ਸੀਗੇ, ਤੇ ਤੁਹਾਡੀ ਸੋਚ ਵੱਖਰੀ ਸੀਗੀ, ਪਰ ਉਹ ਕਿੱਥੋਂ ਤਾਈਂ ਪਹੁੰਚ ਗਿਆ ਕਿ ਤੁਹਾਡਾ ਬਾਈਕਾਟ ਕਰਾਂਗੇ, ਸਮਾਜਿਕ ਬਾਈਕਾਟ ਕਰਾਂਗੇ। ਇੱਥੇ ਤਾਈਂ ਜਾਣੀ ਉਹਦਾ ਵਿਰੋਧ ਹੁੰਦਾ ਹੈ ਜੇ ਕੋਈ ਤੁਸੀਂ ਚੀਜ਼ ਨੂੰ ਤੋੜਦੇ ਆ ਜਿਹੜੀ ਸਮਾਜ ਦੇ ਵਿੱਚ ਚੱਲਦੀ ਹੈ। ਹਾਂਜੀ, ਤੇ ਇੱਕ ਹੋਰ ਗੱਲ ਬੜੀ ਕਲੀਅਰ ਹੋ ਗਈ ਜੀ, ਅੱਜ ਸੁਣਿਆ ਤਾਂ ਆਪਾਂ ਬਹੁਤ ਵਾਰੀ ਸੀਗਾ, ਜਿਹੜਾ ਗਾਹਾਂ ਇੱਕ ਤੁਕ ਦੇ ਵਿੱਚ ਸੀਗਾ ਨਾ, ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜੇ ਪੁਰਾਣ ਜੀਓ। ਇਹਦਾ ਲਿਟਰਲੀ ਮਤਲਬ ਜਿਹੜੇ ਆਪਾਂ ਕੱਢੇ ਹੋ ਸੀਗੇ ਜਾਂ ਸਾਨੂੰ ਦੱਸੇ ਹੋ ਸੀਗੇ, ਜਿਹੜਾ ਇੱਕ ਤਰ੍ਹਾਂ ਦਾ ਹਿੰਦੂ ਪ੍ਰਭਾਵ ਪਿਆ ਸੀਗਾ, ਉਹ ਇਹਦੇ ਵਿੱਚੋਂ ਝਲਕ ਪੈਂਦੀ ਹੈ। ਤਾਂ ਜਿਨ੍ਹਾਂ ਨੇ ਇਹਨਾਂ ਦੀ ਵਿਆਖਿਆ ਸਾਡੇ ਮੂਹਰੇ ਰੱਖੀ ਹੈ, ਉਹ ਵੀ ਮਤਲਬ ਉਹਨਾਂ ਨੂੰ ਪ੍ਰੋੜਤਾ ਦਿੰਦੀ ਸੀਗੀ, ਪਰ ਇਹਦਾ ਅਸਲੀ ਮਤਲਬ ਜਿੱਦਾਂ ਗਿਆਨੀ ਜੀ ਨੇ ਦੱਸਿਆ, ਤੇ ਉਹ ਮੇਰਾ ਖਿਆਲ ਹੈ ਵੀ ਆਪਾਂ ਸ਼ਾਇਦ ਨਾਮ ਵੀ ਸੁਣਿਆ ਹੋਵੇ ਇੱਦਾਂ, ਪਰ ਜਿਨ੍ਹਾਂ ਨੇ ਸੁਣਿਆ ਹੈ ਮੁਬਾਰਕ। ਤੇ ਚਾਹੀਦਾ ਤਾਂ ਵੈਸੇ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਦਾਂ ਦੀ ਕਰਮਕਾਂਡ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ। ਉਹ ਕਿੱਦਾਂ ਕਹਿ ਕੇ ਜਾ ਸਕਦੇ ਸੀ ਵੀ ਤੁਸੀਂ ਬਾਅਦ ਦੇ ਵਿੱਚ ਪੰਡਤ ਨੂੰ ਸੱਦ ਲਿਓ ਜਾਂ ਕਿੱਦਾਂ। ਇਹ ਵੱਖਰੀ ਗੱਲ ਹੈ ਵੀ ਸਾਡੇ ਜਿਹੜੇ ਕੁਛ ਜਿਨ੍ਹਾਂ ਨੂੰ ਆਪਾਂ ਗਿਆਨੀ ਵੀ ਕਹਿ ਦਿੰਦੇ ਆ ਜਾਂ ਬਹੁਤ ਪਹੁੰਚੇ ਬੰਦੇ, ਪਰ ਉਹ ਵੀ ਕਰਮਕਾਂਡਾਂ ਦੇ ਵਿੱਚ ਇੱਕ ਤਕਰੀਬਨ ਫਸ ਜਾਂਦੇ, ਕਿਉਂਕਿ ਉਹਨਾਂ ਦੇ ਸਿਰਫ ਪਹਿਰਾਵਾ ਹੀ ਹੁੰਦਾ, ਪਰ ਅਸਲੀਅਤ ਦੇ ਵਿੱਚ ਉਹ ਜੁੜੇ ਨਹੀਂ ਹੁੰਦੇ। ਤੇ ਮਤਲਬ ਇਹ ਵੀ ਬਹੁਤ ਕਲੀਅਰ ਹੋ ਗਈ ਗੱਲ ਅੱਜ ਸਾਰਿਆਂ ਨੂੰ। ਸਾਡੇ ਨਾਲ ਕੁਲਦੀਪ ਕੌਰ ਭੈਣ ਜੀ ਵੀ ਜੁੜੇ ਆ ਜੀ, ਤੁਸੀਂ ਕੁਝ ਪੁੱਛਣਾ? ਹਾਂਜੀ ਕਰੋ ਗੱਲ। ਗਿਆਨੀ ਜੀ। ਹਾਂ ਭੈਣ। ਜਿਹੜੇ ਬਾਬਾ ਸੁੰਦਰ ਜੀ ਹੈ, ਹਾਂਜੀ, ਇਹ ਕਿਹਨਾਂ ਚਾਹੁੰਦੇ, ਸਿੱਖਾਂ 'ਚ ਭਗਤਾਂ 'ਚ ਕਿਹਨਾਂ ਚਾਹੁੰਦੇ ਆ? ਇਹ ਗੁਰਸਿੱਖਾਂ ਵਿੱਚ ਆਣਗੇ ਭੈਣ। ਮੈਨੂੰ ਕਿਸੇ ਨੇ ਪੁੱਛਿਆ ਸੀ, ਕੋਈ ਸਾਡੇ ਹਿੰਦੂ ਫਰੈਂਡ ਹੈ, ਉਹ ਕਹਿੰਦੇ ਕਿ ਜਿਹੜੇ ਸਿੱਖ ਸੀਗੇ
ਉਹ ਤਾਂ ਗੁਰੂ ਗੋਬਿੰਦ ਸਿੰਘ ਨੇ ਬਣਾਏ। ਮੈਂ ਕਿਹਾ ਉਹਨਾਂ ਨੇ ਸਿੰਘ ਬਣਾਏ, ਫੌਜ ਬਣਾਈ, ਆਰਮੀ ਬਣਾਈ, ਲੇਕਿਨ ਧਰਮ ਜਿਹੜਾ ਗੁਰੂ ਨਾਨਕ ਤੋਂ ਸ਼ੁਰੂ ਹੋ ਗਿਆ। ਮੰਨਦੇ ਨਹੀਂ ਹੈਗੇ, ਚਲੋ ਉਹਨਾਂ ਨੇ ਨਹੀਂ ਮੰਨਣਾ, ਉਹਨਾਂ ਦੀ ਮਰਜ਼ੀ ਹੈ। ਪਰ ਫਿਰ ਮੈਂ ਇਸ ਕਰਕੇ ਪੁੱਛਿਆ ਕਿ ਵੀ ਜਿਹੜਾ ਸੁੰਦਰ ਸੀ ਸੀਗੇ, ਇਹ ਤਾਂ ਫਿਰ ਮਤਲਬ ਉਸ ਟਾਈਮ ਤੇ ਹੀ ਸੀਗੇ ਜਦੋਂ ਗੁਰੂ ਅਮਰਦਾਸ ਜੀ ਸੀਗੇ। ਹਾਂਜੀ, ਦੇਖੋ ਸਿੱਖ ਜਿਹੜਾ ਪਹਿਲਾ ਸਿੱਖ ਅਸੀਂ ਆਮ ਇਤਿਹਾਸ ਵਿੱਚ ਸੁਣਿਆ ਵੀ ਭੈਣ ਨਾਨਕੀ ਗੁਰੂ ਨਾਨਕ ਦੇਵ ਜੀ ਦੀ ਸਿੱਖ ਹੈ। ਆਪਣਾ ਅਸੀਂ ਵੇਖਦੇ ਬਾਬਾ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਦੇ ਸਿੱਖ ਨੇ, ਜਾਂ ਰਾਏ ਬੁਲਾਰ ਜਿਹੜਾ ਉਹ ਸਿੱਖ ਹੈ। ਤਾਂ ਸਿੱਖ ਦਾ ਮਤਲਬ ਹੈਗਾ ਜਿਹੜਾ ਸੱਚ ਨੂੰ ਅਪਣਾ ਰਿਹਾ, ਸਿੱਖੀ ਸਿੱਖਿਆ ਗੁਰੂ ਵਿਚਾਰ, ਤੇ ਉਹ ਗੁਰੂ ਦਾ ਸਿੱਖ ਜਿਹੜਾ ਧਰਮ ਹੈ ਉਹ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਰਿਹਾ ਨਾ। ਅਸੀਂ ਜਿਹੜਾ ਸਿੱਖ ਔਰ ਸਿੰਘ ਵਿੱਚ ਫਰਕ ਕਰ ਬੈਠੇ ਹਾਂ, ਸਾਡੀ ਆਪਣੀ ਪ੍ਰੋਬਲਮ ਹੈ। ਸਿੱਖ ਹੀ ਸਿੰਘ ਹੋ ਗਿਆ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਡਾ ਸਫ਼ਰ ਹੈ ਉਹ ਰਬਾਬ ਤੋਂ ਲੈ ਕੇ ਨਗਾਰੇ ਤੱਕ ਦਾ ਸਫ਼ਰ ਹੈ, ਉਹਨੂੰ ਸਮੁੱਚਤਾ ਤੱਕ ਅਸੀਂ ਵੇਖਣਾ ਹੈ, ਅਲੱਗ-ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ। ਕਿ ਜਿੰਨੇ ਵੀ ਹਿੰਦੂ ਤੁਸੀਂ ਕਹਿ ਲਓ, ਜਿਹੜੇ ਆਹ ਬਾਬੇ ਬੂਬੇ ਕਹਿ ਲਓ, ਉਹ ਸਾਰੇ ਹੀ ਮੈਂ ਬਹੁਤ ਵਾਰੀ ਸੁਣਿਆ, ਉਹ ਕਹਿੰਦੇ ਨੇ ਕਿ ਜਿਹੜਾ ਗੁਰੂ ਨਾਨਕ ਨੇ ਕੋਈ ਧਰਮ ਨਹੀਂ ਸ਼ੁਰੂ ਕੀਤਾ। ਇੱਥੇ ਆ ਕੇ ਫਿਰ ਸਾਡੇ ਫਰੈਂਡ ਜਿਹੜੇ ਆ ਉਹ ਬਹੁਤ ਆਰਗੂ ਕਰਦੇ ਆ। ਅਸਲ ਦੇ ਵਿੱਚ ਨਾ ਇਹ ਗੱਲ ਨਹੀਂ ਹੈ ਕਿ ਗੁਰੂ ਨਾਨਕ ਦੇਵ ਨੇ ਧਰਮ ਨਹੀਂ ਸ਼ੁਰੂ ਕੀਤਾ, ਅਸਲ ਦੇ ਵਿੱਚ ਧਰਮ ਹੀ ਗੁਰੂ ਨਾਨਕ ਦੇਵ ਨੇ ਸ਼ੁਰੂ ਕੀਤਾ। ਕਿਉਂਕਿ ਜਦੋਂ ਗੁਰੂ ਜੀ ਕਹਿ ਰਹੇ ਨੇ ਨਾ ਸਰਬ ਧਰਮ ਹੈ ਸ੍ਰੇਸ਼ਟ ਧਰਮ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਾਂ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਵੀ ਸਰਬ ਸ਼ਬਦੰ ਏਕ ਸ਼ਬਦੰ ਏਕੁ ਜਾਣੈ ਪਿਓ, ਤਾਂ ਧਰਮ ਦੀ ਗੱਲ ਹੀ ਗੁਰੂ ਨਾਨਕ ਦੇਵ ਜੀ ਕਰ ਰਹੇ ਨੇ। ਏਕੋ ਧਰਮ ਦ੍ਰਿੜ੍ਹੈ ਸੱਚ ਕੀ, ਬਾਕੀ ਤਾਂ ਮਜ਼ਹਬ ਹੋ ਸਕਦੇ ਨੇ, ਧਰਮ ਤਾਂ ਗੁਰੂ ਨਾਨਕ ਦੇਵ ਜੀ ਗੱਲ ਹੀ ਧਰਮ ਦੀ ਗੁਰੂ ਨਾਨਕ ਦੇਵ ਜੀ ਕਰ ਰਹੇ ਨੇ ਕਿ ਇੱਕੋ ਹੀ ਧਰਮ ਹੈਗਾ। ਬਾਕੀ ਤਾਂ ਕਰਮ ਕਾਂਡ ਜਿਹੜੇ ਨੇ ਉਹ ਮਜ਼ਹਬਾਂ ਦੇ ਵਿੱਚ ਹੋ ਸਕਦੇ ਨੇ, ਧਰਮ ਤਾਂ ਫਰਜ਼ ਗੁਰੂ ਨਾਨਕ ਦੇਵ ਜੀ, ਧਰਮ ਦੀ ਗੱਲ ਹੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਔਰ ਅਸੀਂ ਕਹਿੰਦੇ ਨਾ ਕਿ ਦੂਜਾ ਧਰਮ ਤੀਜਾ ਧਰਮ, ਉਹਨਾਂ ਦਾ ਗੁਰੂ ਨਾਨਕ ਦੇਵ ਨੇ ਖੰਡਨ ਕੀਤਾ ਹੈ। ਅਸਲੀ ਧਰਮ ਕੀ ਹੈ? ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਹੀ ਧਰਮ ਹੈ। ਹੁਣ ਆਮ ਨਾ ਬੰਦਾ ਕਹਿ ਦਿੰਦਾ ਸਾਨੂੰ, ਹੁਣ ਕਹਿੰਦੇ ਤੁਸੀਂ ਸਿੱਖ ਕੇਸ ਕਿਉਂ ਰੱਖਦੇ ਹੋ? ਹੁਣ ਦੇਖੋ ਇਹ ਸਵਾਲ ਗਲਤ ਹੈਗਾ ਵੀ ਮੈਂ ਕੇਸ ਕਿਉਂ ਰੱਖਣਾ ਵਾ। ਸਵਾਲ ਇਹ ਨਹੀਂ ਕਿ ਮੈਂ ਕੇਸ ਕਿਉਂ ਰੱਖੇ ਨੇ, ਸਵਾਲ ਤੇ ਵੀ ਤੁਸੀਂ ਕੇਸ ਕਟਾਏ ਕਿਉਂ ਨੇ, ਕਿਉਂਕਿ ਇਹ ਨੈਚੁਰਲ ਹੈਗਾ ਨਾ। ਸਵਾਲ ਇਹ ਕਿ ਤੁਸੀਂ ਧਰਮ ਨੂੰ ਕਿਉਂ ਅਪਣਾਇਆ, ਇਹ ਗਲਤ ਹੈਗਾ। ਸਵਾਲ ਇਹ ਕਿ ਤੁਸੀਂ ਧਰਮ ਨੂੰ ਛੱਡਿਆ ਕਿਉਂ, ਤੁਸੀਂ ਫਰਜ਼ ਕਿਉਂ ਛੱਡੀ ਫਿਰਦੇ ਹੋ? ਆਪਣੇ ਬੇਟੇ ਵਾਲੇ, ਬੇਟੀ ਵਾਲੇ, ਮਾਂ ਬਾਪ ਵਾਲੇ ਫਰਜ਼ ਪੂਰੇ ਕਿਉਂ ਨਹੀਂ ਕਰਦੇ? ਫਰਜ਼ਾਂ ਨੂੰ ਪੂਰੇ ਕਰਨਾ ਧਰਮ ਹੈ ਨਾ। ਪਰ ਜਿੰਨੇ ਵੀ ਰਿਸ਼ੀ ਮੁਨੀ ਸੀ ਉਹ ਤੇ ਸਾਰੇ ਹੀ ਹਾਲੇ ਵੀ ਕੀ ਕਹਿੰਦੇ, ਕਿਹੜਾ ਵਰਡ ਯੂਜ਼ ਕਰ, ਮੇਰੇ ਮੂੰਹੋਂ ਨਿਕਲ ਨਹੀਂ ਰਿਹਾ, ਸੂਰਤ, ਫੁੱਲ ਸੂਰਤ ਜਿੱਦਾਂ ਆਪਾਂ ਕਹਿੰਦੇ ਆ, ਵਰਡ ਨਹੀਂ, ਸਾਬਤ ਸੂਰਤ, ਸਾਬਤ ਸੂਰਤ ਆ। ਸਾਰੇ ਜਿੰਨੇ ਵੀ ਰਿਸ਼ੀ ਆ ਹਿੰਦੂਆਂ ਦੇ ਵੀ, ਉਹ ਤੇ ਸਾਰੇ ਸਾਬਤ ਸੂਰਤ ਹੈਗੇ ਨੇ। ਹਾਂਜੀ, ਅਸਲੀ ਗੱਲ ਇਹ ਹੈਗੀ ਹੈ ਕਿ ਕੁਦਰਤ ਦੇ ਨਾਲ ਜਿਹੜੇ ਸਿੱਖ ਦੇ ਕੇਸ ਨੇ ਨਾ, ਤਾਂ ਇੱਕ ਐਲਾਨ ਹੈਗਾ ਕਿ ਮੈਂ ਕੁਦਰਤ ਦੇ ਨਾਲ ਪਿਆਰ ਕਰਨ ਵਾਲਾ ਮੈਂ, ਰਜ਼ਾ ਦੇ ਵਿੱਚ ਤੁਰਨ ਵਾਲਾ। ਤੇ ਇਸ ਕਰਕੇ ਨਾ ਮਤਲਬ ਉਹਨਾਂ ਚੀਜ਼ਾਂ ਨੂੰ ਐਕਸਪਲੇਨ ਜਿਹੜਾ ਗਲਤ ਢੰਗ ਦੇ ਨਾਲ ਕੀਤਾ ਗਿਆ, ਉਹਨਾਂ ਨੂੰ ਸਿਰਫ ਇੱਕ ਸਿੱਖ ਦੇ ਨਾਲ ਜੋੜ ਦਿੱਤਾ ਗਿਆ ਵੀ ਇਹ ਸਿੱਖੀ ਹੈ ਜਾਂ ਇਹ ਸਿੱਖਾਂ ਦਾ। ਜਿਵੇਂ ਹੁਣ ਪੰਜਾਬੀ ਬੋਲੀ ਹੈ ਤਾਂ ਇਹ ਪੰਜਾਬ ਦੀ ਭਾਸ਼ਾ ਸੀ, ਉਹਨੂੰ ਸਿਰਫ ਸਿੱਖਾਂ ਨਾਲ ਜੋੜ ਕੇ ਵਿਰੋਧ ਕੀਤਾ ਜਾਏ ਤਾਂ ਉਹ ਇਹੋ ਜਿਹੀਆਂ ਪ੍ਰੋਬਲਮਸ ਕ੍ਰੀਏਟ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਹੈ ਨਹੀਂ। ਜਦੋਂ ਅਸੀਂ ਨਿਸ਼ਪਕਸ਼ ਜਿਹਾ ਹੋ ਕੇ ਵਿਚਾਰਦੇ ਆ ਨਾ, ਤਾਂ ਫਿਰ ਇਹਨਾਂ ਚੀਜ਼ਾਂ ਦੀ ਨਾ ਸਮਝ ਆ ਜਾਂਦੀ ਹੈ। ਅਸੀਂ ਫਿਰ ਭੈਣ ਕੁਲਦੀਪ, ਪਤਾ ਕੀ ਹੁੰਦਾ, ਤੁਸੀਂ ਠੀਕ ਕਹਿ ਰਹੇ ਹੋ, ਤੁਹਾਨੂੰ ਇਹਨਾਂ ਚੀਜ਼ਾਂ ਦਾ ਚਲੋ ਸਮਝ ਹੀ ਹੈ। ਅਸਲੀ ਲੋਕਾਂ ਦਾ ਜਿਹੜਾ ਵਾਦ ਵਿਵਾਦ ਹੈ ਨਾ ਧਰਮ ਦੇ ਅੰਦਰ, ਉਹ ਹੈਗਾ ਕਰਮ ਕਾਂਡਾਂ ਦਾ, ਮਰਿਆਦਾਵਾਂ ਦਾ, ਵੀ ਕਿਹੜੀ ਮਰਿਆਦਾ ਨੂੰ ਮੰਨੀਏ। ਹੁਣ ਇਹ ਮਰਿਆਦਾਵਾਂ ਭਾਵੇਂ ਉਹ ਸਿੱਖਾਂ ਵਿੱਚ ਨੇ ਜਾਂ ਹਿੰਦੂਆਂ ਵਿੱਚ ਨੇ, ਉਹ ਬੰਦਿਆਂ ਦੀਆਂ ਬਣਾਈਆਂ ਨੇ, ਉਹਨਾਂ ਦੀ ਪ੍ਰੋਬਲਮ ਹੈ। ਕੁਦਰਤ ਦੀ ਜਿਹੜੀ ਮਰਿਆਦਾ ਹੈ ਜਾਂ ਰੱਬ ਦਾ ਨੇਮ ਹੈ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਉਹਦੇ ਵਿੱਚ ਦੇਖੋ, ਆਕਸੀਜਨ ਨਾਲ ਸਾਹ ਲੈਣਾ ਤੁਸੀਂ ਵੀ, ਮੈਂ ਵੀ, ਪਾਣੀ ਨਾਲ ਪਿਆਸ ਤੁਹਾਡੀ ਵੀ, ਸਾਰਿਆਂ ਦੀ ਬੁਝਣੀ ਮੇਰੀ ਵੀ, 24 ਘੰਟੇ ਤੁਹਾਨੂੰ ਵੀ ਮਿਲ ਰਹੇ ਨੇ, ਮੈਨੂੰ ਵੀ। 9 ਮਹੀਨੇ ਵਿੱਚ ਹੀ ਅਸੀਂ ਸਾਰੇ ਮਾਂ ਦੇ ਗਰਭ ਚੋਂ ਪੈਦਾ, ਹਿੰਦੂ ਮੁਸਲਮਾਨ ਸਿੱਖ ਈਸਾਈ, ਇੱਕੋ ਹੀ ਖੂਨ, ਸਾਰਾ ਕੁਛ ਇੱਕੋ ਹੀ ਹੈ। ਬਸ ਕਰਮ ਕਾਂਡ ਸਾਡੇ ਜਿਹੜੇ ਨੇ ਇਹਨਾਂ ਨੇ ਉਲਝਾਇਆ ਲੋਕਾਂ ਨੂੰ, ਇਹਨਾਂ ਚੋਂ ਬਾਹਰ ਆਉਣ ਦੀ ਲੋੜ। ਯਾਨੀ ਕਿ ਮੈਂ ਕਿਸੇ ਹਿਸਟਰੀ ਬੁੱਕਸ ਵੀ ਪੜ੍ਹਿਆ ਸੀਗਾ, ਜਿਹੜੀਆਂ ਕਿਤਾਬਾਂ ਤੁਰੀਆਂ ਫਿਰਦੀਆਂ, ਕਿ ਜਦੋਂ ਮੁਗਲ ਆਏ ਉਹਨਾਂ ਨੇ ਹਿੰਦੂਆਂ ਨੂੰ ਕਿਹਾ ਆਪਣੇ ਵਾਲ ਕੱਟੋ, ਤੇ ਜਿਹੜੇ ਪੰਡਤ ਸੀਗੇ ਉਹਨਾਂ ਦੇ ਵੀ ਵਾਲ ਉਹਨਾਂ ਨੇ ਕਟਵਾਏ।
ਤੇ ਜਿਹੜੇ ਪੰਡਤ ਪਿੱਛੇ ਥੋੜੀ ਜਿਹੀ ਬੋਦੀ ਰੱਖਦੇ ਆ, ਉਹ ਉਹਨਾਂ ਨੇ ਕਿਹਾ ਕਿ ਇੰਨੀ ਕਿ ਸਾਡੀ ਬੋਦੀ ਰਹਿਣ ਦਿਓ ਕਿ ਸਾਡੀ ਨਿਸ਼ਾਨੀ ਰਹਿ ਜਾਏ। ਇਹ ਕਿੱਥੋਂ ਤੱਕ ਸੱਚ ਹੈ? ਨਹੀਂ, ਇਹ ਠੀਕ ਨਹੀਂ ਹੈ। ਇਹਦੇ ਕਾਰਨ ਮਤਲਬ ਦੱਸੇ ਨੇ। ਇਹਦਾ ਕਾਰਨ ਇਹੋ ਜਿਹੇ ਕਾਰਨ ਨੇ, ਲੇਕਿਨ ਉਹ ਅਸੀਂ ਉਹਨਾਂ ਨੂੰ ਪ੍ਰਮਾਣਿਕ ਨਹੀਂ ਮੰਨ ਸਕਦੇ ਕਿ ਇਹ ਪ੍ਰਮਾਣਿਕ ਨੇ। ਉਹਨਾਂ ਦੇ ਕੋਈ ਪੱਕੇ ਪ੍ਰੂਫ ਨਹੀਂ ਮਿਲਦੇ ਵੀ ਕਿਵੇਂ ਕਿੱਥੋਂ ਸ਼ੁਰੂ ਹੋਏ। ਕਈਆਂ ਨੇ ਲਿਖਿਆ ਵੀ ਉਹ ਇੱਕ ਬ੍ਰਾਹਮਣ ਸਨ ਤੇ ਉਹਨਾਂ ਨੂੰ ਸਜ਼ਾ ਮਿਲੀ ਤੇ ਜਦੋਂ ਉਹਨਾਂ ਦੇ ਵਾਲ ਕੱਟਣ ਦੀ ਤਾਂ ਉਹਨਾਂ ਨੇ ਪ੍ਰਚਾਰ ਹੀ ਉਸੇ ਟਾਈਪ ਦਾ ਸ਼ੁਰੂ ਕਰਤਾ। ਇਹੋ ਜਿਹੀਆਂ ਕਹਾਣੀਆਂ ਕਈ ਨੇ ਬਣਾਈਆਂ, ਲੇਕਿਨ ਉਹਨਾਂ ਦਾ ਕੋਈ ਪੱਕਾ ਨਹੀਂ ਸਬੂਤ ਕਿ ਕਦੋਂ ਇਹ ਔਰ ਕਿਵੇਂ ਸ਼ੁਰੂ ਹੋਇਆ। ਅੱਛਾ, ਜਿਹੜੀ ਕਿਤਾਬ ਮੈਂ ਪੜ੍ਹੀ ਸੀ ਉਹਦੇ ਵਿੱਚ ਇਹ ਸੀਗਾ ਕਿ ਜਦੋਂ ਮੁਗਲ ਆਏ, ਮੁਗਲਾਂ ਨੇ ਉਹਨਾਂ ਨੂੰ ਕਿਹਾ ਆਪਣੇ ਵਾਲ ਕੱਟ ਕੇ ਰੱਖੋ। ਨਹੀਂ, ਉਹ ਤਾਂ ਪਹਿਲਾਂ ਵੀ ਉਹਨਾਂ ਦੇ ਆਪਣੇ ਵੀ ਕਈਆਂ ਦੇ ਕੱਟੇ ਹੋਏ ਸੀ। ਠੀਕ ਹੈ ਜੀ, ਠੀਕ ਹੈ ਭੈਣ ਜੀ, ਥੈਂਕ ਯੂ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ, ਜਦੋਂ ਤੁਸੀਂ ਕੋਈ ਕੁਐਸਚਨ ਪੁੱਛੋ ਨਾ ਤੇ ਤੁਸੀਂ ਉਹਦਾ ਆਨਸਰ ਜ਼ਰੂਰ ਲੈ ਲਓ। ਉਹਦੇ ਵਿੱਚ ਤੁਸੀਂ ਹੋਰ ਕੁਐਸਚਨ ਨਾ ਪੁੱਛੋ, ਤਾਂ ਕਿ ਉਹ ਡਿਸਟਰਬੈਂਸ ਦੇ ਵਿੱਚ ਨਾ ਕੁਐਸਚਨ ਪੂਰਾ ਹੁੰਦਾ ਤੇ ਨਾ ਹੀ ਆਨਸਰ ਪੂਰਾ ਹੁੰਦਾ। ਇੱਕ ਕੁਐਸਚਨ ਪੁੱਛ ਲਓ, ਉਹਦਾ ਆਨਸਰ ਲੈ ਲਓ, ਉਹਦੇ ਬਾਅਦ ਦੇ ਵਿੱਚ ਅਗਲਾ ਕੁਐਸਚਨ ਜਿਹੜਾ ਪੁੱਛਣਾ ਉਹਦੇ ਬਾਅਦ 'ਚ ਪੁੱਛੋ। ਸਾਰਿਆਂ ਨੂੰ ਬੇਨਤੀ ਹੈ। ਹਾਂਜੀ, ਅਰਵਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋ ਜਾਓ। ਤੁਸੀਂ ਅਨਮਿਊਟ ਹੋਏ ਸੀ, ਮੇਰੇ ਬਾਅਦ ਤੁਸੀਂ ਮਿਊਟ ਹੋ ਕੇ ਮੁੜ ਕੇ ਰੌਲਾ ਨਹੀਂ। ਥੈਂਕ ਯੂ ਜੀ ਤੁਹਾਡਾ, ਵੈਰੀ ਅੰਡਰਸਟੈਂਡਿੰਗ। ਹਾਂਜੀ, ਕਰੋ ਗੱਲ। ਥੋੜੀ ਮੈਂ ਕਮੈਂਟ ਹੀ ਕਰਨੀ ਸੀ ਕੁਲਦੀਪ ਉਹਨਾਂ ਨੂੰ, ਕਿ ਜਿੱਦਾਂ ਕਹਿੰਦੇ ਸੀ ਨਾ ਕਿ ਸਾਡੇ ਹਿੰਦੂ ਫਰੈਂਡ ਹੈਗੇ, ਇੱਦਾਂ ਕਹਿੰਦੇ ਹੁੰਦੇ ਆ। ਹਾਂਜੀ, ਮੈਂ ਸਿਰਫ ਇਹ ਕਹਿਣਾ ਸੀ ਕਿ ਤੁਸੀਂ ਇੰਨਾ ਜ਼ਰੂਰ ਪੁੱਛ ਲਿਓ ਉਹਨਾਂ ਫਰੈਂਡਸ ਤੋਂ ਕਿ ਤੁਸੀਂ ਹਿੰਦੂ ਹੋ ਕੇ ਸਾਨੂੰ ਸਿੱਖੀ ਦੀ ਮੱਤ ਕਾਹਦੇ ਦਿੰਦੇ ਆ ਭਲਾ? ਹਾਂਜੀ, ਪੁੱਛ ਲਿਓ ਤੁਸੀਂ। ਨਹੀਂ, ਇਹ ਭੈਣ ਕੁਲਦੀਪ ਕੌਰ ਜੀ ਵਾਸਤੇ ਉਹ ਕੁਐਸਚਨ ਪੁੱਛ ਕਹਿ ਰਹੇ ਆ। ਹਾਂਜੀ, ਉਹ ਹਿੰਦੂ ਹੋ ਕੇ ਤੇ ਸਾਨੂੰ ਸਿੱਖੀ ਦੀ ਮੱਤ ਤੁਸੀਂ ਕਿਉਂ ਦਿੰਦੇ ਆ? ਹਾਂਜੀ ਹਾਂਜੀ, ਇਹ ਜ਼ਰੂਰ ਪੁੱਛੋ। ਉਹਨਾਂ ਦਾ ਕਹਿਣਾ ਇਹ ਆ ਕਿ ਤੁਸੀਂ ਸਿੱਖਾਂ ਚੋਂ, ਹਿੰਦੂਆਂ ਚੋਂ ਨਿਕਲੇ ਆ ਤੇ 9 ਜਿਹੜੇ ਪਹਿਲੇ ਪਾਤਸ਼ਾਹ ਸੀਗੇ ਉਹ ਹਿੰਦੂ ਹੀ ਸੀਗੇ ਤੇ 10ਵੇਂ ਨੇ ਬਣਾਇਆ। ਫਿਰ ਉਹਨਾਂ ਨੂੰ ਮੈਂ ਸਮਝਾਉਣੀ ਆ ਕਿ ਨਹੀਂ, ਗੁਰੂ ਨਾਨਕ ਤੋਂ ਨਿਆਰਾ ਧਰਮ ਸ਼ੁਰੂ ਹੋਇਆ, ਉਹਨਾਂ ਨੇ ਸਾਰੇ ਕਰਮ ਕਾਂਡ ਬੰਦ ਕੀਤੇ ਆ। ਜੋ ਕੁਝ ਤੁਸੀਂ ਕਰਦੇ ਆ ਉਹ ਸਾਰਾ ਕੁਝ ਉਹਨਾਂ ਨੇ ਮਨਾ ਕੀਤਾ। ਤੇ ਜਦੋਂ ਮੈਨੂੰ ਕਹਿੰਦੇ ਨੇ ਕਿ 10ਵੇਂ ਪਾਤਸ਼ਾਹ ਨੇ, ਤੇ ਮੈਂ ਉਹਨੂੰ ਦੱਸਿਆ ਕਿ ਮੈਂ ਕਿਹਾ 10ਵੇਂ ਪਾਤਸ਼ਾਹ ਨੇ ਆਰਮੀ ਬਣਾਈ ਸੀ ਲੜਾਈ ਕਰਨ ਲਈ ਅਗੇਂਸਟ ਜ਼ੁਲਮ, ਹੈ ਨਾ। ਪਰ ਉਹਨਾਂ ਲੋਕਾਂ ਨੂੰ ਦਿਮਾਗ 'ਚ ਹੀ ਇਹ ਗਵਰਨਮੈਂਟ ਨੇ ਜਾਂ ਉਹਨਾਂ ਦੇ ਪੰਡਤਾਂ ਨੇ, ਉਹਨਾਂ ਦੇ ਲੋਕਾਂ ਨੇ ਇਹੀ ਪਾਇਆ ਕਿ ਜਿਹੜੇ ਸਰਦਾਰ ਆ ਉਹ ਹਿੰਦੂ ਹੀ ਹੈ। ਕਿਸੇ ਨੇ ਪਾਇਆ ਨਹੀਂ, ਕੋਈ ਕਿਸੇ ਨੇ ਪਾਇਆ ਨਹੀਂ। ਉਹ ਤੁਹਾਨੂੰ ਕਹਿੰਦੇ ਆ, ਤੁਹਾਨੂੰ ਕਹਿ ਰਹੇ ਆ ਏਦਾਂ, ਕਿਸੇ ਦੇ ਮੱਤ ਉਹਨਾਂ ਦੇ ਨਹੀਂ ਪਾਇਆ। ਉਹਨਾਂ ਨੇ ਪਾਇਆ, ਪਰ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ। ਅਸੀਂ ਉਹਨਾਂ ਨੂੰ ਦੱਸਦੇ ਨੇ ਕਿ ਮਸੀਹ ਤਾਂ ਗੁਰੂ ਨਾਨਕ ਨੇ ਇੰਨੇ ਸਾਲ ਲਾ ਕੇ ਲੋਕਾਂ ਨੂੰ ਸੁਚੇਤ ਕਰਕੇ ਸਾਨੂੰ ਇਸ ਗੰਦਗੀ ਚੋਂ ਕੱਢਿਆ, ਤੁਸੀਂ ਵਾਪਸ ਸਾਨੂੰ ਇੱਥੇ ਪਾ ਰਹੇ ਹੋ। ਨਹੀਂ, ਪਰ ਉਹ ਤੁਹਾਨੂੰ ਨਹੀਂ ਨਾ ਸੁਣਨਾ ਚਾਹੁੰਦੇ, ਤੁਸੀਂ ਸਮਝਦੇ ਨਹੀਂ ਗੱਲ। ਉਹ ਤੁਹਾਨੂੰ ਨਹੀਂ ਸੁਣਨਾ ਚਾਹੁੰਦੇ, ਤੁਹਾਡਾ ਮਾਈਂਡ ਹੋਰ ਪਾਸੇ ਲਿਜਾਂਦੇ ਨਾ। ਨਹੀਂ, ਜਦੋਂ ਸਾਨੂੰ ਦੱਸਦੇ ਫਿਰ ਅਸੀਂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਦੱਸੀਦਾ ਜਰਾ ਨਾ। ਮੈਂ ਤਾਂ ਪੁੱਛਾਂਗਾ ਕਿ ਤੈਨੂੰ ਕੌਣ ਰਾਈਟ ਬਣਦਾ, ਮੈਨੂੰ ਸਿੱਖੀ ਦੀ ਮੈਨੂੰ ਮੱਤ ਤੂੰ ਦੇਵੇਂ। ਨਹੀਂ, ਉਹ ਇਸ ਤਰ੍ਹਾਂ ਸੀਗਾ। ਸੁਣੋ, ਮੈਂ ਤੁਹਾਨੂੰ ਦੱਸਦੀ ਆ। ਜਦੋਂ ਗੁਰੂ ਨਾਨਕ ਸਾਹਿਬ ਦਾ 550ਵਾਂ ਮਨਾ ਰਹੇ ਸੀ ਨਾ, ਤੇ ਅਸੀਂ ਇੱਕ ਜਗ੍ਹਾ ਤੇ ਐਕਸਰਸਾਈਜ਼ ਯੋਗਾ ਕਰਨ ਜਾਂਦੇ ਆ। ਉੱਥੇ ਹਿੰਦੂ ਜ਼ਿਆਦਾ ਆ ਤੇ ਸਿੱਖ ਥੋੜੇ। ਉੱਥੇ 50-60 ਲੇਡੀਜ਼ ਹੁੰਦੀਆਂ। ਉੱਥੇ ਸਪੀਚ ਦਿੱਤੀ ਸੀ ਮੇਰੀ ਫਰੈਂਡ ਨੇ, ਜਿਹਨੇ ਕਿਹਾ ਸੀ ਕਿ ਸਿੱਖ ਧਰਮ ਗੁਰੂ ਨਾਨਕ ਤੋਂ ਸ਼ੁਰੂ ਹੋਇਆ। ਉੱਥੋਂ ਫਿਰ ਉਹ ਲੱਗੀਆਂ ਬਹਿਸ ਕਰਨ ਕਿ ਗੁਰੂ ਨਾਨਕ ਨੇ ਨਹੀਂ ਤੇ ਗੁਰੂ ਗੋਬਿੰਦ ਸਿੰਘ ਨੇ। ਤੇ ਮੈਂ ਉਹਨੂੰ ਪਹਿਲਾਂ ਕਿਹਾ ਸੀ ਕਿ ਜਸਟ ਸ਼ਟ ਅਪ ਐਂਡ ਸਿਟ ਡਾਊਨ, ਲੈਟ ਹਰ ਸਪੀਕ, ਦੈਨ ਵੀਲ ਡਿਸਕਸ ਲੇਟਰ ਔਨ, ਕਿਉਂਕਿ ਮੈਨੂੰ ਪਤਾ ਸੀ ਕਿ ਇਹ ਪੰਡਤਾਣੀਆਂ ਹੈਗੀਆਂ। ਫਿਰ ਜਦੋਂ ਉਹਨਾਂ ਨੇ ਸਪੀਚ ਦਿੱਤੀ, ਬਾਅਦ ਚ ਮੈਨੂੰ ਕਹਿੰਦੀਆਂ, ਕੁਲਦੀਪ, ਇੱਕ ਸਰਦਾਰਨੀ ਕਹਿੰਦੀ ਹੈ ਮੈਰਿਡ ਟੂ ਹਿੰਦੂ, ਪਰ ਸਰਦਾਰਨੀ ਹੈ, ਸਵੇਰੇ ਸ਼ਾਮੀ ਪਾਠ ਕੀਤੇ ਤੋਂ ਬਿਨਾਂ ਨਹੀਂ ਰੁਕਦੀ। ਉਹਨੇ ਸਵੇਰ ਦਾ ਵੀ ਬਾਣੀਆਂ ਦਾ ਪਾਠ ਕਰਨਾ, ਸ਼ਾਮ ਨੂੰ ਵੀ। ਫਿਰ ਮੈਨੂੰ ਬਾਅਦ ਚ ਕਹਿੰਦੀ, ਕੁਲਦੀਪ ਆਪਾਂ ਹਿੰਦੂ ਹੀ ਆ, ਹਿੰਦੂਆਂ ਚ ਬੈਠ ਕੇ। ਫਿਰ ਮੈਂ ਕਿਹਾ ਵੀ ਮੇਰੀ ਤਾਂ ਬੇਇੱਜ਼ਤੀ ਨਾ ਕਰ, ਤੂੰ ਜਿਨ੍ਹਾਂ ਚ ਜਾਣਾ ਚਲੀ ਜਾ, ਪਰ ਮੇਰੀ ਬੇਇੱਜ਼ਤੀ ਨਾ ਕਰ। ਫਿਰ ਉੱਥੋਂ ਫਿਰ ਉਹ ਗੱਲ ਛਿੜ ਗਈ। ਇਸ ਕਰਕੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹ ਉੱਥੇ ਹੈਗੀਆਂ ਕਾਫੀ ਸਾਰੀਆਂ, ਸੋ ਉਹਨਾਂ ਨੂੰ ਫਿਰ ਸਮਝਾਉਣਾ ਪੈਂਦਾ। ਪਰ ਉਹਨਾਂ ਦੇ ਦਿਮਾਗ ਦੇ ਵਿੱਚ, ਉਹਨਾਂ ਦੇ ਘਰਾਂ ਵਾਲਿਆਂ ਨੇ, ਮੰਦਰਾਂ ਨੇ ਜਾਂ ਪੰਡਤਾਂ ਨੇ ਇੰਨਾ ਪੱਕਾ ਕੀਤਾ ਹੋਇਆ ਕਿ ਸਿੱਖ ਕੋਈ ਵੱਖਰੇ ਨਹੀਂ। ਇਹਨਾਂ ਦੇ ਕਹਿਣ ਦੇ ਨਾਲ ਅਸੀਂ ਵੱਖਰੇ ਹੋਣ ਵੀ ਨਹੀਂ ਲੱਗੇ ਜਾਂ ਨਾ ਵੱਖਰੇ ਨਹੀਂ ਹੋਣ ਲੱਗੇ। ਸਾਡੀ ਇਹ ਸਿੱਖੀ ਹੈਗੀ ਆ, ਵਿਚਾਰ ਆ ਜੀ।
ਆਪਣੇ ਅੰਦਰ ਜੇ ਵਿਚਾਰ ਆਪਣੇ ਅੰਦਰ ਜੇ ਸਿੱਖੀ ਦੀ ਵਿਚਾਰ ਹੋਵੇ ਤਾਂ ਸਾਨੂੰ ਕੋਈ ਵੀ ਤੰਗ ਨਹੀਂ ਕਰ ਸਕਦਾ। ਉਹਨਾਂ ਦੇ ਕਹਿਣ ਦੇ ਨਾਲ ਅਸੀਂ ਸਿੱਖਾਂ ਤੋਂ ਹਿੰਦੂ, ਹਿੰਦੂਆਂ ਤੋਂ ਸਿੱਖ ਕੱਖ ਨਹੀਂ, ਕੋਈ ਵੀ ਕਿਸੇ ਦੇ ਕੀਤੇ ਤੇ ਏਦਾਂ ਕੱਖ ਨਹੀਂ ਹੋਣ ਲੱਗਾ। ਆਪਣੀ ਵਿਚਾਰਧਾਰਾ ਰੱਖੋ ਤੇ ਠੀਕ ਹੈ ਜੀ। ਰਵਿੰਦਰ ਸਿੰਘ ਜੀ ਹੋਰ ਤਾਂ ਨਹੀਂ ਕਹਿਣਾ ਕੁਛ? ਥੈਂਕ ਯੂ ਜੀ। ਸਤਨਾਮ ਸਿੰਘ ਨਾਗਰਾ। ਹਾਂਜੀ ਮੈਂ ਬਾਈ ਖਾਲਸਾ ਫਤਿਹ ਜੀ। ਗਿਆਨੀ ਜੀ ਅਗੇਨ ਮੈਂ ਥੋੜਾ ਜਿਹਾ ਮੈਨੂੰ ਥੋੜੀ ਸ਼ੰਕਾ ਜੀ, ਜਿਹੜੇ ਬਾਬਾ ਮੋਹਨ ਸਿੰਘ ਜੀ ਮੋਹਨ ਸਿੰਘ ਜੀ ਸੀਗੇ, ਨਾਮ ਅਮਰਦਾਸ ਜੀ ਦੇ ਪੁੱਤਰ ਵੱਡੇ, ਇਹਨੀ ਸੁਣਿਆ ਕੁਝ ਪੋਥੀਆਂ ਬਾਣੀ ਲੈ ਕੇ ਚਵਾਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਸੀ। ਕਿਹੜੀਆਂ ਪੋਥੀ ਕਿਹੜੀ ਬਾਣੀ ਸੀ ਜੀ? ਕਿੱਦਾਂ ਫਿਰ ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਤੋਂ ਲਈ? ਥੋੜਾ ਜਿਹਾ ਦੱਸੋਗੇ ਵਿਚਾਰ? ਐਵੇਂ ਜੀ ਉਹ ਜਿਹੜੀ ਨਾ ਪੋਥੀਆਂ ਵਾਲੀ ਸਾਖੀ ਵੀ ਗੁਰੂ ਅਰਜਨ ਦੇਵ ਜੀ ਬਾਬਾ ਮੋਹਨ ਜੀ ਦੇ ਕੋਲ ਲੈਣ ਵਾਸਤੇ ਗਏ ਸੀ ਪੋਥੀਆਂ। ਹਾਂਜੀ। ਪਹਿਲੋਂ ਸਿੱਖਾਂ ਨੂੰ ਭੇਜਿਆ, ਫਿਰ ਨਹੀਂ ਦਿੱਤੀਆਂ। ਫਿਰ ਗੁਰੂ ਅਰਜਨ ਦੇਵ ਜੀ ਆਪ ਗਏ ਤੇ ਚੁਬਾਰੇ ਦੇ ਥੱਲੇ ਬੈਠ ਕੇ ਤੇ ਉਹਨਾਂ ਨੇ ਸ਼ਬਦ ਗਾਇਨ ਕਰਨਾ ਸ਼ੁਰੂ ਕਰ ਦਿੱਤਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਤੇ ਉੱਥੇ ਗੁਰੂ ਅਰਜਨ ਦੇਵ ਜੀ ਕਹੇ ਤੇ ਰੱਬ ਨੂੰ ਰਹਿ ਸੀ ਤੇ ਸੁਣਾ ਮੋਹਨ ਨੂੰ ਰਹਿ ਸੀ। ਤੇ ਮੋਹਨ ਨੇ ਇਹ ਸਮਝਿਆ ਕਿ ਮੇਰੀ ਉਸਤਤ ਕਰ ਰਹੇ ਨੇ ਤੇ ਉਹਨਾਂ ਨੇ ਫਿਰ ਖੁਸ਼ ਹੋ ਕੇ ਉਹ ਪੋਥੀਆਂ ਦੇ ਦਿੱਤੀਆਂ। ਤੇ ਇਹ ਜਿਹੜੀ ਚੀਜ਼ ਨਾ ਇਹ ਗਲਤ ਹੈਗੀ ਹੈ, ਕਿਉਂਕਿ ਇੱਥੇ ਗੁਰੂ ਅਰਜਨ ਦੇਵ ਤੇ ਦੋਸ਼ ਹੁੰਦਾ ਹੈ ਵੀ ਉਹ ਕਹਿ ਕੁਛ ਹੋ ਰਹੇ ਨੇ ਤੇ ਕਰ ਕੁਛ ਹੋ ਰਹੇ ਨੇ। ਅਸਲ ਦੇ ਵਿੱਚ ਗੱਲ ਇਹ ਸੀ ਕਿ ਗੁਰੂ ਨਾਨਕ ਦੇਵ ਜੀ ਜੋ ਆਪਣੀ ਬਾਣੀ ਉਚਾਰਨ ਕਰਦੇ ਸੀ, ਉਹ ਆਪ ਆਪਣੇ ਕੋਲ ਆਪਣੀ ਬਾਣੀ ਨੂੰ ਲਿਖ ਕੇ ਸਾਂਭਦੇ ਸੀ, ਆਪ ਲਿਖਦੇ ਸੀ ਪੋਥੀ ਵਿੱਚ। ਔਰ ਜਿੱਥੇ ਵੀ ਉਹ ਭਗਤਾਂ ਦੇ ਕੋਲ ਗਏ ਨੇ ਤੇ ਉਹਨਾਂ ਭਗਤਾਂ ਦੇ ਜਿਹੜੀ ਬਾਣੀ ਗੁਰੂ ਨਾਨਕ ਦੇਵ ਦੇ ਸਿਧਾਂਤ ਨਾਲ ਮੇਲ ਖਾਂਦੀ ਸੀ, ਉਹ ਵੀ ਗੁਰੂ ਨਾਨਕ ਦੇਵ ਜੀ ਨੇ ਆਪ ਲੈ ਕੇ ਆਪ ਆਪਣੇ ਹੱਥਾਂ ਨਾਲ ਲਿਖੀ। ਤੇ ਉਹ ਜਿਹੜੀ ਗੁਰਬਾਣੀ ਸੀ ਗੁਰੂ ਨਾਨਕ ਦੇਵ ਜੀ ਦੀ ਔਰ ਭਗਤਾਂ ਦੀ ਇਕੱਠੀ ਕੀਤੀ ਹੋਈ ਬਾਣੀ ਸੀ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕੀਤੀ ਹੈ ਨਾ, ਤੇ ਉਹ ਬਾਣੀ ਵੀ ਉਹਨਾਂ ਨੂੰ ਸੌਂਪ ਦਿੱਤੀ। ਜਨਮ ਸਾਖੀ ਦੇ ਵਿੱਚ ਲਿਖਿਆ ਹੋਇਆ ਮਿਲਦਾ ਹੈ ਕਿ ਜੋ ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ। ਤੇ ਗੁਰੂ ਅੰਗਦ ਦੇਵ ਜੀ ਨੇ ਜੋ ਆਪਣੀ ਬਾਣੀ ਵਿੱਚ ਲਿਖੀ, ਉਹ ਬਾਣੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦੀ ਗੱਦੀ ਦੇਣ ਲੱਗਿਆ ਉਹਨਾਂ ਨੂੰ ਸੌਂਪ ਦਿੱਤੀ। ਤੇ ਦੀ ਬਾਣੀ ਗੁਰੂ ਰਾਮਦਾਸ ਜੀ ਨੂੰ, ਗੁਰੂ ਰਾਮਦਾਸ ਜੀ ਨੇ ਸਮਗਰ ਬਾਣੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਹੋਰ ਕਿਤੋਂ ਬਾਣੀ ਲੈਣ ਦੀ ਲੋੜ ਨਹੀਂ ਪਈ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਕੋਲ ਉਹ ਬਾਣੀ ਜਿਹੜੀ ਹੈ ਪਹੁੰਚ ਚੁੱਕੀ ਸੀ। ਇਹ ਸ਼ਬਦ ਵਾਲੀ ਜਿਹੜੀ ਸਾਖੀ ਹੈ ਬਾਅਦ ਦੇ ਵਿੱਚ ਜੋੜੀ ਗਈ ਹੈ। ਇਹਦੇ ਵਿੱਚ ਗੁਰੂ ਅਰਜਨ ਦੇਵ ਜੀ ਬਾਬਾ ਮੋਹਨ ਦੀ ਨਹੀਂ ਸਗੋਂ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਹੁਣ ਜੇ ਮੋਹਨ ਦੇ ਚੁਬਾਰੇ ਨੂੰ ਅਸੀਂ ਸਮਝੀਏ ਜੀ ਤਾਂ ਮਹਿਲ ਤੇ ਹੈ ਨਹੀਂ ਸੀ, ਉਹ ਅਪਾਰ ਤੇ ਹੈ ਹੀ ਨਹੀਂ, ਤੇ ਥੋੜਾ ਜਿਹਾ ਚੁਬਾਰਾ ਹੈ ਨਾ, ਇਸ ਕਰਕੇ ਉਹ ਸਾਖੀ ਜੋੜੀ ਗਈ ਹੈ, ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਵੈਸੇ ਜਿਹੜਾ ਚੁਬਾਰਾ ਉੱਥੇ ਗੁਰੂ ਗੋਇੰਦਵਾਲ ਸਾਹਿਬ ਹੈਗਾ, ਅਜੇ ਵੀ ਹੈਗਾ ਉੱਥੇ ਸ਼ਬਦ ਦਾ ਉਚਾਰਨ ਕੀਤਾ ਹੋਇਆ, ਉੱਥੇ ਹੈਗਾ ਲਿਖਿਆ ਹੈ। ਨਹੀਂ ਉਹ ਤੁਸੀਂ ਹੁਣ ਲਿਖ ਦੋ ਤੇ ਤੁਹਾਡੀ ਜਾਂ ਮੇਰੀ ਗਲਤੀ ਹੋ ਸਕਦੀ, ਪਰ ਉਹ ਸ਼ਬਦ ਦੇ ਨਾਲ ਗੁਰੂ ਅਰਜਨ ਦੇਵ ਜੀ ਦਾ ਸੰਬੰਧ ਨਹੀਂ ਹੈ। ਉਹ ਸ਼ਬਦ ਜਿਹੜਾ ਅਕਾਲ ਪੁਰਖ ਦੀ ਉਸਤਤ ਵਾਸਤੇ, ਬਾਬੇ ਮੋਹਨ ਵਾਸਤੇ ਨਹੀਂ, ਉਹ ਜੇ ਲਿਖਿਆ ਤਾਂ ਸਾਡੀ ਗਲਤੀ ਹੋ ਸਕਦੀ ਹੈ। ਇਹ ਜਿਹੜੇ ਬਾਬਾ ਸੁੰਦਰ ਸਿੰਘ ਜੀ, ਇਹ ਬਾਬਾ ਮੋਹਰੀ ਸਿੰਘ ਦੇ ਪੋਤਰੇ ਸੀ। ਹਾਂਜੀ, ਕਿਉਂਕਿ ਮੈਨੂੰ ਨਾ ਇਤਿਹਾਸ ਬਾਰੇ ਬਹੁਤ ਘੱਟ ਨੌਲੇਜ, ਜ਼ੀਰੋ ਦੇ ਬਰਾਬਰ, ਕਿਉਂਕਿ ਮੈਂ ਇਤਿਹਾਸ ਬਹੁਤ ਘੱਟ ਪੜ੍ਹਿਆ ਤੇ ਮੈਂ ਜ਼ਿਆਦਾ ਸਿੱਖ ਫਿਲੋਸਫੀ ਜਾਂ ਮਤਲਬ ਇਹ ਬਾਣੀ ਦੀ ਜ਼ਿਆਦਾ ਮੇਰੀ ਸਟੱਡੀ ਹੈਗੀ ਔਰ ਫੈਮਿਲੀ ਰਿਲੇਸ਼ਨਸ਼ਿਪ ਬਾਰੇ ਮੇਰੀ ਜ਼ਿਆਦਾ। ਠੀਕ ਹੈ ਜੀ, ਧੰਨਵਾਦ ਜੀ ਗਿਆਨੀ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸਤਨਾਮ ਸਿੰਘ ਜੀ ਤੇ ਨਰਿੰਦਰ ਜਸਲ, ਤੁਸੀਂ ਫੇਰ ਆਏ। ਮੈਂ ਇਹ ਕਹਿਣਾ ਹੁਣ ਖਿਆਲ ਮੇਰਾ ਟੁੱਟ ਗਿਆ। ਹਾਂਜੀ ਕੋਈ ਨਹੀਂ, ਥੈਂਕ ਯੂ। ਕੋਈ ਗੱਲ ਨਹੀਂ ਜੀ, ਥੈਂਕ ਯੂ ਜੀ। ਮੇਰੇ ਘਰੋਂ ਹੋਈ ਸੀਗੀ ਜੀ ਅਨਮਿਊਟ, ਸ਼ਾਇਦ ਮੁੜ ਕੇ ਫਿਰ ਮਿਊਟ ਹੋ ਗਏ ਆ। ਜੇ ਕੋਈ ਗੱਲ ਕਰਨੀ ਹੈ ਦਵਿੰਦਰ ਕੌਰ ਤੇ ਆ ਸਕਦੀ ਹੈ ਅਨਮਿਊਟ ਹੋ ਕੇ। ਆਈਪੈਡ ਅੱਛਾ ਠੀਕ ਹੈ। ਆਈਪੈਡ ਤੇ ਅਨਮਿਊਟ ਹੋਈ ਨੀਨਾ ਜੀ, ਕੌਣ? ਸੁਰਿੰਦਰ ਕੌਰ। ਹਾਂਜੀ ਸੁਰਿੰਦਰ ਕੌਰ। ਸੁਰਿੰਦਰ ਕੌਰ ਜੀ, ਹਾਂਜੀ ਕਰੋ ਗੱਲ ਜੀ। ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਕਹਿਣਾ ਸੀ ਕਿ ਅਗਰ ਅਸੀਂ ਮਤਲਬ ਬਾਬੇ ਨਾਨਕ ਦੀ ਬਾਣੀ ਤਾਂ ਸਾਰੀ ਮਨੁੱਖਤਾ ਲਈ ਸੀ ਤੇ ਉਹਦੇ ਵਿੱਚ ਹਿੰਦੂ ਵੀ ਇਨਕਲੂਡ ਹੀ ਨੇ। ਹਾਂਜੀ ਬਿਲਕੁਲ ਜੀ। ਹਾਂਜੀ, ਤੇ ਸਾਨੂੰ ਪਿਆਰ ਨਾਲ ਸਾਰਿਆਂ ਨਾਲ ਹੀ ਰਹਿਣਾ ਚਾਹੀਦਾ। ਉਹਨਾਂ ਦੇ ਕਰਮ ਕਾਂਡ ਜੇ ਡਿਫਰੈਂਟ ਹੈ ਤਾਂ ਉਹਨਾਂ ਨੂੰ ਕਰਨ ਦਿਓ, ਅਸੀਂ ਆਪਣੇ ਮੁਤਾਬਕ ਚੱਲੋ ਆਪਣੀ ਜ਼ਿੰਦਗੀ। ਹੁਣ ਅਸੀਂ ਕਮਿਊਨਿਟੀ ਹਾਲ ਦੇ ਵਿੱਚ ਮਿਲੀਦਾ, ਉੱਥੇ ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਗੁਜਰਾਤੀ ਵੀ ਨੇ,
ਅਸੀਂ ਸਾਰਿਆਂ ਨਾਲ ਪਿਆਰ ਨਾਲ ਮਤਲਬ ਵਰਤੀਦਾ ਹੈ। ਉਹਨਾਂ ਦੇ ਜਿਹੜੇ ਰਿਲੀਜੀਅਸ ਬੈਕਗ੍ਰਾਉਂਡ ਹੈ ਉਹਨਾਂ ਦੀ ਆਪਣੇ ਮੁਤਾਬਕ ਹੈ, ਸਾਡੀ ਆਪਣੇ ਮੁਤਾਬਕ ਹੈ, ਪਰ ਜਿਹੜੀਆਂ ਅਛਾਈਆਂ ਸਾਨੂੰ ਸਾਰਿਆਂ ਤੋਂ ਹੀ ਲੈਣੀਆਂ ਚਾਹੀਦੀਆਂ। ਜੇ ਹਿੰਦੂ ਹੈ ਤਾਂ ਉਹਨਾਂ ਦੇ ਵਿੱਚ ਅੱਛੇ ਗੁਣ ਹੈਗੇ ਆ ਤਾਂ ਸਾਨੂੰ ਉਹ ਵੀ ਆਪਣੇ ਬਣਾਉਣੇ ਚਾਹੀਦੇ, ਤੇ ਸਾਡੀਆਂ ਅਛਾਈਆਂ ਉਹਨਾਂ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ। ਬਸ ਇਹੀ ਕਹਿਣਾ ਸੀ ਕਿ ਬਾਬੇ ਨਾਨਕ ਨੇ ਤਾਂ ਸਾਰੀ ਮਨੁੱਖਤਾ ਲਈ ਕਿਹਾ, ਸਾਰੇ ਯੂਨੀਵਰਸਲ ਲਈ ਆ ਉਹਨਾਂ ਦਾ ਮੈਸੇਜ, ਸਿਰਫ ਸਿੱਖਾਂ ਲਈ ਨਹੀਂ ਆ। ਇੱਕ ਮਿੰਟ, ਮੈਂ ਹੁਣ ਗੱਲ ਕਹਿਣੀ ਆ, ਸੌਰੀ, ਮੈਂ ਇਹ ਕਹਿਣਾ ਚਾਹੁੰਦੀ ਆ ਕਿ ਅਸੀਂ ਕੋਈ ਹਿੰਦੂਆਂ ਨੂੰ ਕਹਿੰਦੇ ਆ, ਕੋਈ ਮੁਸਲਮਾਨਾਂ ਨੂੰ ਕਹਿੰਦੇ ਆ, ਕੋਈ ਕੁਛ ਕਹਿੰਦੇ, ਪਰ ਸਾਰੇ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਸਾਡੇ ਕੋਲ ਕਿਹੜੇ ਕਰਮ ਕਾਂਡ ਆ। ਜੇ ਸਾਨੂੰ ਹਿੰਦੂ ਕਹਿ ਰਹੇ ਆ ਕਿ ਤੁਸੀਂ ਹਿੰਦੂਆਂ ਦਾ ਪਾਰਟ ਆ, ਕਿ ਕੀ ਅਸੀਂ ਕੋਈ ਕਰਮ ਕਾਂਡ ਓਦਾਂ ਦਾ ਕਰਦੇ ਆ? ਹੁਣ ਉਹਨਾਂ ਦੇ ਵਿੱਚੋਂ ਇੱਕ ਕਰਮ ਕਾਂਡ ਇਹ ਆ ਕਿ ਸਾਡੇ ਵਿੱਚੋਂ ਬਹੁਤੇ ਲੋਕ ਹੋਣੇ ਆ ਜਿਹੜੇ ਜਿੱਦਾਂ ਅੱਗੇ ਪਿੰਡਾਂ ਦੇ ਵਿੱਚ ਸਰਾਧ ਮਨਾਉਂਦੇ ਸੀ, ਹਾਂਜੀ, ਤੇ ਆ ਜਿਹੜਾ ਗਿਆਨੀ ਜੀ ਹੁਣੀ ਉਹ ਦੱਸਿਆ ਆ ਕਿ ਹੁਣ ਘੜਾ ਭੰਨਦੇ ਸੀ ਅਰਥੀ ਦੇ ਟਾਈਮ ਦੇ ਉੱਤੇ, ਠੀਕ ਹੈ ਜੀ। ਉਹ ਸਾਰੇ ਜਿਹੜੇ ਆ ਉਹਨਾਂ ਦੇ ਪੁਰਾਣਾ, ਉਹਨਾਂ ਦੀਆਂ ਮਤਲਬ ਹਿਸਟਰੀ ਦੇ ਵਿੱਚੋਂ ਉਹਨਾਂ ਵਿੱਚੋਂ ਇਹ ਆਏ ਹੋਏ ਆ। ਤੇ ਇਸ ਟਾਈਮ ਇਸ ਮੁਲਕ ਦੇ ਵਿੱਚ ਆ ਕੇ ਜਦੋਂ ਅਸੀਂ ਖੰਡ ਪਾਠ ਰੱਖਦੇ ਆ, ਸਹਿਜ ਪਾਠ ਰੱਖਦੇ ਆ, ਕੀ ਅਸੀਂ ਪਾਣੀ ਭਰ ਕੇ ਉਹਦੇ ਉੱਤੇ ਇੱਕ ਲਾਲ ਕੱਪੜੇ ਵਿੱਚ ਲੇਅਰ ਲਪੇਟ ਕੇ ਰੱਖਦੇ ਆ ਕਿ ਨਹੀਂ ਰੱਖਦੇ? ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਆਪਣੇ ਆਪ 'ਚ ਦੇਖਣਾ ਪੈਣਾ। ਲੋਕਾਂ ਦੇ ਨਾਲ ਲੜਨ ਦੀ ਬਜਾਏ ਅਸੀਂ ਆਪਣੇ ਆਪ ਨੂੰ ਪਹਿਲਾਂ ਪੜਚੋਲੀਏ ਕਿ ਕੀ ਅਸੀਂ ਕੋਈ ਏਦਾਂ ਦੇ ਕਰਮ ਕਾਂਡ ਕਰ ਰਹੇ ਹਾਂ। ਔਰ ਇਹ ਕਰਮ ਕਾਂਡ ਸਾਨੂੰ ਸਿੱਖ ਇਤਿਹਾਸ ਬੁੱਕਾਂ ਦੇ ਵਿੱਚ ਲਿਖ ਕੇ ਦਿੱਤੇ ਗਏ ਆ। ਜਿਵੇਂ ਕਿ ਹੁਣ ਇੱਥੇ ਤਾਂ ਨਹੀਂ, ਪਰ ਇੰਡੀਆ ਦੇ ਵਿੱਚ ਮੈਨੂੰ ਪਤਾ ਆ ਕਿ ਜਦੋਂ ਖੰਡ ਪਾਠ ਰੱਖਦੇ ਸੀ, ਪਾਠ ਰੱਖਦੇ ਸੀ, ਇੱਕ ਲੋਂਡਾ ਜਿਹਾ ਰੱਖ ਕੇ ਉਹਦੇ 'ਚ ਅੱਗ ਪਾ ਕੇ, ਜਿੱਦਾਂ ਹਿੰਦੂ ਆਪਣੇ ਸਮੱਗਰੀ ਪਾਉਂਦੇ ਆ ਉਹਦੇ ਵਿੱਚ, ਤੇ ਸਾਡੇ ਪ੍ਰੋਪਰ ਸਮੱਗਰੀ ਦੀ ਸੂਚੀ ਆ, ਲਿਸਟ ਆ ਕਿ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਪਾ ਕੇ ਤਾਂ ਧੂਫ ਬਣਾਉਣਾ ਆ, ਠੀਕ ਹੈ ਜੀ। ਹੁਣ ਅਸੀਂ ਇੱਥੇ ਉਹ ਧੂਫ ਨਹੀਂ ਬਣਾਉਂਦੇ, ਪਰ ਇੱਥੇ ਅਗਰਬੱਤੀਆਂ ਤਾਂ ਲਾ ਦੇਂਗੇ। ਉਹ ਭਾਵੇਂ ਵਿਚਾਰੇ ਗਿਆਨੀਆਂ ਦੇ ਸੰਘ ਦੇ ਵਿੱਚ ਧੂਆਂ ਜਾ ਕੇ ਉਹਨਾਂ ਨੂੰ ਖੰਘ ਜਾਂ ਅਸਥਮਾ ਜਾਂ ਅਸੀਂ ਉਹਨੂੰ ਲੰਗ ਕੈਂਸਰ ਦੇ ਸਕਦੇ ਹਾਂ, ਠੀਕ ਆ। ਘੇ ਦੀ ਜੋਤ ਅਸੀਂ ਜਗਾਉਣੋਂ ਨਹੀਂ ਹਟਦੇ ਹੈਗੇ। ਘੇ ਲੈ ਕੇ ਅਸੀਂ ਉੱਥੇ ਗੁਰਦੁਆਰੇ ਜਾਂਦੇ ਹਾਂ, ਉੱਥੇ ਜੋਤ ਜਗਾਉਂਦੇ ਆ। ਉਹ ਜੋਤ ਦਾ ਕੀ ਮਤਲਬ ਆ ਜੀ? ਕੀ ਮਤਲਬ ਆ? ਤੁਸੀਂ ਦੱਸੋ। ਇਸ ਕਰਕੇ ਸਾਨੂੰ ਹਿੰਦੂਆਂ ਦੇ ਨਾਲ ਲੜਨ ਤੇ ਝਗੜਨ ਦੀ ਬਜਾਏ ਪਹਿਲਾਂ ਸਾਨੂੰ ਆਪਣੇ ਆਪ ਦੇ ਵਿੱਚ ਦੇਖਣਾ ਪੈਣਾ ਕਿ ਅਸੀਂ ਗਲਤ ਕੀ ਕਰ ਰਹੇ ਹਾਂ। ਸੋ ਇਸ ਕਰਕੇ ਮੇਰਾ ਸਿਰਫ ਇੰਨਾ ਹੀ ਕਹਿਣਾ ਸੀ ਜੀ। ਥੈਂਕ ਯੂ। ਓਕੇ ਜੀ, ਥੈਂਕ ਯੂ ਜੀ। ਸਹੀ ਗੱਲ ਹੈ ਕਿ ਜੇ ਅਸੀਂ ਮਤਲਬ ਵਿਲੱਖਣ ਜ਼ਿੰਦਗੀ ਜੀਂਦੇ ਆ ਤਾਂ ਫਿਰ ਕੋਈ ਐਸੀ ਹਿੰਮਤ ਨਹੀਂ ਕਰੇਗਾ, ਨਾਲੇ ਕਿਸੇ ਦੇ ਕਹਿਣ ਦੇ ਨਾਲ ਕੁਝ ਹੋਣਾ ਨਹੀਂ। ਬੇਸ਼ੱਕ ਉਹਦਾ ਫਰਕ ਪੈਂਦਾ ਹੈ, ਪਰ ਜੇਕਰ ਅਸੀਂ ਗੁਰਮਤ ਨੂੰ ਸਹੀ ਢੰਗ ਦੇ ਨਾਲ ਅਪਣਾ ਲਈਏ ਤਾਂ ਆਟੋਮੈਟਿਕਲੀ ਸਾਨੂੰ ਕੋਈ ਕਹਿਣ ਦੀ ਹਿੰਮਤ ਨਹੀਂ ਕਰੇਗਾ। ਇਸ ਲਈ ਸਿੱਖ ਵੀਰਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਔਰ ਜਿਵੇਂ ਪਹਿਲਾਂ ਭੈਣ ਜੀ ਆਈਪੈਡ ਤੋਂ ਬੋਲ ਰਹੇ ਸੀ ਵੀ ਗੁਰੂ ਨਾਨਕ ਦੇਵ ਨੇ ਯੂਨੀਵਰਸਲ ਟਰੂਥ ਦਿੱਤਾ ਹੈ, ਤਾਂ ਯੂਨੀਵਰਸਲ ਹੀ ਗੱਲ ਹੈ, ਹਕੀਕਤ ਇੱਕ ਸੱਚਾਈ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਸਾਂਝਾ ਉਪਦੇਸ਼ ਦਿੱਤਾ ਹੈ ਨਾ ਕਰਮ ਕਾਂਡਾਂ ਤੋਂ ਬਾਹਰ ਆਉਣ ਦੀ। ਔਰ ਸੱਚ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਅਸੀਂ ਬੜੀ ਸੁਖੈਨ ਢੰਗ ਦੇ ਨਾਲ ਜ਼ਿੰਦਗੀ ਜੀ ਸਕਦੇ ਹਾਂ। ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਖੁਦ ਜਿਹੜੇ ਆ ਇਹਨਾਂ ਵਹਿਮਾਂ ਭਰਮਾਂ ਤੋਂ ਉੱਤੇ ਉੱਠ ਕੇ ਤੇ ਇੱਕ ਆਦਰਸ਼ਕ ਜੀਵਨ ਪੇਸ਼ ਕਰੀਏ, ਜਿਸ ਕਰਕੇ ਲੋਕ ਸਾਡੇ ਵਰਗਾ ਬਣਨਾ ਚਾਹਣ। ਧੰਨਵਾਦ ਤੁਹਾਡਾ। ਧੰਨਵਾਦ ਜੀ ਗਿਆਨੀ ਜੀ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਆਪਣੇ ਸਾਰੇ ਸਰੋਤਿਆਂ ਨੂੰ, ਜਿਨ੍ਹਾਂ ਦੇ ਤਾਂ ਨਾਂ ਲਿਖਿਓ ਆਪਣੇ ਟੈਲੀਫੋਨਾਂ ਦੇ ਮੋਹਰੇ, ਉਹ ਤਾਂ ਅਸੀਂ ਪੜ੍ਹ ਸਕਦੇ ਹਾਂ। ਜਦੋਂ ਕੋਈ ਗੈਲੈਕਸੀ ਆ ਜਾਂਦਾ ਜਾਂ ਕੋਈ ਆਈਪੈਡ ਆ ਜਾਂਦਾ, ਉੱਥੇ ਸਾਨੂੰ ਨਾਂ ਨਹੀਂ ਪਤਾ ਲੱਗਦਾ। ਇਸ ਕਰਕੇ ਜੇ ਤੁਸੀਂ ਪਲੀਜ਼ ਲੌਗ ਹੋਣ ਤੋਂ ਪਹਿਲਾਂ ਜਿੱਥੇ ਆਉਂਦਾ ਨਾ ਤੁਹਾਡਾ ਆਈਪੈਡ, ਉੱਥੇ ਆਪਣਾ ਨਾਂ ਲਿਖ ਦਿਆ ਕਰੋ, ਤਾਂ ਅਸੀਂ ਤੁਹਾਨੂੰ ਸੰਬੋਧਨ ਹੋ ਕੇ ਮਤਲਬ ਗੱਲ ਕਰ ਸਕਦੇ ਹਾਂ। ਤੇ ਇਹ ਪਲੀਜ਼ ਕੱਲ੍ਹ ਨੂੰ ਜਦੋਂ ਤੁਸੀਂ ਆਓਗੇ ਤਾਂ ਇੱਥੇ ਲਿਖ ਲਓ। ਬਹੁਤ ਔਖਾ ਨਹੀਂ ਹੈਗਾ ਤੇ ਇੱਕੋ ਵਾਰੀ ਕਰਨਾ ਪੈਣਾ, ਅਗਲੀ ਵਾਰੀ ਫਿਰ ਤੁਹਾਨੂੰ ਕੁਛ ਨਹੀਂ ਕਰਨ ਦੀ ਲੋੜ। ਇਹ ਸਾਡੀ ਬੇਨਤੀ ਮੰਨ ਲਿਓ। ਤੇ ਅੱਜ ਬਹੁਤ ਵਧੀਆ ਵਿਆਖਿਆ ਹੋਈ ਹੈ ਜੀ, ਆਪਨੇ ਡਿਸਕਸ਼ਨ ਸਾਰਿਆਂ ਨੇ ਬਹੁਤ ਵਧੀਆ ਕੀਤੀ ਆ। ਮੈਂ ਇਹਦਾ ਕਿ ਆਪਾਂ ਕੁਛ ਨਾ ਕੁਛ ਸਿੱਖਿਆ ਹੋਊਗਾ ਇਹਦੇ ਵਿੱਚੋਂ। ਤੇ ਕੱਲ੍ਹ ਨੂੰ ਆਪਾਂ ਫੇਰ ਆਵਾਂਗੇ ਜੀ 2 ਵਜੇ ਫਿਰ ਮੁੜ ਕੇ, ਤੇ ਸਾਰੇ ਜਣਿਆਂ ਨੇ ਜੁਆਇਨ ਕਰਨਾ ਜੀ। ਤੇ ਹੁਣ ਆਪਣੇ ਇਜਾਜ਼ਤਾਂ ਲਈਏ, ਕੱਲ੍ਹ ਨੂੰ ਆਈਏ ਮੁੜ ਕੇ 2 ਵਜੇ ਜੀ। ਲਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।